2:30 ਵਜੇ ਲੈ ਜਾਏਗੀ। ਨਹੀਂ 12:30 ਹੋਏ ਨੇ, 1:30 ਵਜੇ ਉਤਾਰ ਦੇਵੇ। ਸਾਡੇ ਕੋਲ 1:30 ਹੋਇਆ ਭਾਈ। ਠੀਕ ਹੋ, ਠੀਕ ਹੋ। ਬੂਆ ਨਹੀਂ, ਮੈਂ ਤੁਸੀਂ ਹਿਸਟਰੀ ਤੇ ਬੜੀ ਮਾਲੂਮਾਤ ਰੱਖਦੇ। पढ़ना तरह है ना, और स्पैसीफिकली किसी कोर्स का हिस्सा थोड़ा ने। ये तो अगर किसी ने मरज़ैयत पढ़नी है तो फिर इन्हों का लिटरेचर पढ़ेगा, फिर उन्होंने उनकी हिस्टरी का पता चल जाएगा। ਅੱਛਾ, ਤੁਸੀਂ ਮਿਸਮ ਖੋਖਰ ਨੂੰ ਪਸੰਦ ਕਰਦੇ ਹੋ ਹੈਂ? ਅੱਛਾ ਜੀ, ਇਹ ਮੇਰੀ ਗੱਲ ਸੁਣੋ, ਮੇਰੇ ਵੱਲ ਨਮਾਜ਼ ਦਾ ਟਾਈਮ ਹੋ ਗਿਆ ਜੇ। ਇਹ ਤਸਵੀਰ ਜੇ ਭਾਬੀ ਮੌਲਵੀ ਕਦੇ ਵੀ ਇਹ ਲੈਣੀ ਨਹੀਂ ਚਾਹੀਦੀ, ਠੀਕ ਆ। 1 घंटे का टाइम है, 1 घंटा रहेगी। 1 ਘੰਟੇ ਵਾਸਤੇ ਇਹ ਅਮਨ ਨਜ਼ੀਰ ਭਾਈ ਵਾਸਤੇ ਕੋਈ ਨਹੀਂ ਕਿ ਇਹਨਾਂ ਦੀ ਭਾਵੇਂ ਜਿਵੇਂ ਮਰਜ਼ੀ ਟੰਗੀ ਰੱਖੋ, ਲੇਕਿਨ ਇਹਨਾਂ ਦੇ ਵਾਲਾ ਸਾਹਿਬ ਦੀ ਜਿਹੜਾ ਲਾਈ ਇਹਨਾਂ ਨੇ ਤਸਵੀਰ ਨਾਲ, ਇਹ ਬਿਲਕੁਲ ਬਰਦਾਸ਼ਤ ਨਹੀਂ ਹੈ। ਤੇ ਅਸੀਂ ਅੱਗੇ ਤੋਂ ਹਰਕਤ ਕਰਨਗੇ ਤੇ ਨਾਲ ਅਸੀਂ ਮਿਰਜ਼ਾ ਚੌਥਾ ਜਿਹੜਾ ਮਿਰਜ਼ਾ ਨਾ ਉਹ ਵੀ ਨਾਲ ਟੰਗਾਂਗੇ। ਹੈਲੋ ਸਰ, ਇਹ ਲਾ ਦਿੱਤੀ ਜੀ। ਇਹਨਾਂ ਦੇ ਸਾਰੇ ਵੇਟ ਕਰੋ, ਇਹਨਾਂ ਦੇ ਖਲੀਫੇ ਤੇ ਇਹਨਾਂ ਦਾ ਉਹ ਕੰਜਰ ਵੱਡਾ ਜਿਆ ਭਾਈ, ਜਿਆ ਭਾਈ, ਉਹਨਾਂ ਦੇ ਪਿਸ਼ਾਬ ਦੇ ਬਰਾਬਰ ਵੀ ਨਹੀਂ ਆਇਆ ਜਿਹੜੇ ਬਜ਼ੁਰਗਾਂ ਦੀ ਇਹਨਾਂ ਨੇ ਤਸਵੀਰ ਲਾਈ ਹੈ। ਮਿਸਟਰ ਐਕਸ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਨੇ ਜੇ 2 ਮਿੰਟ। ਮਿਸਟਰ ਐਕਸ ਸਾਹਿਬ ਮੇਰੇ ਨਾਲ ਬਿਲਕੁਲ ਗੱਲ ਕਰੋ ਤੇ ਮੈਂ ਇੱਕ ਗੱਲ ਜ਼ਿਹਨ 'ਚ ਰੱਖਣਾ, ਜੇ ਸਿੱਧੇ ਤਰ੍ਹਾਂ ਕੋਈ ਬੰਦਾ ਗੱਲ ਕਰੇ ਤੇ ਬਿਲਕੁਲ ਇਨਸਾਫ ਪਸੰਦੀ ਵਿਖਾਏ, ਮੈਂ ਜਨਾਬ ਉਹਦੇ ਰਾਹਾਂ 'ਚ ਫੁੱਲ ਵੀ ਵਿਛਾਣਾ ਤੇ ਮੈਂ ਜਨਾਬ ਮੇਰੇ ਸਿਰ ਦਾ ਤਾਜ ਹੈ। ਤੇ ਜੇ ਕੋਈ ਕਰੇ ਮੁਨਾਫਕਤ ਤੇ ਮੈਂ ਅਮਰ ਨਜ਼ੀਰ ਨਹੀਂ ਹੈ ਵੀ ਮੈਂ ਕੋਈ ਨਹੀਂ ਸੱਤੂ ਪੀਤਾ। ਮੈਂ ਤੁਹਾਡੀ ਬੜੀ ਰਿਸਪੈਕਟ ਕਰਦਾ, ਤੁਸੀਂ ਬਹੁਤ ਅੱਛੇ ਇਨਸਾਨ ਹੋ। ਉਦੋਂ ਵੀ ਤੁਸੀਂ ਬਹੁਤ ਅੱਛੀ ਗੱਲ ਕਰ ਰਹੇ ਸੀ, ਇੱਥੇ ਵੀ ਅੱਛੀ ਗੱਲ ਕਰ ਰਹੇ ਹੋ। ਜਿਹੜੀ ਤੁਹਾਡੀ ਅੱਛਾਈ ਹੈ ਠੀਕ ਆ, ਲੇਕਿਨ ਜਿਹੜੀ ਤੁਸੀਂ ਉੱਥੇ ਚੜ੍ਹ ਕੇ ਬੈਠੇ ਹੋਏ ਸੀ ਜਦੋਂ ਤੁਸੀਂ ਕਿਹਾ ਉਹਨਾਂ ਨੂੰ ਕਿ ਜ਼ਿਆ ਰਸੂਲ ਆਇਆ ਨੂੰ ਚੁੱਕੋ, ਕਮ ਸੇ ਕਮ ਤੁਹਾਨੂੰ ਚਾਹੀਦਾ ਸੀ ਕਿ ਉੱਥੋਂ ਬਰਾੜ ਤੋਂ ਲੈ ਜਾਓ ਜਦੋਂ ਉਹਨਾਂ ਨੇ ਤਸਵੀਰ ਲਾਈ। ਗੱਲ ਸੁਣ ਉਹਨਾਂ ਦੀ ਗੱਲ ਹੁਣ ਸੁਣ ਲਵੇ। ਬਹੁਤ ਜਲਦੀ ਤੁਸੀਂ ਫੈਸਲਾ ਕਰਦੇ ਹੋ। ਜਿਹੜਾ ਬੰਦਾ ਇੱਕ ਆਲਮ ਜਈਦ ਹੁੰਦਾ ਹੈ ਨਾ, ਉਹਨੂੰ ਇੰਨੀ ਜਲਦੀ ਚ ਕੋਈ ਫੈਸਲਾ ਕਰਨਾ ਨਹੀਂ ਚਾਹੀਦਾ। ਮੈਂ ਕਿਉਂ ਇੱਥੋਂ ਲੱਥਾ ਵਾਂ, ਉਹਦੀ ਵਜ੍ਹਾ ਰਜਾ ਸਾਹਿਬ ਤੁਹਾਨੂੰ ਖੁਦ ਹੀ ਦੱਸ ਦੇਣੀ ਚਾਹੀਦੀ ਕਿ ਰਾਤ ਮੈਨੂੰ ਵਾਪਸ ਆ ਕੇ। ਉਹ ਆਲਰੇਡੀ ਮੈਨੂੰ ਕਹਿ ਚੁੱਕੇ ਸਨ ਕਿ ਮੈਂ ਜ਼ਰਾ ਬਿਜ਼ੀ ਹਾਂ ਤੇ ਮੈਂ ਜਾ ਰਿਹਾ। ਤੇ ਠੀਕ ਹੋ ਗਿਆ ਮਿਸਟਰ ਐਕਸ ਸਾਹਿਬ, ਅਗਰ ਇਹ ਮਸਲਾ ਸੀ ਤੇ ਮੈਂ ਆਪਣੇ ਮੈਂ ਮਾਜ਼ਰਤ ਚਾਹੁੰਦਾ ਤੁਹਾਡੇ ਕੋਲ। ਮੈਂ ਜਿਹੜੇ ਤੁਹਾਡੇ ਬਾਰੇ ਨਹੀਂ ਮੈਂ ਤੁਹਾਡੇ ਬਾਰੇ ਜੋ ਅਲਫਾਜ਼ ਕਹੇ ਨੇ ਅਲਫਾਜ਼ ਵੀ ਵਾਪਸ ਲੈਣਾ ਤੇ ਮੈਂ ਤੁਹਾਡੇ ਕੋਲ ਮਾਜ਼ਰਤ ਵੀ ਕਰਦਾ ਆਪਣੇ ਅਲਫਾਜ਼। ਜ਼ਿਆ ਭਾਈ ਮੈਂ ਕਿਹਾ ਜਨਾਬ ਮੈਂ ਮਾਜ਼ਰਤ ਕਰ ਰਿਹਾ ਤੁਹਾਡੇ ਕੋਲ। ਐਸਾ ਬੀਜ मैं समझ गया, लेकिन वो पूरा पॉइंट क्लियर कर लेने मतलब ये ना कि ਇਹਦੇ ਵਜ੍ਹਾ ਤੋਂ ਮਸਾਇਲ ਬੜੇ ਅੱਗੇ ਵੱਧਦੇ ਜਾਂਦੇ ਨੇ, ਫਿਰ ਬੰਦਾ ਨਾ ਇੱਕ ਦੂਜੇ ਤੋਂ ਦੂਰ ਹੋ ਜਾਂਦਾ। ਠੀਕ, ਬਸ ਇਹ ਮੈਨੇ ਤੁਸੀਂ ਵੱਡੇ ਭਰਾ ਮੈਨੂੰ 10 ਵਾਰ ਵੀ ਹੋ ਰੱਖੋਗੇ ਨਾ, ਲੇਕਿਨ ਬਾਜ਼ਣੀ ਨਹੀਂ ਹੋਣੀ ਚਾਹੀਦੀ। ਤੁਸੀਂ ਮੈਨੂੰ ਗਾਲਾਂ ਕੱਢ ਲਓ ਕੋਈ ਗੱਲ, ਲੇਕਿਨ ਥੋੜੀ ਬਾਜ਼ਣੀ ਨਹੀਂ ਹੋਣੀ ਚਾਹੀਦੀ ਬੰਦੇ ਦੀ। ਕਿਸੇ ਦੇ ਕੈਰੈਕਟਰ ਤੇ ਗੱਲ ਨਹੀਂ ਪਲੀਜ਼ ਕਰਨੀ। ਮੈਂ ਗਾਲਾਂ ਨਹੀਂ ਤੁਹਾਨੂੰ ਕਿਹਾ, ਮੈਂ ਤੁਹਾਨੂੰ ਮੁਨਾਫਿਕ ਕਿਹਾ ਵਾ ਤੇ ਉਹ ਮੈਂ ਆਪਣੇ ਅਲਫਾਜ਼ ਵਾਪਸ ਲੈ ਲੈਣੇ। ਤੁਸੀਂ ਕਿਸੇ ਹੋਰ ਵਜ੍ਹਾ ਤੋਂ ਗਏ ਸੀ। ਮੇਰੇ ਨਜ਼ਦੀਕ ਮੈਂ ਮੇਰੇ ਭਾਈ ਹੋ ਤੁਸੀਂ ਮੈਨੂੰ ਆਖ ਵੀ ਲੋ, ਲੇਕਿਨ ਮੇਰੇ ਨਜ਼ਦੀਕ ਇਹ ਵੀ ਸਖਤ ਲਫ਼ਾਜ਼ ਸੀ। ਮੈਂ ਕਿਉਂਕਿ ਤੁਸੀਂ ਮੈਨੂੰ ਕਦੀ ਨਹੀਂ ਸੁਣੋਗੇ ਸਖਤ ਲਫ਼ਜ਼ ਨਹੀਂ ਹੈ, ਇਹ ਗਾਲ ਹੈ। ਮੈਂ ਤੁਹਾਨੂੰ ਖੁਦ ਕਹਿ ਰਿਹਾ ਮੁਨਾਫਿਕ ਕਹਿਣਾ ਅਗਰ ਬੰਦਾ ਨਹੀਂ ਹੈ ਤੇ ਗਾਲ ਅਸੀਂ ਨਹੀਂ ਕੱਢੀ। ਤੇ ਮੈਂ ਤੁਹਾਨੂੰ ਮਾਜ਼ਰਤ ਕਰ ਲਈ ਕਿ ਭਾਈ ਮੈਂ ਆਪਣੇ ਅਲਫਾਜ਼ ਵੀ ਵਾਪਸ ਲੈਣਾ, ਮਾਜ਼ਰਤ ਕਰਦਾ ਤੁਸੀਂ ਆਪਣੇ ਕਿਸੇ ਵਜ੍ਹਾ ਤੋਂ ਗਏ ਸੀ। ਮੈਂ ਕਿਉਂਕਿ ਤੁਹਾਡੇ ਜਾਣ ਦੀ ਵਜ੍ਹਾ ਤੋਂ ਇਹ ਕਮੈਂਟ ਕੀਤੇ ਨੇ ਤੇ ਲਿਹਾਜ਼ਾ ਗੱਲ ਮੁੱਕ ਗਈ। ਬਸ ਹੁਣ ਨਮਾਜ਼ ਦਾ ਟਾਈਮ ਹੈ, ਬਾਕੀ ਗੱਲ ਚਲੋ ਠੀਕ ਹੋ ਗਿਆ, ਠੀਕ ਹੋ ਗਿਆ। ਆਮ ਸੌਰੀ ਜੀ, ਮੇਰੀ ਵਜ੍ਹਾ ਤੋਂ ਮੈਂ ਨਹੀਂ ਦੱਸ ਸਕਿਆ, ਮੈਂ ਨਹੀਂ ਕਨਵੇ ਕਰ ਸਕਿਆ। ਮੈਂ ਨਾ ਜ਼ਰਾ ਇਸ ਤਰ੍ਹਾਂ ਮਿਸ ਅੰਡਰਸਟੈਂਡਿੰਗ ਸ਼ੁਰੂ ਹੁੰਦੀ ਹੈ ਨਾ, ਤੇ ਫਿਰ ਬੰਦਾ ਇੱਕ ਦੋ ਯਾਰ ਕੇ ਇਹ ਰਵਈਏ ਜਿਹੜੇ, ਕਿਉਂਕਿ ਅੱਗੇ ਇਸੇ ਤਰ੍ਹਾਂ ਹੀ ਗੱਲਾਂ ਹੁੰਦੀਆਂ ਨਾ ਕਿ ਗਾਲਾਂ ਬੜੀਆਂ ਕੱਢਦੇ ਨੇ ਹਮੇਸ਼ਾ, ਕੋਈ ਨਾ ਕੋਈ ਉਧਰ ਵੀ ਕੋਈ ਗਿਲਾ ਤਿੱਤਰ ਹੋ ਜਾਂਦਾ, ਕੋਈ ਕਿਸਾ। ਇਸ ਵਾਸਤੇ ਨਾ ਥੋੜਾ ਜਿਹਾ ਅਸੀਂ ਸਰ ਪੂਰਾ ਮੌਕਾ ਦਿੰਦੇ ਆ। ਲਾਮਾ ਸਾਹਿਬ ਕੁਝ ਮੈਨੂੰ ਆਖ ਲੈਣ, ਇਹ ਭਾਈ ਰਿਆਜ਼ ਵੱਡੇ ਨੇ, ਤੁਸੀਂ ਮੇਰੇ ਨਾਲ ਵੱਡੇ ਹੀ ਹੋ ਸਾਰੇ। ਅਸਲ ਖੁਦਾ ਦਾ ਨਾਮ ਜੇ 32 ਸਾਲ ਦਾ ਮੈਂ ਹੀ ਅਜੇ 32। ਤੁਸੀਂ 32 ਦੇ ਹੋ? ਹਾਂਜੀ, ਤੁਸੀਂ 32 ਦੇ ਹੋ ਨਾ? ਹਾਂਜੀ। ਤੁਸੀਂ ਮੇਰੇ ਨਾਲ ਵੱਡੇ ਹੋ ਨਾ ਕਰੋ ਜੀ।
ਜੀ ਤੁਸੀਂ ਮੇਰੇ ਨਾਲ ਵੱਡੇ ਹੋ। ਕੀ ਏਜ ਹੈ ਤੁਹਾਡੀ? ਮੈਂ ਤਕਰੀਬਨ ਕੋਈ ਸਾਲ ਕੁ ਦਾ ਫਰਕ ਹੈ ਤੁਹਾਡਾ ਨਾਲ। ਚਲੋ ਫਿਰ ਤੁਸੀਂ ਛੋਟੇ ਭਾਈ ਹੋ, ਲੇਕਿਨ ਇਹ ਵੇ ਕਿ ਤੁਸੀਂ ਸਾਰੇ ਵੀ ਮਤਲਬ ਡਰਾ ਲੋਗੇ, ਡਾਂਟ ਲੋਗੇ ਮੈਨੂੰ ਵੈਸੇ ਉਹ ਕੁਛ ਵੀ ਨਹੀਂ ਲੇਕਿਨ ਨਹੀਂ, ਅੱਲਾ ਮਾਫੀ ਦੇ, ਅੱਲਾ ਮਾਫੀ ਦੇ। ਸਾਡੇ 'ਚ ਇੱਕ ਇੱਥੇ ਸਲਾਹ ਵਾਸਤੇ ਬੈਠੇ ਆ, ਜਿਹੜੀ ਚੀਜ਼ ਸਾਡੇ ਵਿੱਚ ਤੁਹਾਨੂੰ ਬੁਰੀ ਲੱਗਦੀ ਤੁਸੀਂ ਕਹਿ ਸਕਦੇ ਹੋ, ਇਹ ਕਿਹੜੀ ਗੱਲ। ਅੱਲਾ ਮਾਫੀ ਦੇ, ਇਹ ਤੇ ਕੋਈ ਵੱਡਾ ਜਾਂ ਛੋਟਾ ਨਹੀਂ ਹੈ, ਸਿਰਫ ਉਸਤਾਦ ਦਾ ਇੱਕ ਰੁਤਬਾ ਹੈ। ਬੇਸ਼ੱਕ ਸਰ ਤੁਸੀਂ ਬੇਸ਼ੱਕ ਜਾ ਸਕਦੇ ਹੋ, ਮੈਂ ਮਾਦਰ ਚਾਹਨਾ ਮੈਂ ਕਨਵੇ ਕਰ ਸਕਦਾ ਤੁਹਾਡੇ ਮੈਂ। ਓਕੇ ਫੀ ਮਾਨ ਅੱਲਾ ਜੀ। मलिक इमरान साहब की हाल चाल ने, ठीक हो? ਮਲਕ ਇਮਰਾਨ ਅੱਜ ਕੱਲ ਵਿਆਹ ਦੀਆਂ ਤਿਆਰੀਆਂ 'ਚ ਮਸਰੂਫ ਹੈ ਤੇ ਹੋਰ ਕੋਈ ਮਸਲਾ ਨਹੀਂ। ਮਿਊਟ ਲਾ ਕੇ ਤੇ ਪਤਾ ਨਹੀਂ ਕਿੱਥੇ ਕਿੱਥੇ ਲੱਗਾ ਰਹਿੰਦਾ। पाकिस्तान ने, पाकिस्तान शादी ਨਹੀਂ ਨਹੀਂ ਪਾਕਿਸਤਾਨ। ਅਗਰ ਵਸੀਮ ਭਾਈ ਮਾਰਨਾ ਜੇ ਤੇ ਸ਼ੇਰ ਮਾਰੋ, ਇਹ ਕੀ ਤੁਸੀਂ 20 ਫੁੱਲ ਮਾਰ ਦਿੰਦੇ ਹੋ ਮੈਨੂੰ। ਪਾਕਿਸਤਾਨ ਨਹੀਂ ਨੇ, ਇਹ ਫਰਾਂਸ। ਆ ਤੁਹਾਡਾ ਭਲਾ ਹੋ ਜਾਏਗਾ। 1000 ਦਾ ਫਿਗਰ ਚਾਹੀਦਾ ਮੈਨੂੰ। फ्रांस, फ्रांस अच्छा। ਹਾਂਜੀ ਪੈਰਿਸ ਹੁੰਦੇ ਨੇ, ਪੈਰਿਸ। ਆਪਣਾ ਟਾਂਗਾ ਨੇ, 2 ਘੋੜੇ ਰੱਖੇ ਨੇ ਮਾਸ਼ਾਅੱਲਾ, ਚੰਗੇ ਟਾਂਗਾ ਚਲਾਉਂਦੇ, ਯਾਨੀ ਕਿ ਸਵਾਰੀਆਂ ਪੂਰੀਆਂ ਲੱਭ ਜਾਂਦੀਆਂ ਨੇ ਇਹਨਾਂ ਨੂੰ। टांगे तो की मुराद है, वाकई टांगा या कि कोई और? नहीं वाकई टांगा नहीं, मर्सिडीज रखी सू S200। लफ्ज टांगा है ना, टांगा ते लफ्ज नहीं ना। नहीं ਅਸੀਂ ਹੁਣ ਪੰਜਾਬੀ ਆ, ਅਸੀਂ ਤਾਂ ਟਾਂਗਾ ਹੀ ਕਹਿਣਾ ਨਾ। ਉਂਝ ਵੈਸੇ ਤਾਂਗਾ ਹੈ, ਤਾਂਗਾ। हाँ टांगा है। ਮੈਨੂੰ ਤੇਰੀਆਂ ਨੇ ਯਾਨੀ ਕਿ ਉਹ ਨਹੀਂ ਹੈ ਤਾਂਗਾ, ਤਾਂਗਾ। यानी कि गड्डी रखी हुई है। ਹਾਂਜੀ ਗੱਡੀ ਰੱਖੀ ਹੋਈ ਹੈ, ਇਸੇ ਵਜ੍ਹਾ ਤੋਂ ਰਿਸ਼ਤਾ ਲੱਭ ਰਿਹਾ ਨਾ, ਗੱਡੀ ਰੱਖੀ ਸੂ। अच्छा अच्छा अच्छा। और सड़ गया ही थले, मौलवी सड़ गई। ओ माय गुडनेस, ਇਹਨੂੰ ਕਹਿੰਦੇ ਜੇ ਮੁਹੱਬਤਾਂ। गैलेक्सीज आ गई है। ਗਲੈਕਸੀਜ਼ ਵੱਜ ਗਈ ਏ। अबू बकर मीर भाई चेक करो, और चेक करो साडी। जे अलामा साहब आ गए ना, आके आखना तेरे उत्ते क्यों 1000 फुल वजे ने। अच्छा तुसी हिस्ट्री दे बारे कोई गल कर रहे सो कि यानी कि मुकम्मल तौर ते पढ़े को नहीं है इस चीज में? नहीं मसलन के सब्जेक्ट दे तौर ते जिस तरह बंदे नॉर्मली पढ़ स्टूडेंट पढ़ते हैं ग्रेजुएशन तक, उस तरीके नाल यानी कि हिस्ट्री, इस्लामिक हिस्ट्री पहला पार्ट हुंदा है, सैकंड पार्ट पहला इस्लामिक दा सी, दूसरा इंडो पाक दा सी। तो वैसे जनरली बंदा जिस तरीके नाल सुनदा पढ़दा रहिंदा है वही है, और स्पेशलाइजेशन हिस्ट्री च नहीं है अपनी। लेकिन ठीक है, जिन्ना क आम मामूल के मुताबिक मालूमात चाहिए होंगी उन्नी क है। बाकी जिस तरीके ना मजहब नूं, जिस तरह अलामा साहब ने मजहब इन्होंने स्टडी किया है, मरज़इयत नूं इन्होंने तो एक वक्त स्पेंड किया है, बल्कि ना सिर्फ पढ़िया है बल्कि एनालिसिस किया है, एनालिसिस बजरिया डिबेट्स किया है। यानी कि एक चीज़ का हर जाविये तो इन्होंने स्टडी की हुई है, यानी कि एनालिसिस किया है। आप बिल्कुल है, यानी कि ਅਸੀਂ ਹੁਣ ਜੇ ਮੈਂ ਪੜਨ ਦਵਾਂਗਾ ਨਾ ਤੇ ਮੈਂ ਸਿਰਫ ਲਫ਼ਜ਼ ਪੜ੍ਹ ਕੇ ਤੇ ਉਹਨੂੰ ਬਸ ਛੱਡ ਦਿਆਂਗਾ, ਲੇਕਿਨ ਇਹਨਾਂ ਲਫ਼ਜ਼ ਪੜ੍ਹ ਕੇ ਔਰ ਉਹਨਾਂ ਲਫ਼ਜ਼ਾਂ ਦੇ ਜਿਹੜੇ ਜਿਹੜੇ ਮਾਨੀ ਨਿਕਲਦੇ ਨੇ ਉਹਨੂੰ ਡਿਸਕਸ ਕਰਕੇ ਕਿਸ ਜਗ੍ਹਾ ਤੱਕ ਪਹੁੰਚੇ ਨੇ। पहले सवाल आप करना, फिर उस सवाल का बदल लभना, फिर उनका रद्द लभना, यानी कि एक डिबेटेबल सिचुएशन। यानी कि एक इंसान जो किसी भी डिबेट्स की तैयारी करता है तो पहले क्वेश्चन खुद रेज करता है कि आया कि किहड़े सवालात किए जा सकते हैं, फिर उनके तो बाद जो अपनी जात सैटिस्फैक्शन हो जाए तो फिर दूसरे नाल डिबेट करे तो कुछ ऐसे पहलू भी सामने आ जाते हैं जिहड़े तुसीं नहीं जिन्हां ते गौर कीता हुंदा। अच्छा मैं ਤੁਹਾਨੂੰ ਇੱਕ ਚੀਜ਼ ਦੱਸਾਂ ਕਿ ਸਟੱਡੀ ਤੇ ਹੁੰਦੀ ਹੈ, ਬੰਦਾ ਪੜ੍ਹਦਾ ਤੇ ਹੈ, ਲੇਕਿਨ ਜਿਹੜਾ ਮੈਥ ਪੜ੍ਹਦਾ ਹੋਏਗਾ ਨਾ, ਜਿਹੜਾ ਮੈਥ ਨੂੰ ਜਾਣਦਾ ਹੈ,
ਜਿਹੜਾ ਮੈਥ ਦੇ ਉੱਤੇ ਪੂਰਾ ਬੂਰ ਰੱਖਦਾ, ਠੀਕ ਹੈ, ਉਹ ਹਰ ਜ਼ਾਵੀਏ ਤੇ ਸਵਾਲ ਕੱਢ ਸਕਦਾ ਜੀ। ਮੇਰਾ ਨਹੀਂ ਖਿਆਲ ਕਿ ਮੈਥ ਦਾ ਇਹਦੇ ਨਾਲ ਕੋਈ ਐਡਾ ਬੜਾ ਵੱਡਾ ਰਿਲੇਟ ਹੈ, ਬਹੁਤ ਵੱਡਾ ਰਿਲੇਟ ਹੈ। ਮਸਲਾ ਮਸਲਨ ਇਹ ਵੇ ਕਿ ਸਵਾਲ ਇੱਕ ਚੈਪਟਰ ਹੋਇਆ ਅਲਜਬਰਾ, ਬੜਾ ਈਜ਼ੀ ਸਬਜੈਕਟ ਹੈ ਮੈਥ ਦਾ, ਸ਼ਾਇਦ ਤੁਹਾਨੂੰ ਲੱਗਦਾ ਹੋਵੇ ਜਾਂ ਨਾ ਲੱਗਦਾ ਹੋਵੇ। ਉਹਦੇ ਵਿੱਚ ਕੋਈ ਫਾਰਮੂਲਾਜ਼ ਯੂਜ਼ ਹੁੰਦੇ ਨੇ, ਉਹਦੇ ਵਿੱਚ ਜਿਹੜਾ ਸਵਾਲ ਹੁੰਦਾ ਨਾ, ਉਹ ਸਵਾਲ ਨੂੰ ਸੋਲਵ ਕਰਨ ਵਾਸਤੇ ਨਾ ਤੁਹਾਨੂੰ ਮੁਖਤਲਿਫ ਜਗ੍ਹਾ ਤੇ ਮੁਖਤਲਿਫ ਫਾਰਮੂਲੇ ਲਾਣੇ ਪੈਂਦੇ ਨੇ। ਬੇਸਿਕਲੀ ਤਾਂ ਇੱਕ ਸਵਾਲ ਹੁੰਦਾ, ਲੇਕਿਨ ਇੱਕ ਬੜੀ ਵੱਡੀ ਪ੍ਰੈਕਟਿਸ ਹੁੰਦੀ ਹੈ ਕਿ ਉਹਦੇ ਵਿੱਚੋਂ ਇੰਟ ਕੱਢਣੇ, ਯਾਨੀ ਕਿ ਲਫ਼ਜ਼ ਕੱਢਣੇ, ਨੰਬਰਿੰਗ ਕਰਨੀ, ਨੰਬਰਿੰਗ ਕੱਢ ਕੇ ਅੱਗੋਂ ਉਹਨੂੰ ਅਪਲਾਈ ਕਰਨਾ, ਅਪਲਾਈ ਕਰਕੇ ਫਿਰ ਅੱਗੋਂ ਅਪਲਾਈ ਕਰਨਾ। ਉਹਦੇ 4 ਤੋਂ 5 ਸਟੈਪ ਹੁੰਦੇ ਨੇ ਜਿਹਦੇ ਅਲਜਬਰਾ ਦੇ ਵਿੱਚ ਉਹ ਐਂਡ ਦੇ ਉੱਤੇ ਆ ਕੇ ਆਨਸਰ ਨਿਕਲਦੇ, ਤੁਹਾਨੂੰ ਪਤਾ ਹੈ। ਨਹੀਂ, ਲੇਕਿਨ ਦੇਖੋ ਨਾ ਕਿ ਮੈਥ ਦੇ ਜਿਹੜੇ ਨੇ ਨਾ 2+2 ਦਾ ਪ੍ਰਿੰਸੀਪਲ ਚੱਲਦਾ ਹੈ, ਜੋ ਉਹਦੇ ਵਾਸਤੇ ਫਾਰਮੂਲਾ ਫਿੱਟ ਹੋ ਗਿਆ ਉਹਦੇ ਤੁਸੀਂ ਡਾਇਵਰਟ ਨਹੀਂ ਕਰ ਸਕਦੇ, ਠੀਕ ਹੈ ਨਾ। ਹੁਣ 100 ਬੰਦਾ ਵੀ 2+2 ਕਰ ਮਤਲਬ ਕਿ 2+2 ਦਾ ਅਗਰ ਉਹਨਾਂ ਨੇ ਇਕੁਐਲਿਟੀ ਦੇਣੀ ਹੈ ਤੇ 100 ਬੰਦੇ ਕੇ ਵੀ ਪੇਪਰ ਹੋਏਗਾ ਤੇ ਉਹਦਾ ਆਨਸਰ 4 ਹੀ ਆਏਗਾ। ਲੌਜਿਕ ਔਰ ਫਿਲਾਸਫੀ ਦੇ ਵਿੱਚ, ਜਿਹਨੂੰ ਐਨਾਲਿਸਿਸ ਕਹਿੰਦੇ ਨੇ ਕਿਸੇ ਵੀ ਸਿਸਟਮ, ਕਿਸੇ ਵੀ ਐਜੂਕੇਸ਼ਨ 'ਚ, ਉਹ ਡਿਬੇਟਸ ਦਾ ਹਿੱਸਾ ਹੈ। ਲੌਜਿਕ ਔਰ ਫਿਲਾਸਫੀ ਦੇ ਵਿੱਚ ਤੁਸੀਂ ਇੱਕ ਸਵਾਲ ਦੇ 100 ਆਨਸਰ ਦੇ ਸਕਦੇ ਹੋ, ਠੀਕ ਹੈ ਨਾ। ਮੈਥ ਮੈਂ ਸਵਾਲ ਦਾ ਜਵਾਬ ਨਹੀਂ ਕਹਿ ਰਿਹਾ, ਮੈਂ ਸਵਾਲ ਦਾ ਜਵਾਬ ਨਹੀਂ ਕਹਿ ਰਿਹਾ। ਸਵਾਲ ਤਹਿਰੀਰ ਲਿਖੀ, ਇੱਕ ਨੰਬਰਿੰਗ ਲਿਖੀ, ਉਹਦੇ ਵਿੱਚੋਂ ਉਹਨੂੰ ਕੈਲਕੂਲੇਟ ਕਰਕੇ ਔਰ ਉਹਨੂੰ ਅੱਗੇ ਅਪਲਾਈ ਕਰਨਾ। ਮੈਂ ਉਹਨੂੰ ਚੀਜ਼ ਕਹਿ ਲਓ ਕਿ ਤੁਸੀਂ ਕਹਿਣਾ ਚਾਹ ਰਹੇ ਹੋ ਕਿ ਇਨਸਾਨ ਨੂੰ ਸੋਚਣ ਦਾ ਜਾਂ ਗੌਰ ਕਰਨ ਦਾ ਇੱਕ ਰਿਹਰਸਲ ਹੋਣੀ ਚਾਹੀਦੀ ਹੈ, ਇਹ ਕਹਿਣਾ ਚਾਹ ਰਹੇ। ਲੇਕਿਨ ਜਿਹੜੇ ਵੀ ਲੋਕ ਡਿਬੇਟਸ ਵਗੈਰਾ 'ਚ ਜਾਂਦੇ ਨੇ ਜਾਂ ਡਿਬੇਟ ਸੁਣਦੇ ਨੇ, ਉਹਨਾਂ ਦਾ ਕਮ ਸੇ ਕਮ ਇੰਨਾ ਕੁ ਵਿਜ਼ਨ ਹੋ ਜਾਂਦਾ ਹੈ ਕਿ ਉਹ ਸਵਾਲ ਪੈਦਾ ਕਰ ਸਕਦੇ ਨੇ। ਵੈਸੇ ਵੀ ਆਮ ਲੋਕ ਵੀ ਸਵਾਲ ਪੈਦਾ ਕਰ ਹੀ ਲੈਂਦੇ ਨੇ। हाँ जी विकास साहब की हाल है? वालेकुम अस्सलाम, कैसे हैं आप? मैं तो यार पोस्टर देख के आए हैं, केड़ी जंग चल रही है? जंग बस सवाल पूछा है, ये तीनों हरामी जानी है, इनको हलाल ज़्यादा साबित करो। और नहीं, ये कोई ਇਹਦੇ ਬਾਰੇ ਕੋਈ एविडेंस है कि तीनों ने ਜਿਹੜਾ ਹੈ ਤਿੰਨਾਂ ਤੇ ਕੋਈ ਜ਼ਨਾ ਦਾ ਕੇਸ ਹੋਵੇ? एविडेंस बड़े बड़े पे हैं, डिस्कशन होएगी बकायदा ब्रॉड ला के। नहीं, ऐसा कोई सीन नहीं है। सिर्फ ਉਹ ਥੱਲੇ ਇੱਕ ਤੁਸੀਂ ਕਾਰਨਰ ਤੇ ਵੇਖੋਗੇ ਤੇ ਆਮਰ ਭਾਈ ਦੇ ਔਰ ਉਹਨਾਂ ਦੇ ਬਜ਼ੁਰਗਾਂ ਦੀ ਤਸਵੀਰ ਲਾ ਕੇ ਉੱਤੇ ਜਿਹੜੇ ਅਲਫਾਜ਼ ਲਿਖੇ ਨੇ ਉਹਦੇ ਰਿਬਰਟਲ 'ਚ ਇਹ ਚੀਜ਼ ਹੋ ਰਹੀ। ਅੱਛਾ, ਹਾਂਜੀ, ਮਤਲਬ ਇਹ ਟਿਕਟੋਕ ਤੇ ਅਜੀਬ ਇੱਕ ਜੰਗ ਚੱਲ ਰਹੀ ਹੈ। ਜੰਗ ਨਹੀਂ, ਬਸ 1 ਘੰਟੇ ਦਾ ਟਾਈਮ ਉੱਤੇ ਲੱਗਾ ਜੀ, ਸ਼ਾਇਦ ਤੁਹਾਨੂੰ ਟਾਈਮ ਨਜ਼ਰ ਆ ਜਾਏ ਤੇ ਅੱਛਾ ਇਹ ਬਸ ਇੰਨਾ ਕੁ ਕੀਤਾ। ਔਰ ਇਹਨਾਂ ਨੂੰ ਬੜਾ ਵਾਰਨ ਕੀਤਾ, ਬੜੀ ਇਹਨਾਂ ਦੀ ਪਰਸਨਲੀ ਵੀ ਜਾ ਕੇ ਇਹਨਾਂ ਨੂੰ ਮੈਸੇजेस ਇਹ ਵਾਲੀ ਪੋਸਟ ਕਿਹਨੇ ਲਾਈ ਸੀ? ਇਹ ਜਾ ਭਾਈ ਨੇ ਲਾਈ। ਨਹੀਂ, ਜਿਹੜੀ ਉਹ ਦੂਸਰੀ ਹੈਗੀ ਹੈ, ਇਹ ਥੱਲੇ ਫਾਈਟਰ ਨਾਂ ਦਾ ਇੱਕ ਮਰਦਈ ਹੈ, ਨਾਲ ਇੱਕ ਨਾਸਰ ਬੱਟ ਨਾਂ ਦਾ ਮਰਦਈ ਹੈ, ਉਹ ਬਹਿ ਕੇ ਤੇ ਲੱਗੇ ਉਹਨਾਂ ਨੇ ਕਰਨ। ਨਹੀਂ ਠੀਕ ਹੈ, ਫਿਰ ਪਿੱਟ ਦਾ ਜਵਾਬ ਪੱਥਰ। ਉਹ ਪਹਿਲੇ ਤਾਂ ਪਰਸਨਲੀ ਇਹਨਾਂ ਨੂੰ ਵਾਰਨਿੰਗ ਕੀਤਾ ਔਰ ਮੌਕਾ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਨਾ ਯਾਰ ਕਰੋ, ਨਹੀਂ ਅੱਛੀ ਚੀਜ਼ ਹੈ। ਐ ਜੇ ਸਵਾਲ ਤੇ ਆਓ, ਰੱਖੋ ਸਵਾਲ। ਨਹੀਂ ਸਮਝਦਾ ਤੇ ਫਿਰ ਰਿਐਕਸ਼ਨ ਤੇ ਵੇ ਨਾ ਕਿ ਸਾਡਾ ਮੌਜੂ ਹੈ ਤੇ ਨਾ ਕੋਈ ਸਾਡਾ ਇਹ ਵਤੀਰਾ ਬਣਦਾ ਕਰਨ ਦਾ। ਜਿੰਨੀਆਂ ਕੋਈ ਦੀਆਂ ਮਿਰਜ਼ੇ ਦੀਆਂ ਤਜ਼ਾਦਾਤ ਨੇ, ਜਿੰਨਾ ਕੋਈ ਉਹਨਾਂ ਦੀ ਕਿਤਾਬਾਂ ਦੇ ਵਿੱਚ ਗੰਦ ਹੈ, ਅਗਰ ਉਹਨੂੰ ਡਿਸਕਸ ਕੀਤਾ ਜਾਏ ਤੇ ਮੇਰੇ ਖਿਆਲ ਹੈ ਤਸਵੀਰਾਂ ਨਾਲੋਂ ਭਾਰੀ ਚੀਜ਼ ਹੋਏਗੀ। ਹਾਂ ਬਿਲਕੁਲ, ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਇਲਮੀ ਜਵਾਬ ਜਿਹੜਾ ਹੈ ਉਹ ਥੱਪੜ ਜਾਂ ਗੋਲੀ ਤੋਂ ਜ਼ਿਆਦਾ ਜਿਹੜਾ ਉਹ ਵਜ਼ਨੀ ਹੁੰਦਾ ਹੈ, ਕਿਉਂਕਿ ਉਹਦੀ ਤਾਸੀਰ ਜ਼ਿਆਦਾ ਹੁੰਦੀ ਹੈ। ਅੱਜ ਕੱਲ੍ਹ ਮਲਕ ਵਾਣ ਸਾਹਿਬ ਨਾਲ ਨਹੀਂ ਮੈਂ ਵੇ। ਹਾਂਜੀ ਆਮਰ ਭਾਈ ਆ ਗਏ। अस्सलाम वालेकुम। वालेकुम वालेकुम अस्सलाम वालेकुम। वालेकुम अस्सलाम। क्या कह रहे थे नजब भाई? नहीं वही कह रहे थे कि रिएक्शन थी लाई है। आमिर भाई आ गए ना, तो तफसील दस फिर ला देते जे
ਬਈ ਹੁਣ ਤੁਸੀਂ ਜਾ ਭਾਈ ਅੱਛਾ ਜੀ ਜੀ ਅੱਛਾ ਬੋਲੇ। ਵਿਕਾਸ ਭਾਈ, ਗੱਲ ਇਹ ਹੈ ਕਿ ਜਦੋਂ ਬੰਦੇ ਕੋਲੇ ਦਲਾਇਲ ਖਤਮ ਹੋ ਜਾਣ ਨਾ, ਤੇ ਫਿਰ ਆਮ ਤੌਰ ਤੇ ਮਸ਼ਹੂਰ ਗੱਲ ਹੈ ਕਿ ਫਿਰ ਉਹ ਗਾਲਮ ਗਲੋਚ ਤੇ ਉਤਰ ਆਉਂਦਾ ਹੈ। ਸਹੀ ਗੱਲ। ਤੇ ਜਦੋਂ ਗਾਲਮ ਗਲੋਚ ਤੁਮੀ ਉਹ ਬੰਦੇ ਦਾ ਨਾ ਪੇਟ ਭਰੇ ਤੇ ਫਿਰ ਉਹ ਤਸਵੀਰਾਂ ਲਾਉਣ ਤੋਂ ਉਤਰ ਆਉਂਦਾ ਹੈ। ਕਿਉਂਕਿ ਕਾਦੀਆਨੀਅਤ ਕੋਲੇ ਦਲੀਲ ਹੈ ਹੀ ਨਹੀਂ ਸਿਰੇ ਤੋਂ, ਪਹਿਲੇ ਦਿਨ ਤੋਂ। ਤੇ ਇਹ ਗਾਲਮ ਗਲੋਚ ਤੇ ਪਹਿਲੇ ਦਿਨ ਤੋਂ ਇਹਨਾਂ ਦਾ ਇਸ਼ਾਰ ਰਿਹਾ ਦਲਾਇਲ ਦੇ ਫੁਕਦਾਨ ਦੀ ਵਜ੍ਹਾ ਤੋਂ। ਤੇ ਹੁਣ ਫਿਰ ਉਹ ਮੇਰਾ ਖਿਆਲ ਹੈ ਉਸ ਤੋਂ ਹੀ ਉੱਪਰ ਚਲੇ ਗਏ ਨੇ, ਅਗਲੇ ਗ੍ਰੇਡ ਤੇ ਚਲੇ ਗਏ ਨੇ। ਹੁਣ ਉਹ ਤਸਵੀਰਾਂ ਲਾ ਕੇ ਲੋਕਾਂ ਦੇ ਮਾਂ-ਬਾਪ ਦੀਆਂ, ਲੋਕਾਂ ਦੀਆਂ ਬੇਟੀਆਂ ਦੀਆਂ, ਲੋਕਾਂ ਦੀਆਂ ਮਾਵਾਂ ਭੈਣਾਂ ਦੀਆਂ, ਹੁਣ ਉਹ ਇਸ ਹੱਦ ਤੱਕ ਗਿਰ ਚੁੱਕੇ ਨੇ। ਤੇ ਚਲੋ ਕੋਈ ਗੱਲ ਨਹੀਂ, ਅਗਰ ਉਹ ਇਹ ਚਾਹੁੰਦੇ ਨੇ ਤੇ ਉਹਨਾਂ ਨੂੰ ਕੱਲ ਵੀ ਕਿਹਾ ਸੀ, ਪਰਸੋਂ ਵੀ ਕਿਹਾ ਸੀ ਕਿ ਜੇ ਇਹਦੇ ਨਾਲ ਮੁਕਾਬਲਾ ਜਿੱਤਣਾ ਤੇ ਇਹਦੇ ਨਾਲ ਜਿੱਤ ਕੇ ਵੇਖ ਲਓ। ਲੇਕਿਨ ਬਹਰਹਾਲ ਉਹ ਦੂਜੇ ਦੀ ਸ਼ਰਾਫਤ ਨੂੰ ਕਮਜ਼ੋਰੀ ਸਮਝਦੇ ਨੇ ਨਾ। ਪਰ ਉਹਨਾਂ ਦੀ ਨਜ਼ਰ 'ਚ ਅਗਰ ਕੋਈ ਬੰਦਾ ਇੱਟ ਦਾ ਜਵਾਬ ਪੱਥਰ ਨਾਲ ਨਹੀਂ ਦਿੰਦਾ ਤੇ ਉਹ ਕਮਜ਼ੋਰ ਹੈ, ਬੁਜ਼ਦਿਲ ਹੈ। ਬਸ ਐਸੇ ਗਲਤਫਹਿਮੀ 'ਚੋਂ ਮੁਬਤਲਾ ਹੋ ਕੇ ਅੱਗੇ ਵੀ ਅੱਜ ਤੱਕ ਨੁਕਸਾਨ ਉਠਾਉਂਦੇ ਲੱਗੇ ਆਏ ਨੇ। ਤੇ ਅੱਗੋਂ ਵੀ ਉਹਨਾਂ ਦਾ ਅਗਰ ਇਹ ਪ੍ਰੋਗਰਾਮ ਹੈ ਤੇ ਜਾਰੀ ਰੱਖਣ ਦੋ ਨੇ, ਕੰਮ ਲਾਉਣ ਦਿਓ ਨੇ, ਤਸਵੀਰਾਂ ਉਹਨਾਂ ਨੂੰ ਆਖੋ ਖਿੱਚ ਕੇ ਰੱਖੋ ਕੰਮ ਨੂੰ। ਨਹੀਂ, ਮੈਂ ਸਮਝਦਾ ਜਿਹੜਾ ਤੁਸੀਂ ਉਹ ਇੱਕ ਇਲਮੀ ਰੱਦ ਕਰ ਰਹੇ ਹੋ ਉਹ ਬਹੁਤ ਜ਼ਿਆਦਾ ਬਿਹਤਰ ਆ ਐਜ਼ ਕੰਪੇਅਰ ਟੂ ਕਿ ਮਤਲਬ ਅਗਰ ਉਹ ਵੀ ਗੰਦੇ ਡਿੱਗਣਗੇ ਤਾਂ ਤੁਸੀਂ ਵੀ ਆਪਣੇ ਆਪ ਨੂੰ ਜਿਹੜਾ ਉਸੇ ਗੰਦੇ 'ਚ ਲਪੇਟੋ। ਉਸ ਤੋਂ ਕਈ ਬਿਹਤਰ ਹੈ ਕਿ ਤੁਸੀਂ ਉਹਨਾਂ ਦੇ ਜਿਹੜੇ ਹਵਾਲਾ ਜਾਤ ਨੇ ਮਿਸਗਾਈਡਡ ਨੇ ਤੇ ਉਹਨਾਂ ਨੂੰ ਗਾਈਡ ਕਰੋ, ਅੱਛੇ ਤਰੀਕੇ ਦੇ ਨਾਲ ਉਹਨਾਂ ਨੂੰ ਦੱਸੋ। ਕਾਲ ਆ ਗਈ ਨੇ। ਬਾਕੀ ਇਹ 33-40 ਕਿਹੜੀ ਕਿਤਾਬ ਦੀ ਹਦੀਸ ਹੈ? ਨਹੀਂ ਹਦੀਸ ਨੇ, ਕੁਰਾਨ ਦੀ ਆਇਤ। ਕੁਰਾਨ ਦੀ ਆਇਤ। ਅੱਛਾ, ਚਾਲੀ ਕੁਰਾਨ ਦੀ ਆਇਤ ਹੈ, 33 ਨੰਬਰ ਸੂਰਤ ਦੀ 40 ਨੰਬਰ ਆਇਤ ਹੈ। ਤੇ ਆਪਣਾ ਵਿਕਾਸ ਭਾਈ, ਮਾਂ ਕਾਨਾ ਮੁਹੰਮਦ ਅਬਾ ਅਹਦ ਮਿਨ ਰਿਜਾਲਿकुम ओला के रसूल अल्लाह नजफ तो कीता कि जिन तू एक हज़ार गिफ्टिंग होगी ज़ोहरान दे दौरान ही ओए ओए की आया जे ਇਹ ਜੀ ਨਾਸਰ ਬੱਟ ਹੈ। ਮੈਨੂੰ ਵੱਡਾ ਕਰਨਾ, ਜ਼ਰਾ ਐਕਸਪੈਂਡ ਕਰਨਾ। ਇਹ ਜੀ ਉਹ ਨਾਸਰ ਬੱਟ ਗਾਲੀਬਾਜ਼ ਜਿਹੜਾ ਬਰਾਡਾਂ ਤੇ ਬਹਿ ਕੇ ਲੋਕਾਂ ਨੂੰ ਗਾਲੀਆਂ ਦੇ ਰਿਹਾ ਨਾ, ਇਹ ਜੇ ਨਾਸਰ ਬੱਟ, ਇਹ ਦੇਖਣ 'ਚ ਪਤਾ ਲੱਗਦਾ ਹੈ ਕਿ ਬਿਮਾਰ ਆਦਮੀ ਹੈ ਔਰ ਇਹਨੂੰ ਕਿਸੇ ਡਾਕਟਰ ਨੂੰ ਜਾ ਕੇ ਆਪਣੀ ਮਤਲਬ ਦਵਾਈ ਸ਼ਵਾਈ ਲੈਣੀ ਚਾਹੀਦੀ ਹੈ। ਲੋਕਾਂ ਦੇ ਮਾਂ-ਬਾਪ ਦੀਆਂ ਤਸਵੀਰਾਂ ਲਗਾ ਕੇ, ਲੋਕਾਂ ਦੀਆਂ ਔਰਤਾਂ ਨੂੰ ਗਾਲਾਂ ਦੇ ਕੇ, ਤਸਵੀਰਾਂ ਲਗਾ ਕੇ ਇਹ ਕਾਦੀਆਨੀਅਤ ਨੂੰ ਇੰਝ ਹੁਣ ਫਤਹ ਯਾਬ ਕਰਵਾਉਣਾ ਚਾਹੁੰਦਾ। ਇਹ ਉਹ ਬਿਮਾਰ ਆਦਮੀ ਜੀ। ਅਸੀਂ ਇਹਨੂੰ ਅਵਾਇਡ ਕਰਦੇ ਆ ਰਹੇ ਹਾਂ ਨਾ, ਤਕਰੀਬਨ 1.5-2 ਸਾਲ ਤੋਂ ਇਹ ਕੰਮ ਕਰੀ ਆ ਰਿਹਾ, ਤਸਵੀਰਾਂ ਲਾ ਰਿਹਾ। ਇੱਕ ਦੋ ਵਾਰੀ ਇਹਦੇ ਜਾ ਕੇ ਭਰਾਵਾਂ ਨੇ ਇਹਨੂੰ ਰੋਕਿਆ, ਪਤਾ ਨਹੀਂ ਉਹ ਵੀ ਇਹਦੇ ਵਿੱਚ ਸ਼ਾਮਲ ਨੇ, ਮੁਲਵਸ ਨੇ। ਜਿਸ ਤਰ੍ਹਾਂ ਉਹ ਪਿੰਡਾਂ 'ਚ ਨਹੀਂ ਹੁੰਦਾ ਕਿ ਕਿਸੇ ਕੰਨ ਟੁੱਟੇ ਨੂੰ ਅੱਗੇ ਕਰਕੇ ਉਹਦੇ ਕੋਲੋਂ ਤੁਹਾਨੂੰ ਗਾਲਾਂ ਪਵਾ ਕੇ ਸ਼ੁਰਫਾ ਨੂੰ ਤੇ ਕਹਿ ਦੇਣਾ ਕਿ ਬਈ ਇਹ ਜਿਹੜਾ ਇਹ ਬਸ ਮੰਨਦਾ ਨਹੀਂ ਕਿਸੇ ਦੀ, ਥੋੜਾ ਜਿਹਾ ਨਾ ਕਪੱਤਾ ਏ, ਥੋੜਾ ਜਿਹਾ ਜਜ਼ਬਾਤੀ ਏ। ਤੇ ਇਹ ਜਿਹੜੇ ਸ਼ੁਰਫਾ ਨੇ ਉਹ ਬੁੱਕਲ ਮਾਰ ਕੇ ਨਾ, ਝੁੰਬ ਮਾਰ ਕੇ ਪਿੱਛੇ ਖਲੋਤੇ ਹੁੰਦੇ ਨੇ। ਦਰ ਹਕੀਕਤ ਉਹ ਜਿਹੜੇ ਪਿੱਛੇ ਖਲੋਤੇ ਹੁੰਦੇ ਨੇ ਨਾ, ਉਹ ਬੇਸ਼ਰਮ ਲੋਕ ਹੁੰਦੇ ਨੇ। ਉਹੋ ਹੀ ਅਸਲ ਦੇ ਵਿੱਚ ਉਹ ਗਾਲੀਬਾਜ਼ ਨੇ, ਉਹੋ ਹੀ ਉਹ ਗਾਲਾਂ ਪਵਾ ਰਹੇ ਹੁੰਦੇ ਨੇ ਸ਼ੁਰਫਾ ਨੂੰ, ਇਹਨਾਂ ਲੋਕਾਂ ਨੂੰ ਜਿਹੜੇ ਇਸ ਤਲੰਗੇ ਬੰਦੇ ਨੂੰ, ਇਸ ਗੰਦੇ ਬੰਦੇ ਨੂੰ, ਇਸ ਸਾਈਕੋ ਨੂੰ ਰੋਕਦੇ ਨਹੀਂ ਹਨ। ਹਕੀਕਤ ਹੈ ਵੇ। ਵਰਨਾ ਅਗਰ ਉਹ ਇਹਦੇ ਤੋਂ ਬਰਾਤ ਦਾ ਐਲਾਨ ਕਰਨ, ਉਹਦੀ ਹਸੀਅਤ ਕੋਈ ਨਾ ਰਵੇ, ਉਹ ਆਪਣੇ ਸੁਸਾਇਟੀ ਤੋਂ, ਆਪਣੀ ਕਮਿਊਨਿਟੀ ਤੋਂ ਕੱਟ ਆਫ ਹੋ ਜਾਏ, ਤੇ ਫਿਰ ਉਹਨੂੰ ਕੋਈ ਬੰਦਾ ਨਜ਼ਰਅੰਦਾਜ਼ ਕਰੇ ਕਿ ਵੀ ਠੀਕ ਹੈ, ਇਕੱਲਾ ਬੰਦਾ ਹੈ ਤੇ ਉਹਦੀ ਕੋਈ ਹਸੀਅਤ ਨਹੀਂ ਹੈ, ਨਾ ਉਹਨੂੰ ਕੋਈ ਜਾਣਦਾ ਨਾ ਬੁੱਝਦਾ, ਤੇ ਦਫਾ ਕਰੋ, ਉਹਦੀ ਕੋਈ ਅਹਿਮੀਅਤ ਨਹੀਂ ਹੈ। ਲੇਕਿਨ ਜਦੋਂ ਤੁਸੀਂ ਕਮਿਊਨਿਟੀ ਤੁਹਾਨੂੰ ਆਉਣ ਕਰਦੀ ਹੋਵੇ ਤੇ ਫਿਰ ਤੁਸੀਂ ਇਹ ਕਰਤੂਤ ਕਰੋ ਤੇ ਕਮਿਊਨਿਟੀ ਸਿਰਫ ਪਿੱਛੇ ਖਲੋ ਕੇ ਤੇ ਆਖੇ ਵੀ ਨਹੀਂ ਇਹਦਾ ਜ਼ਾਤੀ ਫੇਲ ਹੈ, ਤੇ ਕਮਿਊਨਿਟੀ ਵੀ ਉਹਦੇ ਵਿੱਚ ਮੁਲਵਸ। ਇਹ ਉਹ ਗੰਦਾ ਆਦਮੀ ਹੈ
ਜਿਹੜਾ ਪਿਛਲੇ ਕਈ ਸਾਲਾਂ ਤੋਂ ਇਹਦੇ ਉੱਤੇ ਟਿਕਟੌਕ ਦੇ ਉੱਤੇ ਲੋਕਾਂ ਦੀਆਂ ਨਾ ਸਿਰਫ ਬਾਪ ਦੀਆਂ, ਮਾਂ ਦੀਆਂ, ਭੈਣਾਂ ਦੀਆਂ ਤਸਵੀਰਾਂ ਲਾ ਰਿਹਾ, ਬਲਕਿ ਲੋਕਾਂ ਨੂੰ ਗੰਦੀਆਂ ਗਾਲਾਂ ਕੱਢ ਰਿਹਾ। ਇਹਦੀ ਬਰਾੜ ਦੇ ਥੱਲਿਓਂ ਲੰਘ ਜਾਓ ਤੇ ਦੂਰੋਂ ਵੇਖ ਕੇ ਕਹਿੰਦਾ ਹੈ ਕੁੱਤੀ ਦਿਆ ਬੱਚਿਆ, ਹੈ ਤੇਰੀ ਮਾਂ ਨੂੰ ਤੇਰੀ ਭੈਣ ਨੂੰ। ਕਿਆ ਮਿਰਜ਼ਾਈਆਂ ਨਹੀਂ ਪਤਾ ਹੈ ਬੰਦਾ ਸਾਡੀ ਜਮਾਤ ਦਾ ਹੈ ਔਰ ਇਹ ਸਾਡੀ ਜਮਾਤ ਨੂੰ ਰਿਪਰੈਜ਼ੈਂਟ ਕਰ ਰਿਹਾ, ਜਾਣ ਬੁੱਝ ਕੇ ਉਹਨਾਂ ਅੱਖਾਂ ਬੰਦ ਕੀਤੀਆਂ। ਇਸ ਤਰ੍ਹਾਂ ਨਹੀਂ ਹੋ ਸਕਦਾ ਬਈ। ਤੇ ਜੋ ਕੁਝ ਕਰਵਾ ਰਹੇ ਨੇ ਇਹ ਮਿਰਜ਼ਾਈ ਖੁਦ ਕਰਵਾ ਰਹੇ ਨੇ। ਤੇ ਜਿਸ ਵੇਲੇ ਮਿਰਜ਼ਾਈਆਂ ਦੇ ਕਾਬਰੀਨ ਦੀ ਫੋਟੋ, ਜਿਸ ਤਰ੍ਹਾਂ ਹੁਣ ਜ਼ਿਆਬ ਭਾਈ ਕਹਿ ਗਏ ਨੇ, ਮੈਂ ਦੂਰ ਸਾਂ ਲੇਕਿਨ ਮੈਂ ਸੁਣ ਰਿਹਾ ਸਾਂ, ਉਹ ਕਹਿ ਕੇ ਗਏ ਨੇ ਕਿ ਆਮਰ ਦੀ ਤੇ ਜੋ ਵੀ ਇਹ ਤੇ ਬਜ਼ੁਰਗਾਂ ਦੀ ਫੋਟੋ ਲੱਗੀ ਹੈ ਤੇ ਬਿਲਕੁਲ ਆ ਵੀ ਜਾਏ ਤੇ ਇਹਦੀ ਭਾਬੀ ਦੀ ਗੱਲ ਨਹੀਂ, ਤੁਸੀਂ ਖਬਰਦਾਰ ਕਿਸੇ ਫੋਟੋ ਮਾਰ ਇਹ ਫੋਟੋ ਇੱਥੇ ਰਹਿਣੀ ਚਾਹੀਦੀ। ਇਹ ਚੀਕਾਂ ਨਿਕਲਦੀਆਂ, ਓਏ ਹੋਏ ਹੋਏ ਸਾਡੇ ਕਾਬਰ ਦੀ ਫੋਟੋ ਲੱਗ ਗਈ, ਓਏ ਹੋਏ ਹੋਏ ਗਾਲ ਕੱਢ ਦਿੱਤੀ, ਓਏ ਹੋਏ ਸਾਡੇ ਕਾਬਰ ਦੀ। ਵਕਾਸ ਸਾਹਿਬ ਤੁਸੀਂ ਦੱਸੋ ਅਸੀਂ ਕੀ ਕਰੀਏ? ਐਸੇ ਦੇ ਲੋਕਾਂ ਨੂੰ ਕਿੱਥੋਂ ਤੱਕ ਅਵਾਇਡ ਨਜ਼ਰ ਅਮਰ ਵੀ ਤੁਹਾਡਾ ਕਿਸੇ ਕੁਝ ਕਹਿਣਾ ਚਾਹੁੰਦਾ ਤੁਹਾਡੇ ਸਿਗਨਲ ਥੋੜੇ ਲੋ ਨੇ, ਮੈਂ ਗੱਲ ਥੋੜਾ ਜਿਹਾ ਮਿਊਟ ਕਰ लो बस मैं 60 सेकंड। हाँ मैं सुन रहा। नासर बा ਕੋਈ ਜਮਾਤ ਦਾ ਕੋਈ ਐਜੂਕੇਟਿਡ ਬੰਦਾ ਜਿਹਦੇ ਨਾਲ ਤੁਹਾਡਾ ਰਾਬਤਾ ਹੋਵੇ? नहीं वो तो काम ही मुक गया ना, वो तो काम ही नहीं है। एजुकेटेड तो पता ही कोई नहीं चला आज तक। ਨਹੀਂ ਉਹਦੇ ਥਰੂ ਜਿਹੜਾ ਹੈ ਉਹ ਹੁਜ਼ੂਰ नहीं ਤੱਕ वो ਗੱਲ सुन रहा था, वो तो काम ही बने रहे बैठ के सुन रहा। ਤਾਲ ਮਨਾਨ ਨਾਲ ਵੀ ਗੱਲ ਹੋਈ ਏ, ਠੀਕ ਹੈ। ਮੈਂ ਇੱਕ ਮਿੰਟ, ਤਾਲ ਮਨਾਨ ਬਿਲਕੁਲ ਰਾਈਟ ਹੈਂਡ ਹੈ ਮਿਰਜ਼ਾ ਮਸਰੂਰ ਦਾ, ਸਾਰਿਆਂ ਨੂੰ ਪਤਾ ਹੈ, ਸਾਰਿਆਂ ਨੂੰ ਪਤਾ ਹੈ। ਔਰ ਇਹ ਜਾਣ ਬੁੱਝ ਕੇ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ, ਈਵਨ ਕਿ ਮਿਰਜ਼ਾ ਮਸਰੂਰ ਕਰਵਾ ਰਿਹਾ, ਕੋਈ ਹੋਰ ਨਹੀਂ ਹੈ। ਬਿਲਕੁਲ ਮੈਨੂੰ ਜਵਾਬ ਦੇਣਾ। ਨਾਸਰ ਭੱਟ ਨੂੰ ਜਿਹੜਾ ਇਲਜ਼ਾਮ ਉਹਨੇ ਲਾਇਆ ਸਵੇਰੇ ਸੁਣ ਲਿਆ, ਦੁਬਾਰਾ ਮੈਂ ਕਹਿ ਰਿਹਾ ਨਾਸਰ ਭੱਟ ਜਿਹੜਾ ਗੰਦਾ ਇਲਜ਼ਾਮ ਮੇਰੇ ਤੇ ਲਾਇਆ ਕਿ ਮੈਂ ਦਿੱਤੀ, ਤੂੰ ਹੁਣ ਦੁਬਾਰਾ ਲਾਇਆ ਮੇਰੇ ਉੱਤੇ, ਮੇਰੇ ਕੰਨ ਤੱਕ ਆਵਾਜ਼ ਆਈ ਤੇਰੀ ਖਬਾਸਤ ਦੀ ਕਿ ਤੂੰ ਮੇਰੇ ਉੱਤੇ ਕੋਈ ਗੰਦ ਸੁੱਟਣ ਦੀ ਕੋਸ਼ਿਸ਼ ਕੀਤੀ, ਠੀਕ ਹੈ। ਜਿਹੜੀਆਂ ਮੈਂ ਨਹੀਂ ਦਿੱਤੀਆਂ ਤੇਰੇ ਪਿਓ ਦੀਆਂ, ਮਾਂ ਦੀਆਂ, ਤੇਰੇ ਘਰ ਵਾਲਿਆਂ ਦੀਆਂ, ਅਜੇ ਤੱਕ ਮੈਂ ਨਹੀਂ ਦਿੱਤੀਆਂ, ਮੈਂ ਇੱਥੇ ਹੁਣ ਆਪ ਲਾ ਤੇਰੇ ਇਲਜ਼ਾਮ ਨੂੰ ਮੈਂ ਸੱਚ ਕਰਕੇ ਵਿਖਾਵਾਂ। अगर तू ऐसे बेशर्मी आके मेरे उत्ते तू गन सुटना कि मैं दी है, मैं हलफ देवांगा कि मैं ना तेरी फेसबुक आईडी दा लिंक ना तेरी तस्वीर दी है। तू आप बेवकूफ़ इंसान ने कि अज तक तू ला के रखी है, ठीक है। ए बाद तू खाली एक दफ़ा मेरे तो वो इल्ज़ाम ला तो फिर वेख जो नतीजा आएगा ना उन्होंने बर्दाश्त कर लेना। तो चीज़ है अमर भाई ਬਹਿਰੀਨ ਸਾਹਿਬ ਇਹਨੂੰ ਮੀਆਂ ਵਾਲੀ ਗੱਲ ਉਹ ਸਾਕੀ ਤੇ ਲੱਗਦਾ ਜੋ ਵਿਚਾਰਾ ਮੁਦਾਰੀ ਸਮਝ ਕੇ ਅੱਜ ਵੀ ਸੋ ਗਿਆ। ਲੈ ਵੀ ਅੱਜ ਤੇਰੀ ਤਸਵੀਰ ਲੱਗੀ ਰਹਿ, ਅਸਦ ਅੱਜ ਤੇਰੀ ਤਸਵੀਰ ਲੱਗੀ ਰਹਿ। हाँ जी फकास साहब कर लो। मेरी आवाज आ रही है? मेरी आवाज आ रही है कि म्यूट? देखो ना मोच आ रही है दूसरे वाला काम है लगदा है इनको एक बंदे की फसलत है दे। ठीक है अगर ਆਵਾਜ਼ ਆ ਰਹੀ ਤੁਹਾਡੀ? ਮੈਂ ਇਹ ਕਹਿ ਰਿਹਾ ਕਿ ਇਹਨੇ ਖੁਦ ਨਾਸਰ ਭੱਟ ਨੇ ਨਾ ਇੱਥੇ ਜਦੋਂ ਇਹ ਕਿਰੇ ਇਹਨਾਂ ਨਾਲ ਲੜੇ ਨੇ ਨਾ ਅਸਦ ਭਾਈ ਨਾਲ, ਤੇ ਕਹਿੰਦਾ ਜੀ ਉਹ ਇਹ ਕਿਹੜਾ ਔਖਾ ਹੈ, ਉੱਥੇ ਬੱਟ ਤਮੀਜ਼ੀਆਂ ਲਿਖੇ ਤੇ ਸਾਰਿਆਂ ਨੂੰ ਪਤਾ, ਉੱਥੇ ਜਾਓ ਤੁਸੀਂ ਵੀ ਲਿਖੋ ਫੇਸਬੁੱਕ ਦੇ ਉੱਤੇ ਬੱਟ ਤਮੀਜ਼ੀਆਂ ਨੇ ਖੁਦ ਦੱਸਿਆ ਐਡਰੈਸ ਸਾਡੇ ਕੋਲ ਸੀ BUTT ਬੱਟ ਅੱਗੇ ਤਮੀਜ਼ੀਆਂ ਇਹ ਥੱਲੇ ਲਿਖਿਆ ਹੈ 11/2022 ਨੂੰ ਅਪਲੋਡ ਹੋਈ ਹੈ ਤਸਵੀਰ ਹੈ ਲਈ। ਹਾਂਜੀ ਤੁਸੀਂ ਜਾਓਗੇ ਤੇ ਉੱਥੇ ਮਿਲ ਜਾਏਗਾ, ਕਿਹੜਾ ਕੋਈ ਮੁਸ਼ਕਲ ਗਾ, ਉਹ ਬੱਟ ਤਮੀਜ਼ੀਆਂ ਉੱਤੇ ਲਿਖਿਆ ਬਿਲਕੁਲ। ਲਿਖਿਆ ਕੋਈ ਵੱਡਾ ਕੰਮ ਨਹੀਂ। ਮੇਰੇ ਉੱਤੇ ਕਿਉਂ ਗੰਦ ਪਾਣ ਲੱਗਾ, ਇਲਜ਼ਾਮ ਲਾਉਣ ਲੱਗਾ ਬੇਸ਼ੱਕ ਬਸ ਉਹ ਲੇਕਿਨ ਮੈਨੂੰ ਕਹਿ ਅਗਰ ਇਲਜ਼ਾਮਾਤ ਲੋਕਾਂ ਇਲਜ਼ਾਮ ਲਾਇਆ ਤੇ ਇਹਨੇ ਜਿਹੜੇ ਉੱਥੇ ਡਿਲੀਟ ਕੀਤੇ ਸਾਰੇ ਕੋਲ ਮੇਰੇ ਕੋਲ ਪਈ, ਇਹਨਾਂ ਨੂੰ ਪਤਾ ਕਿਹੜੀ ਹੈ, ਮੈਨੂੰ ਵਾਪਸ ਗਿਣਤੀ ਕਰਨ ਦੀ ਲੋੜ ਨਹੀਂ ਹੈ। ਸੂਏ ਜੋੜੀ ਲਈ ਹੋਗੀ, ਕੱਛੇ ਲਈ ਹੋਗੀ, ਠੁਮਕੇ ਲਈ ਹੋਗੀ, ਜਿਹੜੀ ਵੀ ਪਈ ਹੈ ਨਾ ਫਿਰ ਸਾਰੀ ਮੈਂ ਇੱਥੇ ਲਵਾਵਾਂਗਾ। ਭਾਈਜਾਨ ਗੱਡੀ ਅਲਾਮਾ ਸਾਹਿਬ ਇੱਕ ਛੋਟੀ ਜਿਹੀ ਰਿਕੁਐਸਟ ਸੀ, ਜਿਸ ਤਰੀਕੇ ਨਾਲ ਵਕਾਸ ਸਾਹਿਬ ਕਹਿ ਰਹੇ ਸੀ ਕਿ ਇਹਨਾਂ ਦਾ ਕੋਈ ਬੰਦਾ ਸੁਲਝਿਆ ਹੋਵੇ, ਮੁਹੱਜ਼ਬ ਹੋਵੇ, ਪੜ੍ਹਿਆ ਲਿਖਿਆ ਹੋਵੇ, तो कोई ਤੁਹਾਡੀ ਨਜ਼ਰ ਚ ਕੋਈ ਐਸਾ ਬੰਦਾ ਹੈ ਜਿਹਨੂੰ ਬੰਦਾ ਨਾ ਨੌਮਨ ਤੇਲ ਹੋਏਗਾ ਤੇ ਨਾ ਰਾਦਾ ਨਾਚੇਗੀ ਹੈ? ਨਹੀਂ ਅਸੀਂ ਵੀ ਐਸੇ ਟਿਕਟੌਕ ਤੇ ਹੁੰਨੇ ਆ ਨਾ, ਤੇ ਵਿਕਾਸ ਸਾਹਿਬ ਵੀ ਐਸੇ ਟਿਕਟੌਕ ਤੇ ਹੁੰਦੇ ਨੇ, ਤੇ ਅਸੀਂ ਇਹਨਾਂ ਨੂੰ ਅੱਗੇ ਕਈ ਵਾਰੀ ਸਾਲਸ ਮੰਨ ਵੀ ਚੁੱਕੇ ਆ। ਤੇ ਇਹ ਦੱਸ ਦੇਣ ਜਿਹੜਾ ਇਹਨਾਂ ਚ ਸੁਲਝਿਆ ਕਲਚਰਡ ਬੰਦਾ, ਇਲਮੀ ਬੰਦਾ ਜਾਂ ਉਹ
ਫਹਿਮ ਫਰਾਸਤ ਰੱਖਣ ਵਾਲਾ ਔਰ ਪਾਵਰ ਵੀ ਰੱਖਦਾ ਹੋਵੇ, ਉਹ ਇਖਤਿਆਰ ਵੀ ਰੱਖਦਾ ਹੋਵੇ ਤੇ ਉਹਨੂੰ ਤਮੀਜ਼ ਵੀ ਹੋਵੇ, ਤਹਿਜ਼ੀਬ ਦਾ ਵੀ ਪਤਾ ਹੋਵੇ, ਐਜੂਕੇਟਡ ਬੰਦਾ ਹੋਵੇ ਤੇ ਇਹ ਲੈ ਆਣ ਉਹਦੇ ਨਾਲ ਗੱਲ ਕਰਾ ਲੈਣ। ਇਹਨਾਂ ਨੂੰ ਨਹੀਂ ਪਤਾ ਕਿ ਇਹਨਾਂ 'ਚ ਕੋਈ ਵੀ ਨਹੀਂ ਇਹੋ ਜਿਹਾ, ਇਹ ਸਭ ਇੱਕੋ ਆਂਦੇ ਨੇ, ਇੱਕੋ ਮੁੰਡ ਕਮਾਦੇ ਦਾ ਤੇ ਕੋਈ ਨਹੀਂ ਗੰਨਾ ਸਵਾਦੇ ਦਾ। ਕਿਹੜਾ ਇਹਨਾਂ 'ਚੋਂ ਐਜੂਕੇਟਡ? ਇੱਕ ਟੋਲਾ ਇਕੱਠਾ ਹੋਇਆ ਗਾਲੀਬਾਜ਼ਾਂ ਦਾ। ਆਮਰ ਭਾਈ ਉਹ ਤਾਉਲ ਮਨਾਨ ਸਾਹਿਬ ਨੇ ਜਾਂ ਕੋਈ ਹੋਰ ਕੋਈ ਬੰਦਾ ਐਸਾ ਸ਼ਖਸੀਅਤ ਜਵਾਦ ਸਾਹਿਬ ਨੇ, ਉਹ ਵੀ ਬੜੇ ਅੱਛੇ ਨੇ। ਵਾਹ, ਜਵਾਦ ਸਾਹਿਬ ਦੀ ਕੱਲ ਉਹਨੇ ਮੰਜੀ ਠੋਕੀ ਏ ਤਾਲ ਮਨਾਨ ਨੇ। ਉਹ ਜਵਾਦ ਤੇ ਮੁਹੰਮਦ ਅਹਿਮਦ ਲੱਗੇ ਸਨ, ਅਖਬਾਰ ਅਲ ਫਜ਼ਲ ਦਾ ਕੋਈ ਹਵਾਲਾ ਖੋਲ ਕੇ ਪੜ੍ਹ ਰਹੇ ਸਨ ਤੇ ਉਹਦੇ ਉੱਤੇ ਆ ਗਿਆ ਰਾਜਾ ਤਾਲ ਮਨਾਨ ਤੇ ਉਹਨੇ ਆਖਿਆ ਵੀ ਇਹ ਹਵਾਲੇ ਇੱਥੇ ਡਿਸਕਸ ਨਹੀਂ ਕਰਨੇ ਆ, ਇਹਦੇ ਉੱਤੇ ਟਿਕਟੌਕ ਦੀ ਬਰਾਡ ਉੱਤੇ ਬਹਿ ਕੇ ਇਹੋ ਜਿਹੇ ਇਸ਼ੂ ਡਿਸਕਸ ਨਹੀਂ ਕਰਨੇ ਆ। ਉਹਨੇ ਕਿਹਾ ਯਾਰ ਕੀ ਹੋ ਗਿਆ ਜੇ ਡਿਸਕਸ ਪੇ ਕਰਨੇ ਆ? ਉਹਨੇ ਕਿਹਾ ਤੁਹਾਨੂੰ ਨਹੀਂ ਪਤਾ ਕੀ ਹੋ ਗਿਆ, ਇਹ ਨਿਜ਼ਾਮ ਹੈ। ਉਹ ਰੋਵੇ ਮੁਹੰਮਦ ਅਹਿਮਦ ਆਖੇ ਕਿ ਯਾਰ ਅਸੀਂ ਅਸੀਂ ਆਪਣੀ ਆਜ਼ਾਦੀ ਨਾਲ ਨਾ ਸੋਚ ਸਕਨੇ ਆ, ਨਾ ਬੋਲ ਸਕਨੇ ਆ, ਨਾ ਕੋਈ ਦੇਖ ਸਕਨੇ ਆ, ਅਸੀਂ ਕੀ ਆ? ਫਿਰ ਤੁਸੀਂ ਸਾਨੂੰ ਕੀ ਬਣਾ ਕੇ ਰੱਖਣਾ ਚਾਹੁੰਦੇ ਹੋ? ਕਿਉਂਕਿ ਇਹ ਰਾਜਾ ਤਾਲ ਮਨਾਨ ਇਹਨਾਂ ਦੇ ਮੌਜੂਦਾ ਖਲੀਫਾ ਦਾ ਕੋਈ ਹੈ ਵੇ ਕਰੀਬੀ ਹੈ, ਯਾਨੀ ਉਹਦੇ ਚ ਕਿ ਸ਼ੂਰਾ ਸ਼ਾਰਾ ਜਿਹੜੇ ਬੰਦੇ ਬਹਿੰਦੇ ਨੇ, ਕੋਈ ਮਸ਼ਵਰੇ ਕਰਦੇ ਨੇ ਉੱਥੇ ਲੰਦਨ, ਇਹ ਉਹ 40 ਚੋਰਾਂ ਦੇ ਵਿੱਚੋਂ ਹੈ। ਤੇ ਇਸ ਗੱਲੇ ਕਰਕੇ ਇਹਦਾ ਉੱਥੇ ਜਨਾਬ ਇੰਨਾ ਉਹ ਅਸਰ ਹੋਇਆ ਕਿ ਉਹਨੂੰ ਥੱਲੇ ਲਾ ਦਿੱਤਾ ਗਿਆ। ਉਹ ਰੋਂਦਾ ਕੁਰਲਾਂਦਾ ਥੱਲੇ ਲੈ ਗਿਆ ਤੇ ਥੱਲੇ ਉਹਨੇ ਮੈਸੇਜ ਕੀਤਾ ਵੀ ਮਨੋ ਤੁਸੀਂ ਬਰਾੜ ਤੋਂ ਥੱਲੇ ਲਾ ਦਿੱਤਾ, ਤੁਹਾਡੀ ਮਿਹਰਬਾਨੀ, ਲੇਕਿਨ ਮੈਂ ਕੋਈ ਜੁਰਮ ਤੇ ਨਹੀਂ ਕੀਤਾ। ਇਹ ਜਿਹੜਾ ਕੰਮ ਇਹ ਕਰਵਾਉਣ ਲੱਗੇ ਹੈ ਰਾਜਾ ਤਾਲ ਮਨਾਨ, ਇਹੋ ਹੀ ਤੇ ਕੁਰਾਨ ਚ ਆਉਂਦਾ, ਇਤਖਜ਼ੂ ਅਹਬਾਰਹੁਮ ਵਰਹਬਾਨਹੁਮ ਅਰਬਾਬਮ ਮਿਨ ਦੂਨਿल्लाह। ਉਹਨੇ ਕਿਹਾ ਉਹੀ ਕੰਮ ਕਰਵਾਉਣ ਲੱਗੇ ਤੁਸੀਂ ਸਾਡੇ ਨਾਲ। ਇਹ ਜਿਹੜੇ ਹਬਾਰ ਤੇ ਰਹਿਬਾਨ ਨੇ ਸਾਡੇ, ਇਹਨਾਂ ਨੂੰ ਸਾਡੇ ਉੱਤੇ ਸਿਰ ਅਸੀਂ ਆਪਣੀ ਆਜ਼ਾਦੀ ਨਾਲ ਕੋਈ ਡਿਸਕਸ ਹੀ ਨਹੀਂ ਕਰ ਸਕਦੇ ਗੱਲ। ਉਹਨੇ ਆਖਿਆ ਤੂੰ ਇਹੋ ਜਿਹੇ ਜਿਹੜੀਆਂ ਆਇਤਾਂ ਪੜ੍ਹ ਕੇ ਤੇ ਜਿਹੜੇ ਰੈਫਰੈਂਸ ਦੇਣ ਲੱਗੇ ਆ, ਅਗਰ ਤੂੰ ਇਹ ਕਰਨਾ ਨਿਜ਼ਾਮ ਨਾਲ ਤੁਹਾਡਾ ਕੋਈ ਤਲਕ ਨਹੀਂ ਹੈ, ਨਿਜ਼ਾਮ ਦੀਆਂ ਪਾਬੰਦੀਆਂ ਨੂੰ ਤੁਹਾਨੂੰ ਫਾਲੋ ਕਰਨਾ ਪਏਗਾ। ਅੱਛਾ, ਇਹਦੇ ਬਾਅਦ ਇਹਨੂੰ ਤੇ ਥੱਲੇ ਸੁੱਟ ਦਿੱਤਾ ਮੁਹੰਮਦ ਅਹਿਮਦ ਨੂੰ, ਤੇ ਜਿਹਦਾ ਤੁਸੀਂ ਨਾਂ ਲੈ ਰਹੇ ਹੋ ਨਾ ਜਵਾਦ ਨੂੰ। ਉਹਨੇ ਕਿਹਾ ਹਾਂ ਵੀ ਜਵਾਦ ਉਹ ਕੀ ਕਹਿ ਰਿਹਾ ਸੀ? ਜਵਾਦ ਜਨਾਬ ਜਿਸ ਤਰ੍ਹਾਂ ਬਿਲਕੁਲ ਹੁੰਦੇ ਨਹੀਂ ਹਨ, ਉਹ ਜ਼ਰ ਖਰੀਦ ਗੁਲਾਮ, ਉਹ ਜਿਹੜੇ ਕੰਨ ਟੁੱਟੇ ਪਿੱਛੇ ਟੁਰਦੇ ਨੇ, एन जो ने कहा हाँ जी 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 राजा भाई आप ठीक कह रहे हैं, आप ठीक कह रहे हैं, वो खिलाफत के खिलाफ बात कर रहे हैं, निज़ाम के खिलाफ। अल्लाह ने बेचारा चीख के वाकई में किहड़े निज़ाम ਨੂੰ मैं ਢਾ ਦਿੱਤਾ ਹੈ ਇੰਨੀ ਗੱਲ ਕਰਕੇ, ਕਿਹੜਾ ਮੈਂ ਖਿਲਾਫਤ ਦਾ ਮੈਂ ਨਾ ਹੀ ਨਹੀਂ ਲਿਆ, ਨਿਜ਼ਾਮ ਦਾ ਮੈਂ ਨਾ ਹੀ ਨਹੀਂ ਲਿਆ। ਤੇ ਉਹ ਪਿਆ ਕਿ ਹਾਂ ਹਾਂ ਬਿਲਕੁਲ ਸਿੱਧਾ ਇਹਨੇ ਖਿਲਾਫਤ ਤੇ ਹਮਲਾ ਕਰਤਾ। ਜਵਾਦ ਤੇ ਇੰਨੀ ਕੋ ਅਕਲ ਦਾ ਮਾਲਕ ਜੇ, ਉਹਦੇ ਵਿਚਾਰੇ ਦੀ ਤੇ ਆਪਣੀ ਕੋਈ ਸੋਚ ਹੀ ਨਹੀਂ ਹੈ, ਉਹਦੀ ਤੇ ਆਪਣੀ ਕੋਈ ਸ਼ਊਰ ਉਹਦਾ ਹੈ ਹੀ ਨਹੀਂ। ਉਹਦੇ ਸਿਰ ਤੇ ਬਚਪਨ ਤੋਂ ਮੇਰੇ ਖਿਆਲ ਕਿਸੇ ਨੇ ਉਹ ਲੋਹੇ ਵਾਲਾ ਕੜਾ ਚੜਾ ਕੇ ਤੇ ਉਹਦੀ ਮਹਿਦੂਦ ਕਰ ਦਿੱਤੀ ਸੋਚ। ਬਾਰਾ ਲੱਗਾ ਤੁਹਾਡੀ ਨਜ਼ਰ 'ਚ? ਨਹੀਂ ਹੋ ਸਕਦਾ ਆਮਿਰ ਭਾਈ, ਉਹ ਦਬਾਅ ਦੇ ਵਿੱਚ ਸਮਟਾਈਮਸ ਬੰਦਾ ਜਿਹੜਾ ਹੈ ਉਹ ਜਿਹੜਾ ਸੱਚ ਹੈ ਨਾ ਉਹਨੂੰ ਹਾਈਡ ਕਰ ਲੈਂਦਾ, ਨਹੀਂ ਗੱਲ ਕਰ ਸਕਦਾ। ਉਹ ਤੁਹਾਡੀ ਗੱਲ ਠੀਕ ਹੈ। ਦੈਟਸ ਦਾ ਪੁਆਇੰਟ। ਅਗਰ ਕੋਈ ਬੰਦਾ ਪ੍ਰੈਸ਼ਰ ਵਿੱਚ ਆ ਕੇ ਸੱਚ ਨੂੰ ਹਾਈਡ ਕਰਦਾ ਹੈ ਨਾ, ਤੇ ਸਰ ਉਹ ਰੀਜ਼ਨੇਬਲ ਆਦਮੀ ਨਹੀਂ ਹੈ। ਉਹ ਦੁਨੀਆ ਦੀ ਕਿਸੇ ਪੰਚਾਇਤ ਵਿੱਚ ਬੈਠਣ ਵਾਲਾ, ਕਿਸੇ ਸਾਲਸੀ ਵਿੱਚ, ਕਿਸੇ ਡਾਇਲੌਗ ਵਿੱਚ ਉਹ ਪਾਰਟਿਸਿਪੇਟ ਨਹੀਂ ਕਰ ਸਕਦਾ। ਇਹੋ ਜਿਹੇ ਕੰਮ ਉਹ ਕਰ ਸਕਦੇ ਨੇ ਜਿਹੜੇ ਸਟੈਂਡ ਲੈ ਸਕਦੇ ਨੇ, ਜਿਹੜੇ ਉਹ ਮੇਰਾ ਇੱਕ ਯਾਰ ਸੀ ਪਾਕਿਸਤਾਨ ਵਿਕਾਸ ਭਾਈ, ਤੇ ਉਹ ਕਹਿੰਦਾ ਹੁੰਦਾ ਸੀ ਕਿ ਰਾਜ਼ੀਨਾਮਾ ਦੋਵਾਂ ਪਾਰਟੀਆਂ ਦਾ ਉਹ ਕਰਵਾ ਸਕਦਾ ਕਤਲਾਂ ਦਾ ਜਿਹੜਾ ਦੋਵਾਂ ਨੂੰ ਆਖੇ ਬਹਿ ਜਾ ਥੱਲੇ। ਜਿਹਨੇ ਦੋਵਾਂ ਨੂੰ ਜੀ ਕਰਕੇ ਬੁਲਾਣਾ ਹੋਵੇ ਨਾ, ਉਹ ਨਹੀਂ ਰਾਜ਼ੀਨਾਮਾ ਕਰਵਾ ਸਕਦਾ। ਸਰ ਗੱਲ ਸਮਝ ਗਏ ਹੋ? ਸਹੀ ਗੱਲ। ਜਿਹਦਾ ਜਿਹਦੀ ਆਪਣੀ ਇਖਤਿਆਰ ਹੀ ਕੋਈ ਨਹੀਂ, ਸੋਚ ਕਿਉਂ ਨਹੀਂ, ਉਹਨੇ ਕੀ ਕਿਸੇ ਨਾਲ ਕੋਈ ਪਾਰਟੀ ਡਾਇਲੌਗ ਕਰਨਾ ਜਾਂ ਕੋਈ ਨਹੀਂ। ਫਿਰ ਤਲਤ ਭਾਈ ਨਾ ਹੋਇਆ ਕੋਈ ਡਾਇਲੌਗ ਤੁਹਾਡਾ? ਹੁਣ ਤਲਤ ਭਾਈ ਨੇ ਜਿਹੜੇ ਉਹ ਇਹਨਾਂ ਸਾਰਿਆਂ ਨਾਲੋਂ ਸਟੈਂਡ ਲਾਈਨ 'ਚੋਂ ਬਿਹਤਰ ਆਦਮੀ ਹੈ ਇਹੋ ਜੀ ਗੱਲ ਵਿੱਚ। ਉਹ ਇਹਨਾਂ ਨੂੰ ਅਪੋਜ਼ ਵੀ ਕਰ ਲੈਂਦਾ ਹੈ, ਡਟ ਵੀ ਜਾਂਦਾ ਹੈ, ਲੇਕਿਨ ਉਹਨੂੰ ਵੀ ਇਹਨਾਂ ਨੇ ਐਸਾ ਆਈਸੋਲੇਟ ਕਰਕੇ ਕਾਰਨਰ ਕਰ ਦਿੱਤਾ ਹੈ ਕਿ ਉਹਦੇ ਨਾਲ ਸਿਰਫ ਉਹ 3-4 ਗਾਲੀਬਾਜ਼ ਬਾਹੜੇ ਨੇ, ਉਹ ਕਿਸੇ ਵੇਲੇ ਉਹ ਆ ਜਾਂਦੇ ਨੇ ਉਹਦੀ ਬਰਾੜ ਤੇ, ਉਹ ਸੀਸੀਡੀ ਹੋ ਗਿਆ, ਆਈਜੀ ਪੰਜਾਬ ਹੋ ਗਿਆ ਜੀ। ਅੱਜ ਬਾਕੀ ਕੋਈ ਬੰਦਾ ਉਹਦੇ ਨਾਲ ਜਾ ਕੇ ਉਹਦੀ ਬਰਾੜ ਤੇ ਬਹਿੰਦਾ ਹੈ? ਕਦੇ ਕਮਾਲਤ ਇਸਲਾਮ ਨੂੰ ਵੇਖਿਆ ਜੋ ਦੀ ਬਰਾੜ ਤੇ ਬੈਠਿਆ? ਕਦੇ ਸਲੀਮ ਮੀਰ ਨੂੰ ਆਉਂਦਿਆਂ ਵੇਖਿਆ ਜੇ? ਕਦੇ ਇਹ ਜਿੰਨੇ ਜਵਾਦ ਜਿਹਦਾ ਤੁਸੀਂ ਨਾਂ ਪੇ ਲੈਂਦੇ ਹੋ, ਕਦੇ ਉਹ ਦੂਜੇ ਨੇ ਇੱਕ ਕਦੀ ਬਰਾੜ ਤੇ ਜਾਂਦੇ ਨੇ ਉਹਦੀ ਗੱਲ ਤੇ ਬਰਾੜ ਤੇ ਜਾ ਕੇ ਡਿਸਕਸ ਕਰਦੇ ਨੇ? ਨਹੀਂ ਕਰਦੇ। ਉਹਨੂੰ ਇਹ 3-4 ਮੁੰਡੇ ਦੇ ਦਿੱਤੇ ਨੇ, ਲੈ ਬਈ ਤੁਸੀਂ ਫੇਰਾ ਮਾਰ ਆਵਿਆ ਕਰੋ ਉਹਦੇ ਨਾਲ ਨਾ, ਤਾਂ ਕਿ ਉਹ ਨਾ ਆਵੇ ਕਿ ਦੂਜਿਆਂ ਨਾਲ ਹੀ ਰਲ ਜੇ। ਉਹ ਤਾਂ ਫੇਰਾ ਮਾਰ ਆਵਿਆ ਕਰੋ, ਰਾਖੀ ਕਰਦੇ ਨੇ ਉਹਦੀ ਬਸ ਇਹਨਾਂ ਗਾਲੀਬਾਜ਼ਾਂ ਦੇ ਜ਼ਰੀਏ। ਵਰਨਾ ਉਹ ਬੰਦਾ ਤੇ ਬਿਹਤਰ ਸੀ ਇਹਨਾਂ ਦੇ ਨਿਸਬਤ। ਆਮਰ ਭਾਈ ਤੁਹਾਡੀ ਨਾ ਗੱਲ ਤੋਂ ਮੈਨੂੰ ਗੱਲ ਯਾਦ ਆਈ ਏ। ਮੇਰਾ ਇੱਕ ਕਜ਼ਨ ਹੈ,
ਤੇ ਉਹਨੇ ਆਖਿਆ ਕਿ ਮੇਰਾ ਜਦੋਂ ਵਿਆਹ ਹੋਏਗਾ ਨਾ, ਤੇ ਜਦੋਂ ਮੈਂ ਸਵੇਰ ਉੱਠਣਾ ਕਹਿੰਦਾ ਬੁੱਢੀ ਨੂੰ 3 ਚਪੇੜਾ ਮਾਰ ਕੇ ਨਾ ਮੈਂ ਕੰਮ ਤੇ ਤੁਰ ਜਾਣਾ ਕਹਿੰਦਾ, ਜਦੋਂ ਰਾਤੀ ਆਣਾ ਕਹਿੰਦਾ ਸੌਣ ਤੋਂ ਪਹਿਲਾਂ 3 ਚਪੇੜਾ ਮਾਰ ਦੇਣੀ। ਉਹ ਪੁੱਛਿਆ ਚਪੇੜਾ ਕਾਹਤੋਂ ਮਾਰਨੀਆਂ ਨੇ? ਅਰੇ ਚਪੇੜਾ ਇਸ ਤੋਂ ਮਾਰਨੀਆਂ ਨੇ ਕੋਈ ਸਾਰਾ ਦਿਨ ਸੋਚਦੀ ਰਹੇ ਮੈਨੂੰ ਮਾਰ ਪਈ ਕਿਉਂ ਆ, ਰਾਤੀ ਕਿਉਂ ਮਾਰਨੀਆਂ ਨੇ, ਸਾਰੀ ਰਾਤ ਸੋਚਦੀ ਰਹੇ ਮੈਨੂੰ ਮਾਰਿਆ ਕਿਉਂ ਸੀ। ਇਹਨਾਂ ਦੇ ਨਾਲ ਇਹ ਹਿਸਾਬ ਹੈ। ਉਹ ਰਾਜਾ ਤਾਲ ਮਨਾਨ ਨੇ ਆਉਂਦਿਆਂ ਸਾਰੀਆਂ ਚਪੇੜਾਂ ਮਾਰੀਆਂ ਨੇ ਨਾ ਉਹਨੂੰ, ਠੀਕ ਹੈ। ਉਹ ਬਾਕੀਆਂ ਨੂੰ ਮਜਬੂਰ ਕਰ ਰਿਹਾ ਕਿ ਸੋਚਣ ਤੇ ਕਿ ਸਾਨੂੰ ਵੀ ਪੈ ਸਕਦੀਆਂ ਨੇ। ਔਰ ਉਹ ਵੀ ਮੁਹੰਮਦ ਅਹਿਮਦ ਵੀ ਸੋਚਦਾ ਰਹੇਗਾ ਸਾਰੀ ਦਿਹਾੜ ਕਿ ਮੇਰੇ ਨੂੰ ਚਪੇੜਾਂ ਪਈਆਂ ਕਿਉਂ ਨੇ, ਵਜ੍ਹਾ ਕੀ। ਮੈਂ ਤਾਂ ਕੀਤਾ ਕੋ ਨਹੀਂ ਸੀ, ਬਿਲਾ ਵਜ੍ਹਾ ਐਵੇਂ ਹੀ ਬਸ ਸ਼ੁਰੂ ਹੋ ਜਾਂਦੇ ਨੇ। ਉਹਨੇ ਸਿਰਫ ਔਰ ਸਿਰਫ ਇੱਕ ਥ੍ਰੈਟ ਪਲਾਨ ਕੀਤਾ ਸੀ, ਉਹ ਦੇ ਦਿੱਤਾ। ਹੁਣ ਵੇਖਿਓ ਕੋਈ ਮਰਦਈ ਉਹਦੇ ਅੱਗੇ ਕੁਸਕ ਗਿਆ ਤੇ, ਔਰ ਉਮੀਦ ਹੈ ਕਿ ਜਲਦ ਅਜ਼ ਜਲਦ ਉਹਦਾ ਅਹਰਾਜ ਲੈਟਰ ਵੀ ਆ ਜਾਣਾ। ਇਹ ਤਾਂ ਫਿਰ ਉਹੀ ਗੱਲ ਹੋ ਗਈ ਕਿ ਗੁਲਾਮੀ ਦੇ 100 ਸਾਲ ਨਾਲੋਂ ਆਜ਼ਾਦੀ ਦਾ ਇੱਕ ਦਿਨ ਅੱਛਾ ਹੈ। ਹਾਂ ਜ਼ਬਰਦਸਤ। ਟੀਪੂ ਸੁਲਤਾਨ ਦਾ ਨਹੀਂ ਕੋਈ ਇਹੋ ਜਿਹਾ ਫਿਕਰਾ ਮਸ਼ਹੂਰ ਉਹਦੇ ਅਲ ਮਨਸੂਬ, ਸ਼ੇਰ की एक दिन की जिंदगी गीदड़ की 100 साल ਜ਼ਿੰਦਗੀ ਸੇ ਬਿਹਤਰ। ਨਹੀਂ ਫਿਰ ਤੇ ਕੋਈ ਫਾਇਦਾ ਨਹੀਂ ਐਸੀ ਜ਼ਿੰਦਗੀ ਦਾ ਜੇ ਤੁਸੀਂ ਗੁਲਾਮੀ 'ਚ ਹੀ ਗੁਜ਼ਾਰਨੀ ਹੈ। ਉਹ ਮਸਲਾ ਹੈ ਕਿ ਉਹ ਭੇਡੂ ਕਿਧਰ ਲੈ ਕੇ ਜਾਓ ਨਾ, ਸੋੜੀ ਜਗ੍ਹਾ ਆ ਜਾਏ ਨਾ ਭੇਡੂਆਂ ਦੀ, ਤੇ ਇੱਕ ਭੇਡੂ ਨੂੰ ਫੜ ਕੇ ਧਰੋਣਾ ਪੈਂਦਾ ਵਿੱਚੋਂ। ਉਹ ਆ ਗਏ ਤਲਤ ਭਾਈ, ਖੁਦ ਹੀ ਆ ਗਏ ਨੇ। ਤਲਤ ਭਾਈ ਨੂੰ ਲਓ ਜ਼ਰਾ ਉੱਤੇ ਲਓ, ਇਨਵੀਟੇਸ਼ਨ ਪਾਈਏ, ਜ਼ਰੂਰ ਬਿਹਤਰ ਸਮਝਣਗੇ ਤੇ ਆ ਜਾਣਗੇ। ਮੈਂ ਕਹਿ ਰਿਹਾ ਤੁਸੀਂ ਭੇਡੂ ਵੇਖੇ ਨੇ ਨਾ, ਕਦੇ ਨਹਿਰ ਟੱਪਣੀ ਹੋਏ, ਉਹ ਸੌੜੀ ਜਗ੍ਹਾ ਹੋਏ, ਤੇ ਇੱਕ ਭੇਡੂ ਨੂੰ ਫੜ ਕੇ ਧਰੋਣਾ ਪੈਂਦਾ, ਫਿਰ ਬਾਕੀ ਉਹਦੇ ਪਿੱਛੇ ਤੁਰਦੇ। ਤੁਸੀਂ ਇਹਦੀ ਮਿਸਾਲ ਉਹੀ ਲੈ ਲਓ ਨਾ, ਸ਼ੈਫਰਡ ਤੇ ਸ਼ੀਪ ਵਾਲੀ ਮਿਸਾਲ ਲੈ ਲਓ ਕਿ ਸ਼ੀਪ ਨੂੰ ਨਹੀਂ ਪਤਾ ਹੈਗਾ ਕਿ ਜਿਹੜਾ ਹੈ ਉਹ ਸ਼ੈਫਰਡ ਉਹਨਾਂ ਨੂੰ ਗਾਈਡ ਕਰ ਰਿਹਾ, ਮਿਸਗਾਈਡ ਕਰ ਰਿਹਾ। ਉਹ ਸਿਰਫ ਉਹਨੂੰ ਫੋਲੋ ਕਰਦੇ ਨੇ। ਉਹਨੇ ਸਿਰਫ ਇੱਕ ਡਰ, ਰੋਬ, ਦਬਦਬਾ ਜਿਹੜਾ ਹੈ ਉਹ ਸ਼ੈਫਰਡ ਦੇ ਸ਼ੀਪ ਦੇ ਪੂਰੇ ਗਰੋਹ ਦੇ ਉੱਤੇ ਬਣਾਇਆ ਹੁੰਦਾ ਹੈ। ਉਹ ਜਿਸ ਸਾਈਡ ਨੂੰ ਲੈ ਕੇ ਜਾਣਾ ਚਾਹੁੰਦਾ ਉੱਥੇ ਜਾ ਕੇ ਜਿਹੜਾ ਹੈ ਉਹ ਡਾਇਰੈਕਸ਼ਨ ਉਹਨਾਂ ਨੂੰ ਦਿੰਦੇ, ਉਸ ਸਾਈਡ ਤੇ ਟੁਰ ਪੈਂਦੇ ਨੇ। ਮੈਂ ਨਾ ਤੁਹਾਨੂੰ ਸਾਰਿਆਂ ਨੂੰ ਦੱਸਦਾ, ਜਿਹੜੇ ਪੁੱਛ ਰਹੇ ਨੇ ਜਨਾਬ, ਇਹ ਨਾਸਰ ਬੱਟ ਦੀ ਤਸਵੀਰ ਹੈ। ਨਾਸਰ ਬੱਟ ਦੀ ਤਸਵੀਰ ਹੈ। अस्सलाम वालेकुम तलत भाई। चमक चलो बेटी, ये नासर भट्ट है। अस्सलाम वालेकुम रहमतुल्लाह बरकातहू। वालेकुम अस्सलाम। तलत भाई आपकी नगरी में क्या हो रहा है यार? यार मेरे तरफ से ना दोनों लाइलाज है। मैंने कभी इनके अपनी ब्राड पर कभी इसी जगह जहाँ पर इनको गाली गलौज देना मैंने नहीं गया, लेकिन मैंने अपनी आंखों से देखा कि आमिर नज़ीर साहब अपनी ब्राड पर बिठा के, या ये वहाँ पर मौजूद थे, हमारे नबी, ये ना माने, हम तो नबी रसूल मानते ना यार, हमारे खलीफाओं को, हमारे जिसको हम नबी मानते हैं उनकी फ़ोटोएं लगवा के पाँव से चप्पलें उतार कर कैमरा ऑन कर कर बराह रास्त उनको मरवा रहे हो, और ये खुश हो रहे हैं, हाँ ठीक कर रहे हो, ये कर रहे हो। ये कौन सा तरीका है यार? मैंने उनको गलत कहता था, लेकिन जब ये मैंने अपनी आंखों से देखा, अगर वो इन्हें बुरा भला कहे तो मैं क्यों नहीं मना करूं? तो ये यार दोनों तरफ से जो भी करे, मैं ऐसा इंसान नहीं हूँ कि अहमदी करे तो ठीक है तो गैर अहमदी करे तो ठीक नहीं है। ये ईमान कहता नहीं। ਇੱਥੇ ਰੁਕ ਜਾਓ ਮਲਕ ਸਾਹਿਬ। ਤੁਸੀਂ ਉਹ ਲਾਈਵ ਦੇਖਿਆ ਜਾਂ ਵੀਡੀਓ ਦੇਖੀ ਜਿਹੜੀ ਤੁਹਾਡੇ ਤੱਕ ਪਹੁੰਚੀ? लाइव नहीं देखा, मैंने वीडियो देखी। ਵੀਡੀਓ ਦੇਖੀ, ਉਹਦੇ ਚ ਤੁਸੀਂ ਦੇਖਿਆ ਕਿ ਮੈਂ ਆਮਰ ਨਜ਼ੀਰ ਕਹਿ ਰਿਹਾ ਕਿ ਜੋ ਕਹਿ ਰਹੇ, ਜੋ ਤੂੰ ਕਰ ਰਿਹਾ ਠੀਕ ਕਰ ਰਿਹਾ। आपका काम है नीचे उतार देना उसको, ਉਹ ਮੈਂ ਦੱਸਣਾ, ਅੱਗੇ ਵੀ ਚੱਲਨੇ ਆ। ਫਿਰ ਇੱਕ ਮਿੰਟ ਪਹਿਲਾਂ ਜਿਹੜਾ ਤੁਸੀਂ ਲਫ਼ਜ਼ ਬੋਲਿਆ ਹੈ ਕਿ ਆਮਰ ਨਜ਼ੀਰ ਕਹਿ ਰਿਹਾ ਤੂੰ ਠੀਕ ਕਰ ਰਿਹਾ, ਇਹ ਮੈਂ ਕਿਹਾ ਉਹਦੇ? मैंने नहीं सुना ये। ਓਕੇ, ਇੱਕ ਤੇ ਗਲਤੀ ਹੋ ਗਈ ਜਿਹੜੀ ਤੁਸੀਂ ਫਰਮਾਈ ਹੈ ਕਿ ਮੈਂ ਕਹਿ ਰਿਹਾ ਸੀ ਕਿ ਠੀਕ ਕਰ ਰਿਹਾ ਤੂੰ। ਮੈਂ ਉਹਨੂੰ ਇੱਕ ਮਿੰਟ, ਮੈਂ ਉਹਨੂੰ 3 ਦਫਾ ਮਨਾ ਕੀਤਾ ਉਸ ਵੀਡੀਓ ਨੂੰ। ਇਹ ਹੁਣੇ ਜ਼ਿਆ ਭਾਈ ਨਮਾਜ਼ ਪੜਨ ਗਏ ਨੇ, ਆ ਜਾਂਦੇ ਨੇ। ਮੈਂ ਉਸ ਬੰਦੇ ਨੂੰ 3 ਦਫਾ ਮਨਾ ਕੀਤਾ, ਚੌਥੀ ਦਫਾ ਉਹਨੂੰ ਮੈਂ ਹੀ ਥੱਲੇ ਉਤਾਰਿਆ। ਕਿਆ ਉਹ ਬੰਦਾ ਤੁਹਾਡੀ ਬਰਾੜ ਦੇ ਉੱਤੇ ਚੜ ਕੇ ਨਹੀਂ ਇਹ ਕੰਮ ਕਰਕੇ ਆਇਆ? ਔਰ ਮੈਂ ਹਲਫਨ ਕਹਿ ਰਿਹਾ ਕਿ ਮੈਂ ਉਸ ਬੰਦੇ ਨੂੰ ਨਹੀਂ ਜਾਣਦਾ। ਅੱਲਾ ਨੂੰ ਗਵਾਹ ਕਰਕੇ ਕਹਿ ਰਿਹਾ ਮੈਨੂੰ ਨਹੀਂ ਪਤਾ ਕਿਹਦੀ ਆਈਡੀ ਹੈ, ਨਾ ਮੈਨੂੰ ਪਤਾ ਸੀ ਕਿ ਇਹ ਬੰਦਾ ਇਹ ਕੰਮ ਕਰਨ ਲੱਗਾ ਇਹ ਉੱਤੇ ਆ ਕੇ। ਹਾਂ, ਮੈਂ ਉਹਨੂੰ ਛੋਟੀ ਸਕਰੀਨ ਤੋਂ ਵੱਡੀ ਸਕਰੀਨ ਤੇ ਕੀਤਾ ਹੈ। ਜਿਸ ਵੇਲੇ ਛੋਟੀ ਸਕਰੀਨ ਤੇ ਸੀ ਪਤਾ ਨਹੀਂ ਸੀ ਚੱਲ ਰਿਹਾ ਕੀ ਕਰ ਰਿਹਾ, ਉਹਨੂੰ ਵੱਡੀ ਸਕਰੀਨ ਤੇ ਕੀਤਾ ਕੀ ਕਰ ਰਿਹਾ। ਉਹਨੂੰ ਮੈਂ ਕਿਹਾ ਨਾ ਕਰ ਯਾਰ, ਨਾ ਕਰ, ਇਹਦਾ ਕੋਈ ਫਾਇਦਾ ਨਹੀਂ, ਇਹ ਕੰਮ ਨਹੀਂ ਚੰਗਾ, ਇਹ ਨਾਲੇ ਮੇਰੇ ਤੇ ਸਾਰਾ ਇਲਜ਼ਾਮ ਲੱਗਣਾ ਹੈ, ਨਾ ਕਰ। 1 ਵਾਰੀ 2 ਵਾਰੀ 3 ਵਾਰੀ ਕਹਿ ਕੇ ਮੈਂ ਉਹਨੂੰ ਥੱਲੇ ਉਤਾਰਿਆ। ਤੁਸੀਂ ਵੀਡੀਓ ਵੇਖ ਕੇ ਤੇ ਤੁਸੀਂ ਘਰ ਹੀ ਫੈਸਲਾ ਕਰਕੇ ਆ ਗਏ ਹੋ ਕਿ ਇਹ ਦੋਵਾਂ ਪਾਸਿਆਂ ਤੋਂ ਹੋ ਰਿਹਾ ਤੇ ਆਮਰ ਨਜ਼ੀਰ ਵੀ ਇਹ ਕੰਮ ਕਰ ਰਿਹਾ। मलिक साहब इस तरह बंदे सुनी सुनाई गलत एतबार करता है। आमिर साहब देखिए, अब यहाँ है ना 3-4 बंदे बैठे हैं, अगर कोई एक बंदा काम कर रहा है, छोटी स्क्रीन पर भी पता चल जाता है
یہ کام غلط کر رہا ہے، یہ اتار کے پتہ لگ جاتا ہے، یہ اس کی فوٹو ہے، اس کے اوپر پاؤں سے چپل اتار کے ڈائریکٹ مار رہا ہے، تو بڑی اسکرین کرنے پر کیا ہے؟ یہ چیزیں ہیں، یہ سامنے جب لاؤ گے تو آپ کو ہر چیز کا معلوم ہو جائے گا کہ آپ کی نیت میں کیا ہے۔ بات یہ عامر صاحب، آپ کا دعویٰ ہے کہ ہم مسلمان اصلی ہے، ہمارا دعویٰ ہے ہم مسلمان ہیں، تو کیا آپ کی طرف سے یا ہماری طرف سے اللہ کا قرآن اور اللہ کا دین یہ اجازت دیتا ہے کہ مخالفوں کے ساتھ ایسا کام کرو؟ آپ الفن بتا دو، میں احمدیوں سے بھی پوچھتا ہوں، آپ کو بھی بتا، آپ کا دیتا ہوگا، میرا قرآن اجازت نہیں دیتا۔ ہمارا قرآن تو اجازت دیتا ہے، ہمارا قرآن تو اجازت دیتا ہے کہ جتنی کوئی زیادتی کرے اگر آپ صبر کریں تو بہتر ہے، لیکن اگر بدلہ لینا چاہیں تو اتنی زیادتی آپ بدلے میں کر سکتے ہیں۔ ہمارا قرآن تو یہ آپ کا ذاتی معاملات میں ہے عامر صاحب، اتنا بڑا عالم آپ ہیں، آپ کو ابھی تک یہ نہیں پتا یہ دینی معاملات نہیں ہے، یہ آپ کے ذاتی معاملات میں آپ کے ساتھ کچھ ایسا کرتا ہے تو آپ اتنا بدلہ لے سکتے ہیں۔ جو دین کا مالک ہے وہ خدا جو ہے وہ تمہیں کہہ رہا ہے، مجھے کہہ رہا ہے کہ کسی کے جھوٹے خدا کو برا بھلا مت کہو، آپ کو کہو نہیں ہم نے تو ایسا کہنا ہے۔ خدا کے بندے، دین کا مالک جو ہے، دین کے معاملات اس کے ہیں، ذاتی معاملات اس نے آپ کے اوپر چھوڑ دیا ہے کہ جتنی زیادتی آپ کے ساتھ کوئی کرتا ہے آپ اتنی کر سکتے ہو۔ یہ بھی غلط بات ہے، لے جاؤ، یہ بھی غلط بات ہے۔ دین کے اندر یہ اجازت ہے کہ جب وہ آپ کے دین کے خلاف ایک کفریہ شرکیہ دعویٰ کریں، آپ اپنا حق بیان کریں اور ان کا بطلان بیان کریں، دین کے اندر یہ بات ہے۔ ابو سفیان نے سامنے والے پہاڑ پہ کھڑے ہو کے کہا اولو الحبل، نبی علیہ السلام نے کہا عمر کھڑے ہو کر اونچی آواز سے کہو اللہ اعلی و اجل، تمہارے یہ بت یہ کسی کام کے نہیں، یہ کچھ نہیں کر سکتے، یہ جہنم میں جلائے جائیں گے، یہ جہنم میں پھینکے جائیں گے، یہ ان کے اوپر تو مکھی بیٹھ جائے، ان کا کھانا لے جائے، وہ نہیں واپس لا سکتے، یہ کسی کام کے نہیں ہیں جن کی تم پوجا کرتے ہو۔ یہ دین کی تو پہلے بات ہے، ذاتی میں کر رہا ہوں، ذاتی طور پر بھی اگر کوئی زیادتی کرتا اتنا بدلہ لے سکتا۔ سوال گندم جواب چھولے، اور یہ تو دین کا پیغام ہے نا کہ ہم نے خدا تعالیٰ کی وحدانیت بیان کرنی ہے، یہ تو اس کو کون منع کر رہا ہے؟ لیکن ذاتی معاملات میں، دینی معاملات میں آپ کے خدا کو کوئی برا بھلا کہے گا تو اس نے منع کر دیا ہے کہ تم نے کسی کے خدا کو بھی برا بھلا نہیں کہنا، وہ دین کا مالک ہے۔ اگر جتنی زیادتی ہوئی ہے تو اللہ تعالیٰ نے یہاں پر وہ کیوں نہیں بیان کیا جتنی وہ تمہارے خدا سے زیادتی کریں تم بھی اتنی کر لیا کرو؟ خدا کے بندے، ملک صاحب عامر صاحب پلیز چھوٹی چھوٹی بات کریں، چھوٹی چھوٹی ٹائم تھوڑا ہے نا، میں بزی ہو جاؤں، جب مرضی ہوتی ہے لمبی کر دیتے اس کا ہوں، تو بھی میں اتنی بات ہی کروں گا جتنی آپ کہہ رہے ہیں، اتنے ایک منٹ کے اندر اندر بات ختم کر، میں بھی اتنی کر رہا، میں کوئی زیادہ نہیں کر رہا، کر لیں بات۔ بات یہ ہے کہ مجھے جو اسلام مجھے سمجھ ہے، نہ احمدیت کا نہ آپ کا، وہ قرآن کا دین، کہ دین کے معاملے میں کسی ہندو کے بھی اقارب کو برا بھلا نہیں کہنا۔ ہاں ان کے عقیدوں کے خلاف ہم ضرور بولیں گے کیونکہ یہ اللہ کا حکم ہے، اللہ کی وحدانیت بیان کریں گے، اس کی وحدانیت بیان کرنے میں کسی کے خدا کی توہین ہوتی ہے تو 100 بار ہو جائے، میں کوئی پرواہ نہیں، لیکن ان کے خداؤں کا نام لے کر ہم نے توہین یا برا بھلا نہیں کہنا۔ ٹھیک، یہ ہمارا دین کہتا ہے کہ بالکل آپ کسی کو گالی مت دو، کسی کے جھوٹے خدا کو بھی گالی مت دو، نہ ہم نے کبھی گالی دی ہے۔ اگر ہم گالی میں پہل کریں تو پھر تو یہ ہماری طرف سے زیادتی ہے، لیکن اگر کوئی گالی دے ہمارے محبوب نبی کو صلی اللہ علیہ وسلم تو ہمارا حق ہے کہ ہم بھی ان پر اتنی زیادتی کر لیں جو انہوں نے حجب بیان کی ہمارے محبوب نبی کی، ہم بھی ان کی حجب بیان کرنے پر اختیار رکھتے ہیں کہ یہ جھوٹے ہیں، یہ باطل ہیں، یہ گمراہ ہیں، یہ کذاب ہیں، یہ دجال ہیں، جو شریعت کا بیان ہے ہم بھی کرنے کا حق رکھتے ہیں۔ اس میں کون سی غلط بات ہے بھائی؟ میں غلط بات یہ کہہ رہا ہوں کہ اگر آپ حق رکھتے ہو پھر آپ یہ بھی حق رکھ لو کہ توبہ، پھر آپ نے ابھی کہنا شاطمیت ہوگی، وہ آپ کسی جگہ ٹھہرنے ہی نہیں دیتے نا، آپ جو باتیں ہمیں کہہ رہے ہو خود نہیں کرتے ہو، اور قرآن منع کر رہا ہے کہ جو کام تم خود نہیں کرتے دوسروں کو کرنے کو کیوں کہتے ہو؟ آپ کو قرآن کا علم ہی نہیں ہے تو اس پر عمل درآمد نہیں کرتے ہیں۔ ابھی میں آپ سے سوال کروں گا، سن لیں، میں آپ سے سوال کروں گا، آپ نے مجھے نیچے سے شاطمیت کر دی، شاطمیت پہ آ گیا، شاطمیت پہ آ گیا، وہ بات اپنے لیے برداشت کرو، جو خود اپنا حق لے رہے ہو دوسرے کو بھی اس کا حق دو کہ بھائی جو ہم کر رہے ہیں تم اگر اس میں ایسے ہمارے لیے خیالات رکھتے ہو لوگ کو تو تم بھی اس طرح کر سکتے ہو۔ کہتے ہو نہیں تمہارے پاس حق نہیں ہے کسی اور کے پاس، ہمیں صرف اللہ نے ویٹو پاور دے دی، ہم سچے اور سرکاری مسلمان ہیں، ہمیں اللہ نے حق دے دی، ہم جو مرضی کریں۔
अच्छा, पहली बात तो ये है कि ये शातमियत जो है ना, ये तो आपकी ज़रूरत है, इसके अलावा और कोई हल नहीं है आपके पास। लेकिन ये शातमियत आप तब करें ना, पहले आप ये दावा करें कि जिस तरह मोहम्मद अरबी सल्लल्लाहु अलैहि वसल्लम इमामुल अंबिया, बाद अज खुदा बुजुर्ग तूई, किस्सा मुख्तसर, जितनी वो अजीम हस्ती हैं उनकी तरह का कोई उतनी अजीम हस्ती का कोई बंदा है तो फिर आप शातमियत करें ना। जब उनकी जूती के बराबर भी कोई नहीं, उनकी जूती के साथ लगी हुई मट्टी के बराबर भी कोई नहीं हो सकता, तो ये शातमियत क्यों आप करेंगे और क्यों हम आपको इजाजत देंगे कि आप उनकी कोई मिसाल दें? इसलिए बात यह है कि हमने सिर्फ उतना ही बदला लेना है जितना कोई हमारे साथ ज्यादती जुल्म करेगा। ये इसकी हमें शरीयत इजाजत देती है। हमारा कुरान, आप कहते हैं आपको कुरान की समझ नहीं, हमारा कुरान ही और है। हमारा कुरान 1857 में नहीं उठाया गया था, हमारा कुरान ही और है, आपका कुरान और है, हमारा कुरान और है। आपकी शरीयत और है, हमारी शरीयत और है, हमारा दीन और है, आपका दीन और है, हमारी हर चीज़ आपसे अलग है। मलिक साहब, इसको अपने आप से ज्यादती ना करें, अपने आप से धोखा ना करें। ये अलग-अलग दोनों चीज़ हमारे कुरान में ये लिखा हुआ है और ये इजाज़त है कि जितनी कोई ज्यादती करे हम उससे कर सकते हैं। हम पहल करें तो फिर आगे कोई शिकायत करें, भाई इतनी सी बात है। मौजूद है मेरी तस्वीर के ना निकी की है, कर दो वड्डी कर दो, मारेगा जब रेलवी आ गया। जी अमन नज़ीर साहब, अपने कौन दोस्त जिन्होंने फोटो लाई? ये नासिर भट्ट की फोटो लाई जी। अच्छा, ਤੁਹਾਡੇ ਦੋਸਤ ਨੇ? पता नहीं जी, साढ़े दोस्त ने कि दुश्मन ने। ओ मेरी ते मेरे अब्बा जी की थल्ले फोटो लगी ते उत्ते तुहाडे तरह खलीफियां की फोटो लगी। जो लफज मेरे अब्बा जी वास्ते लिखे ने उन्हें ओही जनाब है बंदियां ने तुहाडे खलीफियां वास्ते लिखे ने। ए नासिर भट्ट ने लिखवाए ने, कल आख्या सी ना उन्होंने। अच्छा, ਉਹਨਾਂ ਦੀ ओरिजिनल फोटो है नासिर भट्ट साहब दी? ये मसला नहीं है जी जी ओरिजिनल, हाँ जी। अभी आपको ਤੇ ਉੱਤੇ ਨਾਂ ਸ਼ਾਂ ਲਿਖ ਕੇ ਲਾਣਾ ਸੀ, ਫਿਰ ਪਤਾ ਲੱਗਦਾ ਨਾਸਿਰ ना भट्ट लिख लो, साहब। ना लिख लो, अच्छा ना लिख लें। बात ये है कि ਤੇ आप ਇੱਕ ਮਿੰਟ ਮਲਕ ਸਾਹਿਬ, ਗੱਲ ਸੁਣ ਲਓ। ਤੇ ਤੁਹਾਡੀ ਜ਼ਾਤੀ ਉਹਨਾਂ ਨਾਲ ਕੋਈ ਦੁਸ਼ਮਣੀ ਹੈ ਤਾਂ ਤੁਸੀਂ ਆਪਣੇ ਜਿਹੜੇ ਨੇ ਸਾਡੇ ਖੁਲਫਾਏ ਵਕਤ ਇਹਨਾਂ ਦੀਆਂ ਫੋਟੋਆਂ ਨਾਲ ਕਿਉਂ ਲਾਈਆਂ? हाँ, मेरे नाल उनकी जाती दुश्मनी ते मेरे अब्बा जी की फोटो क्यों नाल लगी? ओ नाल मेरे अब्बा जी ने उनका केक शूट किया। ਪਹਿਲਾਂ ਹੀ ਹੈ आज़िया भाई ਨੂੰ ਪੁੱਛੋ ਪਹਿਲੇ ਤਾਂ ਆਜ਼ਾਦੀ ਦੁਸ਼ਮਣੀ ਆ ਤਾਂ ਇਹਨਾਂ ਨੂੰ ਸੇਕਾ ਤੇ ਦਿੰਦਾ ਵਾ ਅਮਰ ਨਜ਼ੀਰ, ਤੇ ਉਹਨਾਂ ਦੇ ਵਾਲਾ ਸਾਹਿਬ ਨੇ ਕੀ ਕੀਤਾ? ਨਹੀਂ ਤੇ ਤੁਹਾਡੇ ਕੋਲ ਪ੍ਰਾਈਵੇਟ ਵਿੱਚ ਉਹਨਾਂ ਦਾ ਨੰਬਰ ਹੋ ਤਾਂ ਉੱਥੇ ਤੁਸੀਂ ਗੱਲਬਾਤ ਕਰ ਲਓ ਉਹਨਾਂ ਨਾਲ। ਨਹੀਂ ਜਦੋਂ ਉਹਨਾਂ ਨੇ ਸਰੇਆਮ ਲਾਈਆਂ ਵਾ, ਮੈਂ ਤੇ ਹਾਲੇ ਮਿਰਜ਼ਾ ਸਾਹਿਬ ਨੂੰ ਮਾਫ ਕਰ ਦਿੱਤਾ, ਮੈਂ ਤੇ ਇੱਥੇ ਮਿਰਜ਼ਾ ਸਾਹਿਬ ਨੇ ਮੁਟੰਗਣਾ। ਉਹਨਾਂ ਨੂੰ 5 ਦਿਨ ਹੋ ਗਏ ਮੁਖਾਲਫਤ ਦੇ ਵਿੱਚ ਤੁਸੀਂ ਕੁਝ ਵੀ ਕਰ ਸਕਦੇ ਹੋ ਆਪਣੇ। ਨਹੀਂ ਤੁਹਾਡੇ ਚ ਕੋਈ ਬੰਦਾ ਉੱਥੇ ਗਿਆ, ਉਹਨੂੰ ਜਾ ਕਿਹਾ ਉਹਨਾਂ ਨੇ ਤੁਹਾਡੇ ਚੋਂ ਵੀ ਇਹ ਨਾ ਕਰੋ ਹਰਕਤ, ਠੀਕ ਨਹੀਂ। 5 ਦਿਨ ਅਸੀਂ ਬਰਦਾਸ਼ਤ ਕੀਤੀ ਬੈਠੇ ਆ, ਹੋਰ ਕੀ ਕਰੀਏ? ਯਾ ਰਸੂਲ ਸਾਹਿਬ, ਮੇਰੀ ਗੱਲ ਸੁਣੋ, ਮੇਰੀ ਤੇ ਕੋਈ ਜੁਰਤ ਨਹੀਂ ਭਾਈ ਜੀ ਉੱਥੇ ਜਾਣ ਦੀ, ਤੇ ਨਾ ਹੀ ਮੈਂ ਜਾ ਸਕਦਾ। ਚਲੋ ਤੁਹਾਡੀ ਗੱਲ ਠੀਕ ਹੈ, ਵੇਖੋ ਅਸੀਂ 5 ਦਿਨ ਤੋਂ ਬਰਦਾਸ਼ਤ ਕਰ ਰਹੇ, 5 ਦਿਨ ਹੋ ਗਏ। ਸਨਾਉਲਾ ਅੰਮ੍ਰਿਤਸਰੀ ਸਾਹਿਬ ਦੀ ਫੋਟੋ ਵਿਗਾੜ ਕੇ ਲਾਈ ਹੈ, ਤੇ ਬਾਰਾ ਲਾਣੀ ਨਹੀਂ ਚਾਹੀਦੀ ਨਾ ਉਹਨਾਂ ਨੂੰ ਨਾ ਤੁਹਾਨੂੰ। ਕੁਝ ਜ਼ਾਤੀ ਰਾਏ ਤੇ ਤੁਸੀਂ ਮੌਲਾਨਾ ਸਨਾਉਲਾ ਅੰਮ੍ਰਿਤਸਰੀ ਦੀ ਕੋਈ ਫੋਟੋ ਨਹੀਂ ਹੈ। ਫੋਟੋ ਜਿਹਦੀ ਮਰਜ਼ੀ ਆਂਦੀ ਉਹ ਮੈਂ ਲਿਖ ਕੇ ਤੇ ਉਹਦੇ ਉੱਤੇ ਤੁਹਾਡੇ ਉਹ ਕਿਸੇ ਬੰਦੇ ਦਾ ਨਾਮ ਲਿਖ ਸਕਣਾ ਕਿ ਉਹਦੀ ਫੋਟੋ ਹੈ। ਮੌਲਾਨਾ ਜੀ ਸਨਾਉਲਾ ਬਿਲਕੁਲ, ਅਸੀਂ ਵੀ ਨਹੀਂ ਵੇਖੀ ਮੌਲਾਨਾ ਸਨਾਉਲਾ ਕੋਈ ਉਹਨਾਂ ਦੀ ਤਸਵੀਰ ਹਜੇ ਤੱਕ ਅਸੀਂ ਨਹੀਂ ਵੇਖੀ ਉਹਨਾਂ ਦੀ। ਤੇ ਬਹਰਲ ਬੜੇ ਖੂਬਸੂਰਤ ਲੱਗਦੇ ਨੇ ਭੱਟ ਸਾਹਿਬ ਇੱਥੇ ਤੇ, ਜੰਗ ਲੱਗ ਰਹੇ ਨੇ। ਨਵੀਂ ਫੋਟੋ ਕਿ ਪੁਰਾਣੀ ਹੈ? ਪੁਰਾਣੀ ਫੋਟੋ, ਬਹੁਤ ਜ਼ਿਆਦਾ ਪੁਰਾਣੀ ਨਹੀਂ ਹੈ, ਇਹ 2022 ਦੀ ਹੈ, 2-3 ਸਾਲ ਪੁਰਾਣੀ। ਇਹ ਲੱਗਦਾ ਬੰਦਾ ਮੇਰੇ ਕੋਲ ਵੀ ਦਿਹਾੜੀਆਂ 4-5 ਲਾ ਕੇ ਗਿਆ, ਕੋਈ ਕੰਮ ਕੁਮ ਕਰਕੇ ਗਿਆ ਮੇਰੇ ਕੋਲ। ਹੈ ਮੈਨੂੰ ਲੱਗਦਾ ਏਦਾਂ ਕੁਛ ਅਰਸਾ ਪਹਿਲੇ ਹਸਪਤਾਲ ਕੀ ਕਰਦਾ ਰਿਹਾ ਤੁਹਾਡੇ ਕੋਲ? ਕੀ ਕਰਦਾ ਰਿਹਾ ਤੁਹਾਡੇ ਧੋਨੀ ਕੋਲ? ਦੇ ਨਾਲ ਤਾਂ ਨਹੀਂ ਸੀ ਆਇਆ? ਨਹੀਂ, ਇਹਦੀ ਸ਼ਕਲ ਮੈਨੂੰ ਲੱਗਦਾ ਵੇਖੀ ਹੈ ਤੇ ਮੇਰੇ ਕੋਲ ਕੰਮ ਕੀਤਾ ਕੋਈ 3-4 ਦਿਹਾੜੀਆਂ ਦਾ ਨਾ। ਕੀ ਕੰਮ ਕਰਾਇਆ ਜੇ ਇਹਦੇ ਕੋਲ? ਗੌਰ ਨਾਲ ਵੇਖੋ ਵਾਲਾ ਠਹਿਰ ਜੇ ਮੈਂ ਦੁਬਾਰਾ। ਨਹੀਂ, ਹਸਪਤਾਲ ਦਾ ਜਿਹੜਾ ਹਸਪਤਾਲ ਕੱਪੜੇ ਦਾ ਹਸਪਤਾਲ ਲਾਈਦਾ, ਕਿਉਂਕਿ ਉੱਥੇ ਕੀ ਕਰਦਾ ਸੀ? ਮੇਰੇ ਬਾਰੇ ਭੇਦ ਸ਼ੇਰ ਬੜੇ ਜਾਣਦਾ ਤੇ ਇਹਨੂੰ ਕੋਈ ਨਾ ਕੋਈ ਪਤਾ ਹੀ ਹੈ ਤੇ ਭੇਦ ਜਾਣਦਾ। ਹਾਂ, ਅੱਛਾ। ਕਿਉਂਕਿ WhatsApp ਗਰੁੱਪਾਂ ਦੀ ਵਾਵਾ ਐਕਟਿਵ ਹੈ ਤੇ ਮੇਰੇ ਬਾਰੇ ਬੜੀਆਂ ਗੱਲਾਂ ਕਰਦਾ ਨਾ। ਕਿ ਮੇਰਾ ਪੂਰਾ ਬਾਇਓਡਾਟਾ ਇਹਨੂੰ ਪਤਾ ਹੈ। ਤੇ ਮੈਂ ਤੇ ਹੁਣ ਇਹਦੀ ਫੋਟੋ ਲਾ ਕੇ ਤੇ ਗਾਲਾਂ ਚਲਾਉਣੀਆਂ ਨੇ ਜਿਹੜੀਆਂ ਇਹਨੇ ਮੈਨੂੰ ਕੱਢੀਆਂ ਨੇ ਨਾ, ਉਹ ਗਾਲਾਂ ਮੈਂ ਸਰੇਆਮ ਚਲਾਉਣੀਆਂ ਨੇ ਹੁਣ ਕਿਸੇ ਦਿਨ ਨਾ, ਕਿਉਂਕਿ ਬਖਸ਼ਿਸ਼ ਮੇਰੇ ਵੱਲੋਂ ਵੀ ਕਿਸੇ ਨੂੰ ਨਹੀਂ ਹੋਣੀ। ਬਿਲਕੁਲ। ਤੇ ਮੇਰੀ ਪੁਰਾਣੀ ਇੱਕ ਫੋਟੋ, ਮੇਰੀ ਆਪਣੀ ਪਤਾ ਨਹੀਂ ਕਿਹੜੇ ਪਿਓ ਦੀ ਫੋਟੋ ਲੈ ਕੇ ਲਾਈ ਫਿਰਦੇ ਨੇ, ਤੇ ਮੈਂ ਇਹਨਾਂ ਨੂੰ ਹੁਣ ਨਵੀਂ ਫੋਟੋ ਤੁਹਾਨੂੰ ਮੈਂ ਕੱਲ ਦਿੰਦਾ ਤੇ ਇਹਨਾਂ ਨੂੰ ਭੇਜ ਦਿਓ, ਉਹ ਮੇਰੀ ਲਾਣ ਹੈ। ਆਹੋ, ਤੁਹਾਡੀ ਇੱਕ ਲਾਈ ਸਨ ਨੇ ਤੇ ਉੱਥੇ ਥੱਲੇ ਪਤਾ ਨਹੀਂ ਕੀ ਲੂਲਾ ਲਿਖਿਆ ਸਨ, ਕੀ ਇਸ ਤਰ੍ਹਾਂ ਕੋਈ ਗੰਦੇ ਨਹੀਂ, ਉਹ ਪਤਾ ਨਹੀਂ ਕਿਹੜੇ ਆਪਣੇ ਪਿਓ ਦੀ ਲਾਈ ਨਾ, ਮੇਰੀ ਲਾਣ, ਮੈਂ ਤੇ ਇਹਨਾਂ ਮੇਰੀ ਲਾਣ।
ਤੇ ਪਰ ਤੁਸੀਂ ਇਹਨਾਂ ਨੂੰ ਕਿਤੇ ਕੈਮਰਾ ਹੀ ਆਨ ਕਰਕੇ ਵਹਾ ਦਿਓ ਸਾਹਮਣੇ ਬੈਠ ਕੇ ਕਰ ਗੱਲ ਦਿਓ ਫੋਟੋ ਆਪਣੇ ਅਮਨ ਨਜ਼ੀਰ ਸਾਹਿਬ। ਕਿਹੜੀ ਫੋਟੋ ਜੀ? ਇਹ ਨਾਸਰ ਬੱਟ ਦੀ ਚੇਂਜ ਕਰ ਦਿਓ ਫੋਟੋ, ਚਲੋ ਕੋਈ ਨਹੀਂ, ਮਸਲਾ ਹੋ ਜਾਂਦਾ ਹੈ। ਤੇ ਉਹਨੂੰ ਇਜਾਜ਼ਤ ਹੋਣੀ ਚਾਹੀਦੀ ਹੈ ਕਿ ਉਹ ਲੋਕਾਂ ਦੀਆਂ ਲਾਏ। ਸਾਨੂੰ ਨਹੀਂ ਇਜਾਜ਼ਤ, ਸਾਨੂੰ ਨਹੀਂ ਲਾਉਣੀ ਚਾਹੀਦੀ। ਫਾਈਟਰ ਦੀ ਲਾਓ ਨਾ, ਫਾਈਟਰ ਦੀ ਹੈ ਮੇਰੇ ਕੋਲ, ਜੇ ਚਾਹੀਦੀ ਜੇ ਤੁਹਾਨੂੰ ਕੱਲ ਦਿੰਦੇ ਆ। ਮੈਂ ਪਿਆ ਕਹਿਣਾ ਸਰ ਕਿ ਫਾਈਟਰ ਹੋਵੇ ਜਾਂ ਕੋਈ ਹੋਵੇ, ਗੁਰੂ ਤੇ ਇਹ ਹੀ ਹੈ ਨਾ, ਉਹ ਤੇ ਚੇਲਾ ਹੈ ਨਾ। ਨਹੀਂ ਤੇ ਉਹਨੂੰ ਤਾਂ ਜਮਾਤ ਦਾ ਕੋਈ ਬੰਦਾ ਮੂੰਹ ਹੀ ਨਹੀਂ ਨਾ ਲਾਉਂਦਾ। ਨਾਸਰ ਬੱਟ ਨੂੰ ਕੌਣ ਮੂੰਹ ਲਾਉਂਦਾ ਜੀ? ਯਾਨੀ ਜਮਾਤ ਚ ਖਰਾਜ ਹੋ ਗਿਆ ਉਹਦਾ? ਨਹੀਂ, ਅਸੀਂ ਅਖਰਾਜ ਦਾ ਤਾਂ ਨਹੀਂ ਆਂਦੇ, ਪਰ ਲਾ ਤਲਕੀ ਹੈ ਨਾ ਹਰ ਬੰਦੇ ਦੀ। ਇਹ ਹੁਣੇ ਜਿਵੇਂ ਆਂਦੇ ਨੇ ਜੀਵ ਦਾ ਲੱਖ ਦਾ ਤੇ ਮੋਇਆ 1.25 ਲੱਖ ਦਾ, ਇਹ ਹੁਣੇ ਉਹਦੇ ਨਾਲ ਕੋਈ ਨੁਕਸਾਨ ਉਹਦਾ ਹੋਵੇ ਤੇ ਸਾਰੀ ਜਮਾਤ ਨੇ ਉਹਦੇ ਉੱਤੇ ਢਹਿ ਪੈਣਾ। ਸਾਡਾ 1.25 ਲੱਖ ਦਾ, ਸਾਡਾ 1.25 ਲੱਖ ਦਾ ਬੰਦਾ ਗੁਸਤਾਖੀ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੰਦੀ ਕੋਈ। ਤੇ ਫਿਰ ਨਹੀਂ, ਅਗਰ ਇਜਾਜ਼ਤ ਨਹੀਂ ਦਿੰਦੀ ਤੇ ਜਮਾਤ ਨੂੰ ਨਹੀਂ ਪਤਾ ਇਹ 1.5-2 ਸਾਲ ਹੋਏ ਨੇ ਇੱਥੇ ਕੀ ਪਿਆ ਕਰਦਾ ਟਿਕਟਾਕ ਦੇ ਉੱਤੇ। ਅਮਨ ਨਜ਼ੀਰ ਸਾਹਿਬ ਤੁਸੀਂ ਵੀ ਤਾਂ ਘੱਟ ਨਹੀਂ ਕੀਤੀ। ਸਫੀਆ ਨੇ, ਅਟਵਾਲ ਸਾਹਿਬ, ਅਸੀਂ ਹਮੇਸ਼ਾ ਰਿਐਕਸ਼ਨ ਹੀ ਦਿੱਤਾ। ਮੈਂ ਕਹਿੰਦਾ ਸਫੀਆ ਬਾਜੀ ਨੇ 2 ਦਿਨ ਕਿਤਾਬਾਂ ਪੜ੍ਹੀਆਂ ਨੇ, ਤੀਜੇ ਦਿਨ ਖਰਾਜ ਹੋ ਗਿਆ। ਜਿਹੜੇ ਨੇ ਸਾਡੇ ਹਜ਼ਰਤ ਮਸੀਹ ਮੌਦ ਅਲੈਹਿਸਲਾਮ, ਉਹਨਾਂ ਦੀ ਫੋਟੋ ਦੇ ਉੱਤੇ ਗੁਸਤਾਖੀ ਕਰਨਾ ਇਹ ਰਿਐਕਸ਼ਨ ਹੈ? ਹਾਂ ਬਿਲਕੁਲ ਰਿਐਕਸ਼ਨ ਹੈ। ਅਗਰ ਤੁਸੀਂ ਸਾਡੇ ਕਿਸੇ ਤੁਸੀਂ ਆਪਣੀ ਨਾਂ ਦਾ ਮਸਲਾ ਬਣਾ ਲੈਂਦੇ। ਹਾਂ ਸਾਡੇ ਵੇਖੋ ਨਾ, ਕੱਲ ਅੱਲਾ ਹਜ਼ਰਤ ਦੀ ਉਹਨੇ ਫੋਟੋ ਲਾਈ ਸੀ ਨਾਸਰ ਬੱਟ ਨੇ, ਤੇ ਅਸੀਂ ਅਗਰ ਮਿਰਜ਼ਾ ਕਾਦੀਆਨੀ ਲਿਖ ਕੇ ਕਜ਼ਾਬ ਤਜਾਲ ਉੱਤੇ ਲਾ ਦਈਏ ਤੇ ਕੀ ਹੈ ਰਜੇ? ਉਹ ਉਹਨਾਂ ਨਾਲ ਤੇ ਜ਼ਿਆਦਾ ਇਹਨਾਂ ਦੇ ਫਾਲੋਇੰਗ ਹੈ। ਅੱਲਾ ਹਜ਼ਰਤ ਦੀ ਫਾਲੋਇੰਗ ਜਿਹੜੀ ਨਫ਼ਰਤਾਂ ਘਟਣਗੀਆਂ ਕਿ ਵਧਣਗੀਆਂ? ਭਾਈ ਅਸੀਂ ਸਾਨੂੰ ਕੀ ਲਾਲਚ ਨਫ਼ਰਤ ਘਟਾਉਣ ਚ? ਅਸੀਂ ਕੀ ਕਰਨੇ ਘਟਾ ਕੇ? ਰਿਸ਼ਤੇਦਾਰੀ ਕਰਨੀ ਅਸੀਂ ਮਰਜ਼ਾਈਆਂ ਨਾਲ। ਟਿਕਟੋਕ ਦੇ ਪਲੇਟਫਾਰਮ ਤੇ ਤੁਸੀਂ ਵੀ ਐਕਟਿਵ ਹੈ ਤੇ ਅਸੀਂ ਲੋਕ ਵੀ ਐਕਟਿਵ ਹਾਂ, ਫੇਰ ਉਹ ਤੁਹਾਡੀ ਕੋਲ ਲਾਉਣਗੇ। ਮੈਂ ਕਹਿੰਦਾ ਲਾਈ ਜਾਓ। ਹੁਣ ਮੁਕਾਬਲਾ ਸ਼ੁਰੂ ਉਹਨਾਂ ਕੀਤਾ ਔਰ ਉਹ ਰੁਕ ਨਹੀਂ ਰਹੇ, ਬਾਰ-ਬਾਰ ਲਾਈ ਜਾ ਰਹੇ ਨੇ। ਬੰਦੇ ਆਉਂਦੇ ਨੇ, ਸਿਰਫ ਸਾਨੂੰ ਆ ਕੇ ਕਹਿੰਦੇ ਨੇ ਉਧਰ ਕੋਈ ਨਹੀਂ ਜਾਂਦਾ। ਉਧਰ ਸਾਡੇ ਜਿੱਥੇ ਉਹ ਰਹਿੰਦਾ ਉਹ ਦਰਖਾਸਤ ਲਿਖ ਕੇ ਦਿਓ, ਆਪੇ ਅਗਲੇ ਹਟਾ ਲੈਣਗੇ। ਸਾਨੂੰ ਕਿਹੜੀ ਲੋੜ ਹੈ ਦਰਖਾਸਤ ਲਿਖ ਕੇ ਦੇਣ ਦੀ ਜੀ? ਕਿ ਸਾਨੂੰ ਮਜਬੂਰੀ? ਸਾਨੂੰ ਕੋਈ ਮਤਲਬ ਹੈ ਕਿ ਮਜਬੂਰੀ ਹੈ? ਕੋਈ ਤੁਸੀਂ ਇੰਜ ਕਰਦੇ ਜੇ ਆਪਣੇ ਅਮਨਜੀਤ ਸਾਹਿਬ, ਅਸੀਂ ਰਿਐਕਸ਼ਨ ਦੇ ਸਕਨੇ ਆ ਸਰ। ਕਰਦਾ ਤੇ ਅਸੀਂ ਤਾਂ ਇੰਜ ਕਰਨੇ। ਅਠਵਾਲ ਸਾਹਿਬ, ਜਿਹੜਾ ਬੰਦਾ ਬਦਲਾ ਲੈਣ ਜੋਗਾ ਹੋਵੇ ਨਾ, ਉਹਨੂੰ ਦਰਖਾਸਤ ਪਰਚਾ ਦੇਣ ਦੀ ਕੋਈ ਨਹੀਂ ਲੋੜ ਹੁੰਦੀ ਹੈ। ਥਾਣੇ ਦਰਖਾਸਤ ਉਹ ਦਿੰਦਾ ਹੈ ਜਿਹਦੇ ਕੋਲ ਆਪ ਲੱਤਾਂ ਬਾਹਾਂ ਚੋਂ ਇੰਨੀ ਤਾਕਤ ਨਾ ਹੋਵੇ, ਉਹਦੀਆਂ ਲੱਤਾਂ ਨਾ ਭੰਨ ਸਕਦਾ ਹੋਵੇ। ਤੇ ਜੇ ਉਹ ਆਪ ਲੱਤਾਂ ਭੰਨ ਸਕਦਾ ਹੋਵੇ ਤੇ ਉਹਨੂੰ ਥਾਣੇ ਜਾਣ ਦੀ ਤੇ ਪਰਚਾ ਦੇਣ ਦੀ ਕਿਹੜੀ ਲੋੜ ਹੈ? ਉੱਥੇ ਪਰਚਾ ਦੇਗਾ, ਦਰਖਾਸਤ ਦੇਗਾ, ਕੀ ਪਤਾ ਕਦੋਂ ਜ਼ਮਾਨਤ ਹੋ ਜੇ, ਕੀ ਤਾਂ ਕਿੰਨੀ ਦੇਰ ਉਹਨੂੰ ਬਰੀ ਕਰ ਦੇਣ, ਇਨਕੁਆਇਰੀ 'ਚ ਬੇਕਸੂਰ ਕਰ ਦੇਣ। ਦਫਾ ਕਰੋ। ਦਰਖਾਸਤ ਪਰਚਾ ਲਿੱਸਾ ਨਿਆਂ ਹੁੰਦਾ ਸਾਡੇ ਪਿੰਡਾਂ 'ਚ। ਹੁਣ ਵੇਖੋ ਨਾ ਅਮਨ ਨਜ਼ੀਰ ਸਾਹਿਬ, ਹੁਣ ਉਹ ਬੰਦੇ ਇਹਨੂੰ ਭਾਵੇਂ ਨਾ ਜਾਣਦੇ ਹੋਣਾ, ਤੁਸੀਂ ਫੋਟੋ ਲਾਈ ਹੈ ਤੇ ਬੰਦੇ ਥੱਲੇ ਉੱਤੇ ਵੀ ਹੁਣ 70-80 ਹੋ ਗਏ ਨੇ, ਥੱਲੇ ਵੀ ਕੋਈ ਸੁਣਨ ਵਾਲੇ ਨੇ, ਕੋਈ ਫਾਰੀੂ ਬੋਲੇ ਨੇ। ਇਹ ਬਾਹਰ ਸਾਰੇ ਮਰਜ਼ਈ ਬਹਿ ਕੇ ਸੁਣਦੇ ਨੇ ਬਨੇਰਿਆਂ ਤੇ। ਉਹ ਨਾ ਤੁਸੀਂ ਇਹ ਬੰਦਾ ਤੇ ਪਪੂਲਰ ਹੋ ਗਿਆ ਨਾ, ਫਿਰ ਚੰਗਾ ਨੂੰ ਪਪੂਲਰ ਕਰਨਾ ਚਾਹੀਦਾ ਨਾ। ਜਿਹੜਾ ਜਮਾਤ ਦਾ ਮੁਬੱਲਗ ਹੈ, ਜਿਹਨੇ ਤਬਲੀਗ ਸਿਰ ਤੇ ਚੁੱਕੀ ਹੈ, ਇਹਨੂੰ ਮਸ਼ਹੂਰ ਕਰਨਾ ਚਾਹੀਦਾ। ਇਹਨੂੰ ਤੁਸੀਂ ਖੁੱਡੇ ਲਾਇਆ, ਉੱਥੇ ਇੱਕ ਖੁੱਡੇ ਬਹਿ ਕੇ ਟਾਉਂ ਕਰਦਾ ਰਹਿੰਦਾ ਵਿਚਾਰਾ। ਇਹਨੂੰ ਮਸ਼ਹੂਰ ਕਰਨਾ ਚਾਹੀਦਾ। ਇਹ ਅਸਲ ਮੁਬੱਲਗ ਹੈ ਜਮਾਤ ਅਹਿਮਦੀਆ ਦਾ। ਉਹਦੀ ਸਵਾਏ ਵਾਲੀ ਬਾਜੀ ਤੋਂ ਮੈਂ ਕੋਈ ਤਬਲੀਗ, ਇਹਨੂੰ ਅਸੀਂ ਹੁਣ ਮਸ਼ਹੂਰ ਕਰਨਾ ਹੈ। ਨਜਬ ਇੱਕ ਮਿੰਟ ਚੁੱਪ ਵੀ ਕਰ ਜਾ ਕਰ। ਇਹਨੂੰ ਅਸੀਂ ਹੁਣ ਮਸ਼ਹੂਰ ਕਰਨਾ ਹੈ। ਇਹ ਬਹੁਤ ਬੜਾ ਮੁਬੱਲਗ ਹੈ ਜਮਾਤ ਅਹਿਮਦੀਆ ਦਾ। ਇਹਨੂੰ ਆਮ ਕਰੋ, ਇਹਦੀ ਸ਼ਕਲ ਨੂੰ, ਇਹਦੀ ਫੋਟੋ ਨੂੰ, ਇਹਦੀ ਇਸ ਬੂਥੀ ਨੂੰ ਆਮ ਕਰੋ। ਲੋਕਾਂ ਨੂੰ ਪਤਾ ਲੱਗੇ ਕਿ ਇਹ ਉਹ ਮੁਬੱਲਗ ਹੈ ਜਮਾਤ ਅਹਿਮਦੀਆ ਦਾ, ਜਿਹਨੇ ਬਾਅਦ ਤਬਲੀਗ ਸਿਰ ਤੇ ਚੁੱਕੀ। ਜੀ ਉਹਦੇ ਤੇ ਕੁੜੀਆਂ ਮਰਨਗੀਆਂ ਕਾਫੀ ਜ਼ਿਆਦਾ। ਆਹੋ, ਇਹਦੇ ਹੱਥ ਤੇ ਖੱਬੇ ਤੇ ਗਾਨਾ ਹੋਵੇ ਨਾ, ਤੇ ਸੱਜੇ ਤੇ 2 ਚੂੜੀਆਂ ਹੋਣ, ਤੇ ਥੱਲੇ ਘੁੰਗਰੂ ਹੋਣ 2 ਪੈਰਾਂ ਨਾਲ, ਤੇ ਸੋਹਣਾ, ਬਹੁਤ ਸੋਹਣਾ। ਐਡਾ ਤਾਂ ਸੋਹਣਾ ਤਾਂ ਕੋਈ ਹੋ ਹੀ ਨਹੀਂ ਸਕਦਾ। ਨੱਕ ਜਰੂ ਹੋਏ ਜੀ ਬਾਹਰ ਦਰਖਾਸਤ ਹੀ ਅਮਨ ਨਜ਼ੀਰ ਸਾਹਿਬ ਅਗਰ ਲਾ ਦੋ ਤੇ ਨਹੀਂ। ਅਠਵਾਲ ਸਾਹਿਬ, ਅਸੀਂ ਬਦਲਾ ਲੈਣ 'ਚ ਹੱਕ ਰੱਖਣੇ ਆ। ਸਾਡੀ ਸ਼ਰੀਅਤ ਸਾਨੂੰ ਇਜਾਜ਼ਤ ਦਿੰਦੀ, ਤੁਹਾਡੀ ਸ਼ਰੀਅਤ ਨਹੀਂ ਇਜਾਜ਼ਤ ਦਿੰਦੀ। ਤੁਹਾਡੀ ਸ਼ਰੀਅਤ ਤੁਹਾਡੇ ਨਾਲ, ਸਾਡੀ ਸ਼ਰੀਅਤ ਇਜਾਜ਼ਤ ਦਿੰਦੀ ਬਦਲਾ ਲੈਣ ਦੀ। ਸਰ ਅਸੀਂ 1.5-2 ਸਾਲ ਹੋਏ ਨੇ ਇਹਨੂੰ ਅਵਾਇਡ ਕਰਦੇ ਆ। ਹੁਣ ਅਸੀਂ ਬਦਲਾ ਲੈਣ ਦੀ ਠਾਣ ਲਈਏ। ਹੁਣ ਬਦਲਾ ਲੈਣ ਦਾ ਅਸੀਂ ਹੱਕ ਰੱਖਣੇ ਆ। ਫਿਰ WhatsApp ਗਰੁੱਪਾਂ 'ਚ ਕਿਉਂ ਸ਼ਾਮਲ ਜੀ ਇਹਦੇ ਨਾਲ? ਤੁਸੀਂ ਕੌਣ? ਅਗਰ ਇੰਨੀ ਦੁਸ਼ਮਣੀ ਨਜ਼ੀਰ ਸਾਹਿਬ ਕੌਣ WhatsApp ਗਰੁੱਪ? ਤੁਸੀਂ ਅਮਨ ਨਜ਼ੀਰ ਸਾਹਿਬ ਖੁਦ ਕਿਹੜੇ ਗਰੁੱਪ 'ਚ ਮੈਂ ਸ਼ਾਮਲ? ਇਹਦੇ ਨਾਲ ਤੁਸੀਂ ਸ਼ਾਮਲ ਜੇ ਗਰੁੱਪ? ਕਿਸੇ ਗਰੁੱਪ 'ਚ ਮੈਂ ਸ਼ਾਮਲ ਨਹੀਂ, ਮੇਰੇ ਖਿਆਲ 'ਚ ਹੈ। ਮੈਂ ਕਦੇ WhatsApp ਤੇ ਕਿਸੇ ਗਰੁੱਪ ਦਾ ਕਦੇ ਕੋਈ ਮੈਸੇਜ ਨਹੀਂ ਮੈਨੂੰ ਆਇਆ। ਮੈਂ ਤੁਹਾਨੂੰ WhatsApp ਦੀ ਸਾਰੀ ਚੈਟ ਚੈੱਕ ਕਰਾ ਦੇਣਾ। ਮੈਂ ਤਾਂ ਕਦੇ ਨਹੀਂ ਕਿਸੇ ਗਰੁੱਪ ਤੇ, ਮੈਂ ਅਗਰ ਕਿਸੇ ਗਰੁੱਪ 'ਚ ਆਇਆ ਤਾਂ ਮੇਰੇ ਇਲਮ 'ਚ ਨਹੀਂ, ਕਦੇ ਮੈਸੇਜ ਕਿਸੇ ਗਰੁੱਪ 'ਚੋਂ ਆਇਆ ਨਹੀਂ। आमिर साहब आवाज आ रही है मेरी? सुन ਆ ਰਹੀ ਮਲਕ ਸਾਹਿਬ। ਇਹ ਨਾਸਰ ਬੱਟ ਦੀ ਫੋਟੋ ਹੈ ਬਿਲਾਲ ਭਾਈ। ਚਲੋ ਮੈਂ ਥੋੜਾ ਬਿਜ਼ੀ ਹੋਣ ਲੱਗਾ, ਫਿਰ ਬਾਅਦ 'ਚ ਠੀਕ ਹੈ ਅਠਵਾਲ ਸਾਹਿਬ, ਠੀਕ ਹੈ। ਨਹੀਂ, ਇੱਕ ਚੀਜ਼ ਆਮਰ ਭਾਈ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਸੀ ਪਲੀਜ਼। ਅਠਵਾਲ ਸਾਹਿਬ, ਇਹ ਵੇ ਕਿ ਜਿਹੜਾ ਸਫੀਆ ਬਾਜੀ ਨੇ ਕਿਹਾ ਸੀ ਨਾ, ਜਿਹੜਾ ਕੇਸ ਚਲਾਉਂਦੇ ਨੇ ਪਏ,
ਉਹਨਾਂ ਨੂੰ ਜਿਹੜੀ ਸ਼ਨਾਖਤ ਚਾਹੀਦੀ ਸੀ, ਸੋ ਉਹ ਆਲਰੇਡੀ ਮੈਂ ਸੈਂਡ ਕਰ ਦਿੱਤੀ। ਅਠਵਾਲ ਸਾਹਿਬ, ਇਹ ਸਿਰਫ ਸਾਡੀ ਜਾਤ ਦੀ ਹੱਦ ਤੱਕ ਨਹੀਂ ਹੈ ਕਿ ਅਮਨ ਨਜ਼ੀਰ ਨਾਲ ਕੋਈ ਬੁਰਾ ਹੋਇਆ। ਜਿਹੜਾ ਇੱਕ ਔਰਤ ਦੇ ਨਾਲ ਉਹਨੂੰ ਕਾਲਾਂ ਕਰਕੇ ਉਹਦੀ ਇੱਜ਼ਤ ਨੂੰ ਮਜਰੂਹ ਕੀਤਾ ਗਿਆ, ਉਹ ਵੀ ਤੁਸੀਂ ਇਨਸ਼ਾਅੱਲਾ ਅਨਕਰੀਬ ਵੇਖੋਗੇ ਕਿ ਨਾਸਰ ਬੜ ਨਾਲ ਹੋਏਗਾ ਕੀ। ਜੀ ਆਮਰ ਭਾਈ, ਇਹ ਮੁਬੱਲਗ ਇਹਨਾਂ ਦਾ, ਇਹਦੀ ਮਸ਼ਹੂਰੀ ਹੋਣੀ ਚਾਹੀਦੀ ਹੈ, ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਇਹ ਜਮਾਤ ਅਹਿਮਦੀਆ ਦਾ ਮੁਬੱਲਗ ਹੈ ਔਰ ਇਹ ਉਹਦੀ ਤਬਲੀਗ ਹੈ। ਇਸ ਤਬਲੀਗ ਨੂੰ ਤੇ ਇਹਦੀ ਹਸਤੀ ਨੂੰ ਆਮ ਕਰੋ। ਜੀ ਮਕਸਦ ਦੱਸੋ ਨਾ ਕਿ ਮੈਂ ਜਿਹੜਾ ਮੁਸਲਮਾਨਾਂ ਦਾ ਮੁਬੱਲਗ ਹਾਂ, ਐਵੇਂ ਨਾ ਮੈਂ ਆਪਣੀ ਫੋਟੋ ਮੇਰੀ ਤਾਂ ਫੋਟੋ ਪੁਆਇੰਟ ਸੁਣ ਲਓ, ਮੇਰੀ ਫੋਟੋ ਮੇਰੇ ਅੱਬਾ ਜੀ ਦੀ ਫੋਟੋ ਦੇ ਨਾਲ ਲੱਗੀ ਹੈ ਉਹ ਇਜਾਜ਼ਤ ਦੇ ਦਿਓ ਜਿੱਥੇ ਤੁਹਾਡੇ ਖਲੀਫਿਆਂ। इजाजत अच्छा। इजाजत मैं आपको एक ऑफर देता हूँ, एक सोच देता हूँ। आप सोचें भाई, आप माशाल्लाह इल्मी शख्सियत है, मैं आपका बहुत एहतराम करता हूँ, मुखालफत अपनी जगह, लेकिन आप इल्म है मैं मानता हूँ और मैं आपकी हर जगह बात भी करता हूँ कि आमिर साहब को बहुत सारा इल्म है। जो चंद बंदे, मैं समझता हूँ, शायद मैं गलत समझता हूँ, चंद बंदे ऐसे हैं जिनके पास नॉलेज है। नॉलेज, ईमान होना और वो इल्म होना, ये दो अलहदा चीज़ें होती हैं, लेकिन मैं समझता हूँ उनमें से एक आमिर साहब आप भी हैं, तो आपको ये बातें ज़ेब नहीं देती। मैं आपसे रिक्वेस्ट भी करता हूँ, आजिज़ाना रिक्वेस्ट, और एक ऑफ़र भी करता हूँ कि आप आज सोच लें, अपने बंदों से अहद कर लें कि आपने हमारे किसी भी जमात के उलमा को बुरा भला नहीं कहेंगे, और हम आपके किसी भी उसको बातों में कह देना कि उन्होंने ये फरमाया है, बात बयान कर कर कि ये बात गलत है, ये आपका हक है, इससे हम मना नहीं करेंगे। आप मिर्ज़ा साहब को कहेंगे वो सही नहीं थे, सच्चे नहीं थे, वो ऐसे थे, वो आपका हक है क्योंकि आप उन्हें नहीं मानते। आप बेअदबी नहीं करेंगे, गुस्ताखी नहीं करेंगे। हम आपके किसी भी अकारिब के और आपके माँ बाप, बहन भाई और आपकी ज़ाती नहीं करेंगे, वो करेंगे तो उसका मुजरिम मैं हूँगा जी, और उसकी जो सज़ा मुझे कहोगे, आप ऐलान कह रहा हूँ, वो सज़ा मैं कबूल करूँगा। ठीक, आप साहब अकारब नहीं अकाबर। और अब मैं यही कहूँगा, आपको क्या एतराज़ है? आपको समझ आ गई, आप अपना दुरुस्त कर ले। मैं यही कहता हूँ और कहता रहूँगा। थोड़े पर अकारिब जो भी हैं ना आपके, हम नहीं कहेंगे, आपने जो हमारे हैं उनको कुछ नहीं कहना। और मुखालफत आपका हक है, मुखालफत तो बंदे को सच्चाई को ज़ाहिर होती ही उस वक्त है जब उसकी मुखालफत होती है, लेकिन ये इल्म रखने की बातें आप गुस्ताखी नहीं करेंगे, उनकी जिम्मेदारी मैं जाके उन्हें समझाऊंगा, बात करूंगा। अगर वो नहीं मानेंगे तो मैं आपके साथ शाना बशाना खड़ा रहूंगा, और अगर आप नहीं मानोगे तो मैं उनके साथ खड़ा रहूंगा। लेकिन ठीक हो गया मलिक साहब, ਤੁਹਾਡੀ ਗੱਲ ਦੀ ਇੱਜ਼ਤ ਰੱਖ ਲਈ। मैं ला ਦਿੱਤੀ ये तस्वीर, लो। जज़ाकल्लाह। अब मेरी जिम्मेदारी है वहाँ पे आज के बाद एक ब्राड की मैं जिम्मेदारी ले लूँ। सारे अहमदियों का मैं इमाम नहीं हूँ। नासिर भाई जहाँ पर बैठे होंगे वहाँ पर आपकी गुस्ताखाना कोई बात भी नहीं करेगा। हाँ, ये ज़रूर कहेंगे आमिर साहब का ये गलत है, ये उनका बयान गलत है, ये उनका अकीदा गलत है। आपका भी ये है कि मिर्ज़ा साहब का नाम भी लेकर आप कह सकते हो, ये आपका हक है कि मिर्ज़ा साहब का ये अकीदा, ये बयान गलत है, ये यहाँ से वो गलत है, ये पर उन्होंने झूठ बोला है, ये आपका हक है। आप मुखालिफ हैं, हम आपको इससे मना बिल्कुल नहीं करेंगे। ਮੈਨੂੰ ਮੌਕਾ ਦੇ ਦਿਓ ਨਾ ਗੱਲ ਕਰਨ ਦਾ। आप बोले ਮਲਕ ਸਾਹਿਬ, ਜਿਹੜੀ ਗੱਲ ਤਸਵੀਰ ਦੀ ਹੈ ਉਹ ਤੇ ਜ਼ਿਆ ਭਾਈ ਨੇ ਤੁਹਾਡੇ ਗੱਲ ਦੇ ਫੌਰਨ ਹੀ ਬਾਅਦ ਤੁਹਾਡੇ ਅੱਗੇ ਕਰ ਦਿੱਤੀ ਹੈ। ਜਿਹੜੀ ਗੱਲ ਹੈ ਨਾ ਕਿਸੇ ਨੂੰ ਗਲਤ ਕਹਿਣ ਦੀ ਜਾਂ ਬੁਰਾ ਭਲਾ ਕਹਿਣ ਦੀ, ਉਹਦੀਆਂ ਕੀ ਲਿਮਿਟਸ ਨੇ, ਕਿਹੜਾ ਲਫ਼ਜ਼ ਕਿਹਾ ਜਾ ਸਕਦਾ ਹੈ, ਕਿਹੜਾ ਨਹੀਂ ਕਿਹਾ ਜਾ ਸਕਦਾ, ਇਹ ਨਾ ਖਤਮ ਹੋਣ ਵਾਲੀ ਬਹਿਸ ਹੈ। ਮਿਸਾਲ ਦੇ ਤੌਰ ਤੇ ਜਿਹੜਾ ਲਫ਼ਜ਼ ਉਹਨਾਂ ਨੇ ਸਾਡੇ ਅਕਾਬਰ ਦੇ ਬਾਰੇ ਕਿਹਾ, क्या ਅਸੀਂ ਉਹਨਾਂ ਨੂੰ ਕਹਿ ਸਕਨੇ ਆ? ਇਹ ਮਿਸਾਲ ਦੇ ਤੌਰ ਤੇ ਦੇਖਣਾ ਜ਼ਰਾ। ਇਹ ਮੈਂ ਤੁਹਾਡੇ ਸਾਹਮਣੇ ਇੱਕ ਤਸਵੀਰ ਲਾਉਣ ਲੱਗਾ ਤੇ ਤੁਸੀਂ ਮੈਨੂੰ ਦੱਸਣਾ ਹੈ। ਇੱਕ ਸੈਕਿੰਡ ਮਲਕ ਸਾਹਿਬ, ਅਸਦ ਮੈਨੂੰ WhatsApp ਤੇ ਮੈਸੇਜ ਕਰੀ ਜਰਾ। ਮਲਕ ਸਾਹਿਬ, ਪਹਿਲੇ ਤੁਹਾਡੀ ਥੋੜੀ ਇੱਜ਼ਤ ਸੀ, ਅੱਜ ਹੋਰ ਵੱਧ ਗਈ जी। ਸ਼ਹਜ਼ਾਦੇ ਬੰਦੇ ਹੋ ਤੁਸੀਂ। ਹੋ ਜਾਏ ਟੋਲ। ਮਲਕ ਸਾਹਿਬ ਖੁਸਰੇ ਨਚਾਏ ਜਾਣ ਦੇ। ਮੇਰੇ ਕੋਲ ਤੇਰਾ ਨੰਬਰ ਨਚਾ ਲਓ ਇਹਨੂੰ ਨਾਸਰ ਬਾਤ। ਮੇਰੇ ਕੋਲ ਤੇਰਾ ਨੰਬਰ ਨਚਾਣੀਆਂ ਨਾ ਨਚਾਵਾਂਗਾ ਜਾਂ ਨਚਾਵਾਂਗਾ ਤੇ ਖੁਸਰੀਆਂ ਕੁੜੀਆਂ ਨਚਾਵਾਂਗਾ, ਖੁਸਰੇ ਨਚਾਣੇ ਯਾਰ। ਸਾਡੇ ਕੋਲ ਤੇ ਅੱਜ ਇੱਕ ਸੀ ਹੀ ਟੰਗਿਆ ਉਸਤਾਦ ਦੇ ਕੇ ਮੈਂ ਗੱਲ ਸੁਣ ਰਿਹਾ ਕਿ ਨਾ ਬਹੁਤ
ਬਹੁਤ ਆਲਾ ਹੈ ਤੂੰ ਘੁੰਗਰੂ ਵੀ ਪਾ ਦੇ ਤੇ ਨਾਲ ਉਹਦੇ ਕੀ ਕਹਿੰਦੇ ਚੂੜੀਆਂ ਵੀ ਪਾ ਲਓ ਨਾ, ਕਸਰ ਕੋਈ ਨਹੀਂ ਬਾਕੀ ਬਸ। ਜੀ ਮੈਂ ਇਹ ਪੇ ਕਹਿਣਾ ਵਾ ਕਿ ਮਲਕ ਸਾਹਿਬ ਇਹ ਜਿਹੜੀ ਹੁਣ ਮੈਂ ਤੁਹਾਨੂੰ ਨਾ ਵਹਾਣੀ ਹੈ ਚੀਜ਼, ਮੈਨੂੰ ਉਹਦੇ ਵਾਸਤੇ 1 ਸੈਕਿੰਡ ਜ਼ਰਾ ਜਾਣਾ ਪੈਣਾ ਉੱਧਰ, ਮੈਂ ਤੁਹਾਨੂੰ ਵਹਾਨਾ ਵਾ ਚੀਜ਼। ਜਿਹੜੀ ਗੱਲ ਹੈ ਤਸਵੀਰ ਦੀ, ਉਹ ਤੇ ਹੋ ਗਈ ਤੁਹਾਡੇ ਕਹਿਣ ਤੇ ਕਿ ਹੁਣ ਉਹ ਤਸਵੀਰ ਨਾ ਲਾਏਗਾ, ਇਧਰੋਂ ਤਸਵੀਰ ਨਹੀਂ ਲੱਗੇਗੀ। ਜਿਹੜੀ ਗੱਲ ਹੈ ਜ਼ੁਬਾਨ ਨਾਲ ਕਹਿਣ ਦੀ, ਕਿਸੇ ਬੁਰਾ ਕਹਿਣ ਦੀ ਤੇ ਮਲਕ ਸਾਹਿਬ ਸਾਡਾ ਕਦੇ ਵੀ ਤਸਵੀਰ ਨਹੀਂ ਹੋ ਸਕਦਾ ਜਦ ਤੱਕ ਤੁਸੀਂ ਮਿਰਜ਼ਾ ਸਾਹਿਬ ਦੇ ਘਰ ਨਾ ਸਰ, ਸਾਡਾ ਤੁਹਾਡਾ ਤਸਵੀਰ ਦੀਵਾਰ ਤੱਕ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਇਹ ਦੇਖਣਾ ਜ਼ਰਾ, ਮੈਂ ਤੁਹਾਨੂੰ ਵਹਾਨਾ 1 ਸੈਕਿੰਡ। ਕਿਉਂਕਿ ਤੁਹਾਡੀ ਤਾਲੀਮ ਦੀ ਬੁਨਿਆਦ ਹੈ ਤੁਹਾਡੇ ਉਹਦੇ ਵਿੱਚ ਨੇ ਜੀ ਮਲਕ ਸਾਹਿਬ, ਇਹ ਸਵਾਲ ਹੈ ਹੁਣ ਤੁਹਾਡੇ ਅੱਗੇ ਕਿ ਕਿਆ ਇਹ ਜਿਹੜੇ ਲਫ਼ਜ਼ ਮਿਰਜ਼ਾ ਸਾਹਿਬ ਨੇ ਲਿਖੇ ਨੇ, ਇਹ ਲਫ਼ਜ਼ ਮੈਂ ਵੀ ਲਿਖ ਸਕਣਾ ਜਾਂ ਬੋਲ ਸਕਣਾ? ਕਾਦੀਆਨ ਅਸਤ ਸੇਰ ਹਰ ਹਾਨਮ ਸਦ ਕਾਦੀਆਨੀ ਅਸਤ ਦਰ ਗਿਰੇ ਬਾਨਮ। ਇਹੋ ਹੀ ਤੁਹਾਡੇ ਮਿਰਜ਼ਾ ਸਾਹਿਬ ਨੇ ਸਈਦਨਾ ਹੁਸੈਨ ਦੇ ਬਾਰੇ ਲਿਖੇ ਨੇ, ਸਾਡੇ ਮਾਂ ਬਾਪ ਉਹਨਾਂ ਤੋਂ ਕੁਰਬਾਨ, ਨਬੀ ਦੇ ਨਵਾਸੇ ਦੇ ਬਾਰੇ ਇਹ ਲਫ਼ਾਜ਼ ਲਿਖੇ ਨੇ। ਇਹ ਉਹਨਾਂ ਦੀ ਕਿਤਾਬ ਦਾ ਸਕਰੀਨਸ਼ਾਟ ਵੀ ਨਾਲ ਲੱਗਿਆ ਹੈ। ਉਹਨਾਂ ਲਿਖਿਆ ਹੈ ਕਿ ਕਰਬਲਾ ਅਸਤ ਸੇਰ ਹਰ ਆਨਮ ਸਦ ਹੁਸੈਨ ਅਸਤ ਦਰ ਗਿਰੇ ਬਾਨਮ। ਕਿਆ ਇਹ ਲਫ਼ਜ਼ ਮੈਂ ਤੁਹਾਡੇ ਮਿਰਜ਼ਾ ਸਾਹਿਬ ਦੇ ਬਾਰੇ ਕਹਾਂ ਤੇ ਤੁਸੀਂ ਆਖੋ ਤੁਸੀਂ ਸਾਡੇ ਕਾਰਬ ਨੂੰ ਬੁਰਾ ਭਲਾ ਕਹਿ ਦਿੱਤਾ ਹੈ? ਤੁਸੀਂ ਸਾਡੇ ਕਾਰਬ ਨੂੰ ਬੁਰਾ ਭਲਾ ਕਿਉਂ ਕਿਹਾ ਹੈ? ਕਿਉਂ? ਮੇਰੇ ਤੇ ਪਾਬੰਦੀ ਕਿਉਂ ਹੈ? ਇਹ ਹੋ ਨਹੀਂ ਸਕਦਾ। ਸਾਡਾ ਤੁਹਾਡਾ ਇਸ ਗੱਲ ਤੇ ਸਮਝੌਤਾ ਨਹੀਂ ਹੋ ਸਕਦਾ ਕਿ ਅਸੀਂ ਉਹਨਾਂ ਨੂੰ ਬੁਰਾ ਕਹਿਣਾ ਜਾਂ ਨਹੀਂ ਕਹਿਣਾ, ਕਿੰਨਾ ਕਹਿਣਾ ਕਿੰਨਾ ਨਹੀਂ ਕਹਿਣਾ। ਹਾਂ, ਤਸਵੀਰਬਾਜ਼ੀ ਦਾ ਤੁਹਾਡਾ ਤੇ ਜ਼ਿਆ ਭਾਈ ਦਾ ਜੋ ਫੈਸਲਾ ਹੋ ਗਿਆ ਠੀਕ ਹੋ ਗਿਆ। ਮੈਂ ਜ਼ਿਆ ਭਾਈ ਦੇ ਨਾਲ ਜੋ ਵੀ ਉਹਨਾਂ ਨੇ ਕਹਿ ਦਿੱਤਾ ਤੁਹਾਡੇ ਨਾਲ। जी मलिक साहब, वो आपकी अपनी है, मुझे तो कोई नहीं है। मैं तो एक अच्छा नहीं लगता आपकी तरफ से हो या उनकी तरफ से हो, गाली गलौज एक दूसरे के साथ बदतमीजियाँ। इस्लाम इसकी मेरा जो इस्लाम है जिस पर मैं ईमान लाया वो इजाज़त नहीं देता। अपने आप को ज़रूर सच्चा कहो, दूसरे को ये भी कहो कि तुम गलत हो, लेकिन उसको गलत होने की वजह से गाली गलौज इंसल्ट करना, ये इस्लाम कतन जो जिस इस्लाम पर मैं हूँ, अल्लाह का दीन, वो इजाज़त नहीं देता। पता नहीं आपका अल्लाह इजाज़त देता होगा। मेरा अल्लाह जिस पर मैं ईमान लाया हूँ, जिस कुरान पर मैं ईमान लाया हूँ, वो इजाज़त नहीं देता। और उसका वाज़ेह सबूत, वाज़ेह दलील ये है कि अल्लाह ताला ने इंसान को ख़बरदार कर दिया, मुसलमानों को, कि किसी के झूठे खुदा को भी बुरा भला मत कहो, जो सबसे बड़ा गुनाह है शिरक करने वालों को भी कह रहा है कि मुसलमानों को हुक्म दे रहा है कि जो उनका शिरकिया खुदा है उसको बुरा भला नहीं कहना। मुखालफत ज़रूर करो, अल्लाह की वादियानियत ज़रूर बयान करो, ये आपका हक है, लेकिन उनके खुदा को बुरा भला नहीं कहना। जो झूठा खुदा है उनका, उसको भी बुरा भला नहीं कहना। और इतना बड़ा गुनाह कि झूठा खुदा, झूठा नबी तो 2 नंबर गुनाह में आएगा अगर है तो झूठा खुदा तो सबसे बड़ा गुनाह, इससे बड़ा दुनिया में गुनाह ही कोई नहीं। तो दीन का मालिक का ये हुक्म, जिनके पास अक्ल और इल्म है और मुत्तकी हैं, उनको तो समझ में आ जाएगी। जो अकीदों में फंसे हुए उन्हें कुरान नहीं समझ में आता तो ये बात क्या समझ में आएगी। लेकिन मेरा काम है बयान कर देना, बाकी आपकी मर्ज़ी है। अगर आप तस्वीर भी ना उतारें तो मैं उनको भी नहीं कहूँगा कि वो भी लगाएं, आप भी, मेरी सेहत पर क्या असर है। लेकिन मायूब आप भी अपने बंदे हैं, भाई हैं, दोस्त हैं, वो भी भाई हैं, दोस्त हैं। और मैं ये समझता हूँ कि जो गैर मुस्लिम है वो यहाँ से हमसे, इस्लाम से बहुत दूर हो रहे हैं और हम इस्लाम को नुकसान पहुँचा रहे हैं। चलें, वो लंबी बात हो जाएगी। इस्लाम हमारा है, आपका अपना है, हमारा अपना है। हमारे इस्लाम से जो दूर होगा हम उसको देख लेंगे, जो आपके मज़हब से दूर होगा आप उसको देख लें। मेरी गुजारिश सिर्फ इतनी है कि तस्वीरों की जो आपने बात की है वो तो आपकी बात पर ज़िया भाई ने हाँ कर दी। अब जहाँ तक गाली देने की बात है, हाँ, हमारे कुरान में भी लिखा हुआ है वला तसुब्बुल्लज़ीना यदूना मिन दूनिल्लाह, बिल्कुल ठीक है। हमारे कुरान में भी लिखा हुआ है कि उसको गाली मत दो। हम गाली नहीं देते, लेकिन जो वो ज्यादती करें हमारे साथ वो हम वापस उनको लौटा सकते हैं। इसका हमें हक हमारे दीन ने दिया है। ये एक बारीक बात है,
ये आपको लगेगा कि ये कह सकते हैं, वो नहीं कह सकते, वो कह सकते हैं, ये नहीं कह सकते, ये फिर झगड़ा, मैंने जैसे कहा कि ये ना ख़त्म होने वाली बात है, क्योंकि आपकी किताबों में ऐसी बातें लिखी हुई हैं कि अगर हम वो वापस लौटाएं ना, जिस तरह ये मिर्ज़ा साहब ने लिखा हुआ है कि करबला अस्त सैर हर आनम सद हुसैन अस्त दर गिरे बानम, अगर मैं यही लिखूं कि कादियान अस्त सैर हर आनम सद कादियानी अस्त दर गिरे बानम, 100 मिर्जा कादियानी मेरी जेब में है, कादियान तो रोज मेरी सैर होती है, 100 कादियानी मेरी जेब में है, आप कहेंगे ओ हो गाली दे रहा है, गाली दे रहा है। भाई ये गाली नहीं है, ये वो ज्यादती है जो आपने हमारे काबर के साथ की है, हम वो लुटा रहे हैं आपको, सिर्फ इतनी सी बात है। जी मलिक साहब। फायदा नहीं है, आपके हैं तो हमारे नहीं है, लेकिन वो फौत हो गए हैं, जो फौत हो गए हैं और जो हयात है उसमें ज़मीन आसमान का फ़र्क हो जाता है, तो हमें कुछ फ़ायदा नुकसान नहीं दे सकते। जो तालीम दे गए हैं वो हमारे सर आँखों के ऊपर है, अब वो हमें क्या दे सकते हैं। और मिर्ज़ा साहब ने जो ये की है बात, इस जाविये से की है कि उन्होंने नबी रसूल होने का दावा किया हुआ है, तो एक नबी रसूल जो अल्लाह का हाज़िर सर्वस है और एक औलिया अल्लाह जो फौत हो गया, तो वो औलिया अल्लाह की बात मानोगे उस नबी को छोड़कर, उस जाविये से उन्होंने उनको समझाने के लिए बात किया। लेकिन हर बंदे का अपनी अक्ल, शऊर और इल्म है, वो उसी के मुताबिक फैसले लेता है। इस बात को ही छोड़ दें, ये हमारे भी हैं, लेकिन हमारे से मुराद ये है कि वो फौत हो गए, कोई नबी रसूल अब नहीं आ सकता दोबारा दुनिया में हमें हिदायत देने की। जो उनके पास थी वो अपने ज़माने में अपनी हयात में दे गए, और तो कुरान हमारे पास है जो आका मोहम्मद सल्लल्लाहु अलैहि वसल्लम पर मुकम्मल हुआ, वो हमारे हाथों में, जो जिस तरह मानता है उसका मामला अल्लाह के साथ है। ना मैं किसी के ऊपर खुद दरोगा लगाऊं, ना अल्लाह ताला ने किसी नबी रसूल को, ना किसी और को दरोगा लगाया। हमारा काम इतना है कि हम अपने आप को एक सच्चा मुसलमान बनाए, वो हम सब नाकाम है, जो हम सारे फिरके है ना तकरीबन हम सब नाकाम है। हम दुनिया को कोई ऐसा हमें सब हर बात में रोक देते हुए, मैं तो छोटी करें ना, ये क्या फायदा फलसफा बयान, हम कोई छोटी कर दें। हाँ, हम जो मुखालफाना बात कर रहे हैं, बात उस पे करनी है ना। नहीं आपकी मर्जी है ना, आप जब बोलते हो मैंने मना नहीं किया इस पर ना करो, उस पर काम हो, पर बात हम क्या, मौजू हमारा क्या है? तमाम मुसलमान जमात इस्लाम को नुकसान पहुंचा रही हैं, जो हम तालीम दे रहे हैं, हमारी तालीम को देख देख कर जिसने मुसलमान होना है, खुदाए जुल जलाल की कसम वो भी नहीं हो रहा, दूर भाग रहा है, कहते ये मुसलमान है। तो अब सबको चाहिए, एक को नहीं सबको चाहिए कि हम वो सीरत मोहम्मदिया पैदा करें, खा मुखालफीन हो या अपने हो, सबके साथ सीरी वही करनी है जो मोहम्मद सल्लल्लाहु अलैहि वसल्लम की सीरत थी। तो हम इस्लामी और मुसलमान होने का हक अदा कर रहे हैं, नहीं तो हमारा इस्लाम से कोई वास्ता नहीं, जाती लड़ाई झगड़े फसादों में पड़े हुए हैं सब। ठीक है, तलत भाई, पहली बात तो ये है कि मैंने सदहा मर्तबा कहा है, आपका मज़हब अपना है, हमारा मज़हब अपना है, आपके मज़हब में कोई नहीं आ रहा, ये बात ठीक है, क्योंकि उसके अंदर कोई चाशनी नहीं है, कोई दिलकशी नहीं है, उसके अंदर कोई जाज़बियत ही नहीं है, कोई उसके अंदर सेंस ही नहीं है, कोई लॉजिक ही नहीं है। हमारे मज़हब की तरफ लोग आ रहे हैं, हमें नज़र आ रहे हैं, हमारा मज़हब इस दुनिया में फैलने वाला है, क्योंकि कुरान में लिखा हुआ है हो वल्लज़ी अरसला रसूलहु बिल हुदा व दीनिल हक़ लियुज़हिरहु अलद्दीन कुल्लिही। हमारा यकीन और ईमान है कि हमारा दीन तो दुनिया में फैलना है, आपका मज़हब आपके साथ, आपका दीन आपके साथ, हमारा हमारे साथ, हमारा और आपका रस्ते जुदा जो, जब तक ये बंदा जिसको आप फॉलो करते हैं, इसकी तालीम आप कहते हैं वो फोत हो गए, तालीम जो छोड़ के सारा आंखों पर, अगर वो तालीम आपकी सारा आंखों पर है ना, तो यही तालीम तो हमारे और आपके दरमियान ऐसा वो खलीज हायल कर गई है कि अब ये कभी भी नहीं मिल सकते आपस में, हम कभी भी इकट्ठे होकर बैठ नहीं सकते जब तक ये तालीम आपकी सारा आंखों पर है। इस तालीम में ये लिखा हुआ जो आपकी आंखों के सामने लगा हुआ है, ये हमें कभी भी इकट्ठा होकर नहीं बैठने देगी। अगर आप इस्लाम में आना चाहते हैं, इस बंदे को छोड़ दें जिसने हमारे अकाबरीन को गालियां दी हुई हैं, तो हमारा और आपका मजहब दीन एक हो जाएगा, तो फिर हम मिलकर कोई बात कर सकते हैं, वरना आपका अपना दीन है, हमारा अपना दीन, खाम खा इस पे फलसफियाना बंदा फलसफा जाट 3 घंटे दुनिया में माशरतियां बुराइयां, लोग पीछे जा रहे हैं, दीन से पीछे जा रहे हैं, मुल्हिद हो रहे हैं। जितने मुल्हिद मिर्जाइयत से पैदा हो रहे हैं, ये 6-7 बंदे हैं जो सीधी नबी पाक को गालियां दे रहे हैं यहाँ पर बैठकर। सलीम मीर ने वो किताब पढ़ी, कल रोज गालियां देता है, सैफी गालियां देता है, कल रात को गालियां दी, वो अली अकबर नाम का वो गालियां दे रहा है, मुबश्शिर रजा गालियां दे, मतलब 6-7 बंदे हैं जो सीधे सीधे मुल्हिद है,
और वो गालियां दे रहे हैं मासूम नबी को। तो ये आपके दीन की इजाद है। हमारे दीन में हमें देखना है कि भाई इससे लोग मुल्हिद हो रहे हैं या इस्लाम की तरफ आ रहे हैं, वो हम फैसला करेंगे। हमारी नज़र में तो हमारा दीन सही रास्ते पर जा रहा है और इंशाल्लाह तरक्की करता जा रहा है। हाँ, उसके लिए कुर्बानियों की ज़रूरत होती है। कुर्बानियाँ जितनी देंगे उतना ज़्यादा वो दीन तेज़ी से फैल। जितना 9/11 के बाद अमेरिका में इस्लाम फैला है वो कभी भी नहीं फैला, क्योंकि मुसलमानों के साथ जुल्म किया गया। उसके बाद मुस्लिम कम्युनिटी के साथ जो जुल्म किया गया, उस जुल्म के बदले में, उस कुर्बानी के बदले में दीन जितनी तेज़ी से वहाँ पर फैला है कभी भी नहीं फैले था। उसके लिए कुर्बानी देने की ज़रूरत होती है। हमारा दीन हमारे साथ, वो इंशाल्लाह छा जाएगा। आप अपने दीन के हमारे साथ, जब तक आपने इसको फॉलो करना है हमारे साथ, ये कभी भी बात ना किया करें कि भाई हमारा दीन एक है और मिलकर कैसे फैलाएं। ये बंदा हमारे काबरीन को गालियां देकर गया है। जी मलिक साहब, अब आपकी सोच है, आपकी मर्जी है। जो हमारे लिए हमें जिन लोगों ने आज़ादी दिलवाई है, हमारे लिए तो हमारे लीडर हैं, पर अंग्रेज़ों के लिए वो कौन है? दहशतगर्द है। एक ही बंदे की दो परफॉर्मेंसें हो गई। जो उस पर ईमान ले आया वो तो कहते हैं वो हमारे मोहसिन है, आज़ादी दिलवाई। जो उनके मुखालफीन हैं उसी को वो कहते हैं ये दहशतगर्द है। तो दो तारीखें लिखी जाती हैं। आपकी मर्ज़ी है, मैं तो नहीं मना कर रहा हूँ जब आप सोचते हैं। लेकिन ये जुल्म होगा ये कहना कि लोग आपके दीन की तरफ आ रहे हैं क्योंकि अपना बच्चा आपको प्यारा लग रहा है कि बड़ा प्यारा है, गोरा है, सोना, ये वही है कि आपका अकीदा है तो आप समझ जो। लेकिन चलो मुझे इस पर बहस नहीं, आ रहे हैं तो अच्छे हैं। अल्लाह की तरफ जो आए, अल्लाह के रसूल की तरफ आए, कुरान की तरफ आए तो हम तो, मैं आप करें ना करें, मैं उन्हें वेलकम करता हूँ। मेरे बाप का दीन थोड़ी है और ना मैं समझता हूँ किसी और के बाप का दीन है। हमने दीन पर चलना है, बनाना नहीं है। बनाने वाले ने बना दिया, पहुँचाने वाले ने पहुँचा दिया। बाकी हमारा काम है अपने आप को मुसलमान बनाना। अल्लाह ताला ने हमें किसी का ठेकेदार नहीं बनाया। हाँ, अगर आप तबलीग करते हो, बात करते हो तो अच्छी बात है, इसका कौन मना कर सकता है। लेकिन किसी को ज़बरदस्ती करना और ये मुखालफतें करना, गाली गलौज करना, क़यामत वाले दिन मैं कहता हूँ जो मिसाल है, अगर जमात अहमदिया सच्ची जमात निकली तो ये काम करने को वाले को अल्लाह फिर भी नहीं छोड़ेगा, उन्हें नहीं छोड़ेगा। और ताजा थोड़े चाचे दा दीन थी। मैंने ये सनद जारी की थी कि मेरे दीन के मुखालफीन के साथ ये सलूक करना। तुमने नहीं पढ़ा था कि मैं अपने रसूल को कुरान में कह रहा था कि तेरा काम है सिर्फ मेरा पैगाम पहुँचा देना, तुम्हें मैंने दरोगा नहीं लगाया। और जब मैंने अपने रसूल को दरोगा नहीं लगाया था तो तू केड़ी बाग दी मूली है, वड्डिया मुसलमाना, शाह तो ज़्यादा शाह दे वफादारा, बाहर कटो लपा लो लम्मा। तो जो अहमदियत की तरफ से हो या आपकी तरफ से हो, अगर आप सच्ची जमात निकले, मिसाल दे रहा हूँ कि क़यामत वाले दिन तो अल्लाह आप लोगों को फिर भी नहीं छोड़ेगा, क्योंकि आप लोग हदें क्रॉस कर रहे हो और हद नहीं देख रहे हो कि मुखालफत में भी अल्लाह ताला ने एक हद मुकर्रर की हुई है। जब उस हद को टापोगे आप सच्चे होकर भी गलत करार पाओगे, क्योंकि आपने फाउल खेला। कोई टीम अच्छा खेलती है लेकिन जब वो फाउल करती है तो उसको निकाल दिया जाता है या उसे फाइन किया जाता है, उसके खिलाफ कोई भी चीज़ की जाती है। बेशक वो बहुत अच्छी टीम है, लेकिन अगर एक ख़राब टीम है वो फाउल नहीं खेलेगी तो उसको कोई पेनल्टी, कोई चीज़ नहीं दी जाएगी। लेकिन आप में से ज़्यादा इल्म वाले हो, सब समझते हो, लेकिन दोनों तरफ से मुखालफत में इतना डीप चले गए हो कि जिसकी अल्लाह ने इजाज़त नहीं दी। मैं इतना कहूँगा क़यामत वाले दिन भी मुझे बुला लेना, और ये मेरी बात जो है अल्लाह के यहाँ रिकॉर्डिंग हो रही है, ये अल्लाह ताला आपको दिखाएगा ज़रूर कि यार आप दोनों पार्टियाँ अपने बुग़्ज़ में, मुखालफत में एक दूसरे की। हालांकि अल्लाह कुरान में फरमा रहा है कि किसी ग्रोह की मुखालफत तुम्हें इस बात पर मजबूर ना कर दे कि तुम इंसाफ करना छोड़ो। तो मैं कहता हूँ इंसाफ तो इंसाफ, हम लोगों ने बेईमानी करना शुरू कर दी है ग्रोह की मुखालफत में, अपने आप को सच्चा करार देने के लिए, दूसरों की इंसल्ट करने के लिए, दोस्तों की बेइज्जती करने के लिए, मुखालफत की वजह से। तो ये इस्लाम और सिखाता है, ये नहीं है। लेकिन चलो हर बंदे को सोच समझ है। जब मैं आपको कह रहा हूँ दरोगा नहीं है तो मैं भी तो आपके ऊपर नहीं हूँ ना, मेरा काम है बताना। बाकी आपकी मर्जी है, जो आपको अच्छा समझते हो करो, आपका हक है। आपने अपना मलिक साहब पानी पी लो होने, मलिक साहब थोड़ा जब जी ठीक है जी, आपने कह दिया, मैं पानी पी लेता हूँ। बड़ी मेहरबानी जी, बहुत शुक्रिया। अच्छा, जो मलिक साहब आपने तबलीग की है, मुझे भी मौका देंगे तो मैं इंशाल्लाह यही लफ्ज़, सेम वही लफ्ज़ मैं दूसरे को लौटाता हूँ जो वो कहता है। आप कहते हैं ना
کہ اللہ ताला तुम्हें सज़ा देगा। यही मैं भी कहता हूँ कि आपका ये हाल होगा, मेरा ईमान है इस पर, कि मिर्ज़ा ग़ुलाम अहमद कादियानी को नीचे फेंका जाएगा जहन्नम में, आपको उसके ऊपर फेंका जाएगा, सब मिर्ज़ाइयों को। उसकी वजह यह है कि उस बंदे ने ये इजाद किया, ये अकीदा, दूसरों के काबरीन की तौहीन करनी है, उनको गालियाँ देनी हैं, इल्ज़ामी रंग दे के फिर दूसरी ज़ुबान से साथ ही कह देना है तौबा तौबा तौबा। तौहीन का मैं तो सोच भी नहीं सकता, मैं तो तसव्वुर ही नहीं कर सकता सैयदना हुसैन की तौहीन, मौला अली की तौहीन, ये तो हो ही नहीं सकता भाई, ना ना ना, मैं तो उनकी बड़ी इज्जत करता हूँ। तो ये जो कुछ वो बंदा सिखा कर गया है ना, हमारा भी ये यकीन है कि वो जहन्नम में नीचे होगा, आप ऊपर होंगे, लेकिन आप सारे इंशाल्लाह वहाँ पर पूछे जाएंगे कि आपने अल्लाह के सबसे, इस मखलूक में से सबसे अजीम हस्ती के साथ ये बदतमीज़ियाँ, ये बदतहजीबियाँ, ये जुल्म, ये ज़्यादतियाँ, ये गुस्ताखियाँ यहाँ पर सोशल मीडिया पर और अपनी किताबों में क्यों की हैं? जो बातें प्यारे नबी सल्लल्लाहु अलैहि वसल्लम में नहीं पाई जाती थी, आपने उनकी तरफ मंसूब करके क्यों उनको गालियाँ दी? गुंजो, आपसे भी पूछा जाएगा, मेरा यकीन है कि आप सब से पूछा जाएगा कि ज़ुबान से तो आप कहते थे कि हम नबी सल्लल्लाहु अलैहि वसल्लम का कलमा पढ़ते हैं, हम उनको नबी मानते हैं, अफजलुल बशर मानते हैं, अफजलुल अंबिया मानते हैं, और एक बंदे को जिसका आप दावा ज़बान से करते थे कि ये उसका गुलाम है, उसकी बातें डिफेंड करने के लिए तुम उसके मंसूब करते थे और कहते थे कि इसमें कोई ऐसी बात नहीं जो इसके आका में नहीं पाई जाती। आखिर आ गया और बड़ी माजरत है मलिक साहब, उस्ताद साहब के सिग्नल ना ताप लाते हुए ड्रॉप हो गए हैं, वापस आते हैं तो बात कर लेंगे आपसे। अच्छा मलिक साहब, जान दिए मान पाओ गल कर सकना। देखिए, मैं आपसे रिक्वेस्ट यही करूंगा कि अच्छे अल्फाजों में जो मर्जी है बात करो, जब आप बुरे अल्फाज इस्तेमाल करेंगे तो मुझ पर उम्मीद मत रखिएगा। मैंने आपको एक बात समझाई है, क्योंकि यहाँ पर मेरा एक्सपीरियंस है, जब भी आमिर नज़ीर साहब के पास आता हूँ, जब तक वो रहते हैं बड़े अच्छे से, मुखालफत ज़रूर होती है, मैं उनकी करता हूँ, मेरी करते हैं, लेकिन अच्छे अल्फाजों से करते हैं। जब आमिर साहब चले जाते हैं फिर ऐसे लोग पैदा हुए हुए हैं आप लोगों के, गाली गलौज। सुन लो, मैं ना कभी देती है ना देन लगा है। अच्छा सवाल करे कर तो थोड़ी आवाज नहीं आ रही उस्ताद जी, थोड़ा जो म्यूट ला लो, आंधी वापस आ जाए। मलिक साहब कल थोड़ी ब्रॉड दे होते मैं मौजूद सा नालो जरतश खालिद जिहदा ना खालिद भी बैठा सी, ਉਹਦੇ ਬਾਅਦ ਉਸਤਾਦ ਵੀ ਆ ਗਏ ਤੇ ਚੀਖ ਚਗਾੜਾ, ਇਹ ਨਹੀਂ ਕਿ ਤੁਸੀਂ ਆਪਣੀ ਬਰੋਡ ਨੂੰ ਇਸ ਤਰ੍ਹਾਂ ਕਿਉਂ ਨਹੀਂ ਮੋਡਰੇਟ ਕਰ ਸਕਦੇ? ਇੱਕ ਮੁਖਾਲਿਫ ਆਏ ਤੇ ਮੁਖਾਲਿਫ ਨੂੰ ਪੂਰਾ ਹੱਕ ਗੁਫ਼ਤਗੂ ਕਰਨ ਦਾ, ਹਵਾਲਾ ਰੱਖਣ ਦਾ, ਸਵਾਲ ਕਰਨ ਦਾ ਔਰ ਉਹਦਾ ਜਵਾਬ ਲੈਣ ਦਾ। ਇੰਨਾ ਸ਼ੋਰ ਮਚਾਇਆ ਜਿਹਦੀ ਹੱਦ ਕੋਈ ਨਹੀਂ ਕਿ ਤੁਹਾਡੀ ਬਰਾੜ ਤੇ ਆਪਣੀ ਹੀ ਆਵਾਜ਼ ਨਹੀਂ ਨਿਕਲਦੀ ਤੇ ਤੁਸੀਂ ਉਹਨਾਂ ਨੂੰ ਮਿੰਨਤਾਂ ਤਰਲੇ ਕਰ ਰਹੇ ਹੋ, ਲੇਕਿਨ ਫਿਰ ਵੀ ਤੁਹਾਡੀ ਨਹੀਂ ਸੁਣ ਰਹੇ। ਇਹ ਨਹੀਂ ਕਿ ਜਿਸ ਤਰ੍ਹਾਂ ਇਨਸਾਨਾਂ ਤੱਕ ਕੰਮ ਨਹੀਂ ਹੈ ਜਿਹੜਾ ਕਰਨ ਲੱਗੇ ਸੰਕਲ, ਠੀਕ ਹੈ, ਕਿਸੇ ਨੂੰ ਤੁਹਾਡੀ ਬਰਾੜ ਦੇ ਉੱਤੇ ਕਿਸੇ ਦੀ ਧੀ ਦੇ ਨਾਮ ਤੋਂ ਮੁਖਾਤਿਬ ਕਰ ਰਹੇ ਨੇ। ਮੈਂ ਉਸ ਦਿਨ ਤੁਹਾਨੂੰ ਕਿਹਾ ਹਰ ਕਿਸੇ ਦੀ ਮਾਂ ਭੈਣਾਂ ਧੀਆਂ ਸਾਂਝੀਆਂ ਹੁੰਦੀਆਂ ਨੇ, ਮਰਦਾਨਗੀ ਬੰਦੇ ਦੀ ਤਾਂ ਹੀ ਹੁੰਦੀ ਹੈ ਕਿ ਜਿਹਦੀ ਕਿਸੇ ਦੀ ਮਾਂ ਦੀ ਭੈਣ ਦੀ ਧੀ ਦੀ ਗੱਲ ਚੌਂਕ 'ਚ ਬਹਿ ਕੇ ਨਾ ਕਰੇ, ਠੀਕ ਹੈ, ਲੇਕਿਨ ਤੁਹਾਡੀ ਬਰਾੜ ਤੇ ਬਹਿ ਕੇ ਉਹ ਕਰਨ ਲੱਗੇ ਨੇ ਤੇ किस तरह डिपेंड कर सकते हैं? जनाब, मैंने अगर कहीं उनके हक में बात की है तो मुझे बता दो, मैं तो खामोश हो गया हूँ, वो भी मैं एक मजबूरी की वजह से। जब मैंने देखा आपको बताया, मुझे बात तो करने देना। आपकी बात मैंने सुनी या नहीं मैंने आपकी बात सुनी, मैंने आपकी बात सुनी है। अब मेरे बोलने का हक नहीं है कि मैं भी बोल लूँ। आप एक तरफा फैसला लेने के आदी हो चुके हो कि आप अपने बंदे बिठा के खुद बोलते हो, वाह वाह कर देते हैं हम सही हैं, किसी ने एतराज़ किया ही नहीं। जब मुखालफों में जाओगे तो एतराज़ की बातें तो आपको सुननी पड़ेंगी। दलीलें आपने दी, हम भी आपको दे रहे हैं ना, दोनों तरफा से होती है। तो बात यह है कि मैंने कभी उनको उधर आके कहा कि तुम ठीक कर रहे हो, लेकिन मैं खामोश हो गया, सुन रहा था लेकिन खामोश हो गया। और खामोश इस वजह से हो गया, वो आपको बता दिया कि आमिर नज़ीर साहब किसी ब्राड में बैठे थे या इनकी ब्राड थी, मैं इतना ध्यान इन बातों पर नहीं देता, लेकिन ये भी मौजूद थे। और एक बंदा, एक शख्स उठकर तौबा नौज़ बिल्लाह
ہمارے نبی رسول ہمارے خلیفاؤں کی فوٹویں لگا کے ویڈیو کیمرہ آن کر کے پاؤں سے چپل اتار کے مارے جا رہا تو اس کا ریئیکشن ہمارے ہم بھی انسان ہیں نا، غیرت ہم بھی رکھتے ہیں. تو میں نے انہیں کچھ نہیں کہا. آپ کو یہ بولا ہے کہ اگر آپ یہ کام آپ لوگ نہ کرو تو نہ ہم ایسے لوگوں کے پاس جائیں گے، نہ اپنی براڈ پہ لیں گے، خواہ اپنا ہے یا غیر ہے. لیکن جب آپ ایسے کام کرو گے تو ہم بھی انسان ہیں. ہم نے انہیں جو کچھ انہوں نے کہا ٹھیک نہیں کہا، غلط ہے. لیکن جب وہاں سے دوسری طرف سے یہ چیزیں ہوں گی، جنگ میں جب ایک قتل کرو گے ہمارا تو جنگ میں تو قتل جائز ہے، تو یہ بھی قتل کریں گے. کہو یہ انہوں نے کیوں قتل کر دیا؟ پہلے اپنے آپ کو تو دیکھو آپ کیا کر رہے ہو. تو دونوں طرف سے یہی بات میں کرنے کے لیے آیا ہوا تھا، بیٹھا ہوا تھا کہ دونوں طرف سے اخلاقیات کو سامنے رکھنے کے بعد کسی پر اعتراض ہونا چاہیے، آپ کی طرف سے بھی اور ان کی طرف سے بھی. وہ آپ کی مرضی ہے، اگر آپ کرنا ملک چاہتے صاحب ہو. مستقبل میں کیا ممکن ہوگا کہ آپ کے بلاٹ پہ آئیں، بیٹھ کے آرام سکون سے 5 منٹ احمدی گفتگو کریں اور 2 منٹ ہم گفتگو کر سکیں؟ بالکل بالکل. عامر نذیر کب آئے گا صاحب یہ سے دن؟ پوچھیں. سنیں اب عامر نذیر یہ صاحب تو بلاک ہو گئے وہاں سے آپ کے بلاک سے. ایک نہیں میرے پاس کوئی بلاگ نہیں ہے. میں نے کل آپ نے بتایا تھا، میں نے جا کے دیکھا، عامر صاحب کوئی بلاگ نہیں ہے میرے پاس. ایک بات. دوسری بات یہ ہے کہ عامر نذیر صاحب میرے ساتھ سنیں جی، سنیں پیارے عامر بھائی، 4-5 سال کی بات ہے. عامر صاحب کو پتہ ہے، آپ ابھی شاید ہمارے ساتھ نئے آئے ہیں، تو عامر صاحب کو پتہ ہے کہ سارے ایم ڈیوں نے مجھے کہا تھا کہ عامر نذیر صاحب کے پاس نہ جانا ہے، نہ ان سے بات کرنی. میں نے کہا تھا میں جاؤں گا بھی، آؤں گا بھی، بات بھی کروں گا، اپنے پاس بھی بلاؤں گا، کیونکہ میرا اسلام اس چیز کی اجازت دیتا ہے. پھر عامر صاحب نے بھی میرا بہت احترام کیا. سچی بات جو ہے کہ انہوں نے کئی مرتبہ فوٹویں لگائی ہوئی ہیں. میں نے آ کے انہیں کہا کہ یہ اچھی بات، نے کہا جی مٹا دو، ہٹا دی انہیں، اچھی بات ہے. پھر ان کے لیے میں آتا ہوں اور آتا رہوں گا جب تک یہ ادب احترام اور اخلاق سے بات کریں گے، میں آتا رہوں گا. تو بات یہ ہے پیارے بھائیوں کہ آپ آئیں، 100 بار آئیں. اخلاق کے دائرے میں رہ کے مرزا صاحب کو یہ بھی کہہ سکتے ہیں مرزا صاحب نے جھوٹ بولا ہے، جھوٹے تھے، آپ کا حق ہے، آپ ان پر ایمان نہیں رکھتے، لیکن بدتمیزی نہیں کرتے. یہ آپ کا حق ہے، اس میں میں منع نہیں کروں گا. بے شک کسی کو برا لگے، اچھا لگے. آپ ہمارے خدا کو کوئی نہیں اگر مانتا ہو کہ تمہارا خدا جھوٹا ہے یا میں ایمان نہیں لاتا، وہ خدا نہیں ہے، تو اس کا حق ہے، اس کو مانتا نہیں ہے، لیکن خدا کے ساتھ بدتمیزی نہیں کرنے دوں گا. یہ میرا ایمانی اور اخلاقی ملک صاحب ہم نے ایک تو میرے بس اندر کی ہے، نہ کرنے کے قائل ہیں. ایک اقتباس پڑھا ہے اور وہی پڑھا ہے جو تاریخ احمدیہ میں جو الفاظ لکھے ہیں، تو پھر یہ توہین کیسے ہو جاتی ہے؟ ہاں ویری گڈ بہت اعلیٰ بات ہے. ابھی سننا بھی، جب آپ کی حدیث کے حوالے ایک منٹ پیارے بھائی اجازت ہے، آپ کی حدیثوں کے حوالے، کتب کے حوالے جب احمدی پڑھتے ہیں تو آپ کو بڑی مرچیں لگتی ہیں، کیوں پڑھ رہے ہو؟ اس ٹائم وہ گناہ ہو جاتا ہے. جب آپ پڑھو تو اس کے لیے ثواب ہے. معیار ایک رکھو نا. آپ کہہ دو اگر میں مثال کے طور پر اسلام کے مخالفین نے کوئی اسلام کے خلاف کتاب لکھی ہے اور وہ پڑھ کے سنائی جائے، آپ کہتے ہو شاطمیت ہو گئی ہے. وہ تو آلریڈی دنیا میں بک رہی ہے، کتاب ہے آپ کے پورے نیٹ پر موجود ہے، اور آپ کے اپنے علماء پڑھ کے سناتے ہیں. آپ کے علماء جب وہی کتاب پڑھے تو کہتے ہو یہ تو کوئی مشکل نہیں ہے، نقل کفر نہ باشد. جب احمدی پڑھے تو آپ کی آنکھ الٹی ہو جاتی ہے، یہ تو شاطمیت ہو گئی ہے. اب سن لیں، وجہ سن لیں. دیکھیں آپ کتاب پڑھیں، جتنا اقتباس لکھا ہے اتنا پڑھیں، ٹھیک ہے. لیکن جو آپ غلط حاشیہ رائے چڑھاتے ہیں، آپ کے اور آپ کے جماعت کے مبلغین، جس میں ایک میر سلیم جیسا خنزیر بھی ہے، ٹھیک ہے، وہ جب گالی نہ دیں. کیا بھی میں نے آپ کو بولا ہے کہ گالی نہ دیں؟ پھر آپ کو کوئی گالی دے گا ادھر عامر نذیر کو، میں اسے کیسے روکوں گا؟ میں انہیں کیسے روکوں گا؟ مجھے یہ بتا دیں. آپ روک سکتے ہیں انہیں؟ نہیں، میں روک سکتا ہوں، میری برات پہ کسی کی ایسی کی تیسی، لیکن آپ یہ بدتمیزی کر رہے ہو، یہاں گالی دے رہے ہو. گالی نہ کہے. ابن بغا اور تیرے بال والی بہن نو لے لے دیا، کنجری دیا، بچیا گستی دیا، پترا پیڑی دیا، کتے لے لے بابا، اور کنجری دیا، بچیا. ہیلو تسی کہنا گالا نہیں دے دے یار میں نے کب کہا ہے یہ جو دے رہا ہے اس پر لعنت ڈالتا ہوں؟ بری بات ہے. میں تو نہیں کہوں گا کہ گالی کو میں یار میرا ایمان ابھی اتنا کمزور نہیں ہوا کہ گالی دینے والے کی میں ڈیفنس کروں، اس کے حق میں عقلی نظام دوں. بری بات ہے. یار پھر وہی بات،
खुदा के बंदे अहमदी जना करे तो वो जना ही होगा। अहमदी अगर झूठ बोले वो झूठ होगा, अहमदी गाली देगा तो गाली होगा। अहमदी खलीफा खामिस कहते हैं ਪਹਿਲਾਂ ਨਾ ਇਹ ਜਿੰਨੇ ਮੋਡਰੇਟਰ ਨੇ ਨਾ ਆਪਣੇ ਸਾਰੇ ਮੋਡਰੇਟਰ ਹਟਾ ਦੇ, ਕਿਉਂਕਿ ਇਹਨਾਂ ਨੂੰ ਮੋਡਰੇਟਰਾਂ ਨੂੰ ਖੁਰਕ ਹੋਣ ਲੱਗੀ ਹੁੰਦੀ ਏ। ਦੋ ਬੰਦੇ ਗੱਲ ਪੇ ਕਰਦੇ ਹੋਣ, ਕਦੇ ਉਹਨੂੰ ਉਥਲ ਦੇਣ ਦੇ, ਕਦੇ ਉਹਨੂੰ ਚੁੱਕਣ ਦੇ, ਕਦੇ ਉਹਨੂੰ ਚੁੱਕਣ ਦੇ। ਇਹਨਾਂ ਨੂੰ ਪਹਿਲਾਂ ਹਟਾ ਦੇ ਇੱਕ ਮਿੰਟ। ਇਹਨਾਂ ਨੂੰ ਖੁਦਾ ਦਾ ਪਾਇਆ ਅਕਲ ਨਹੀਂ ਆਇਆ ਕਿ ਦੋ ਬੰਦੇ ਪੇ ਗੱਲ ਕਰਦੇ ਹੋ, ਤੁਹਾਨੂੰ ਕੀ ਲੋੜ ਹੈ ਮਜ਼ੀਦ ਗੈਸ ਚੁੱਕਣ ਦੀ? ਫਿਰ ਬੁਲੀਆਂ ਬਣਾ ਲੈਂਦੇ ਨੇ, ਰਿਵਾਜ ਸਖਤੀ ਕਰੀਏ ਤੇ ਇਹਨਾਂ ਤੇ ਦੇਖ ਲਓ ਕਿ ਅੱਗੇ ਦੋ ਬੰਦੇ ਪੇ ਗੱਲ ਕਰਦੇ ਨੇ, ਉਹਨਾਂ ਨੂੰ ਕਰ ਲੈਣ ਦੋ। ਚੰਗੀ ਕਰਦੇ ਨੇ, ਮਾੜੀ ਕਰਦੇ ਨੇ, ਗਲਤ ਪੇ ਕਰਦੇ ਨੇ, ਸਹੀ ਪੇ ਕਰਦੇ ਨੇ। ਤੁਸੀਂ ਜੇ ਇੱਕ ਬੰਦੇ ਨੂੰ ਚੁੱਕਿਆ, ਉਹਨੇ ਗਾਲਾਂ ਕੱਢੀਆਂ ਨੇ ਆ ਕੇ ਮਾਈਕ ਲਾ ਕੇ, ਮੈਂ ਡਰਾਈਵ ਕਰਦੇ ਆ ਉਹਨੂੰ ਥੱਲੇ ਸੁੱਟਿਆ, ਜਿੰਨੇ ਉਹਨੂੰ ਚੁੱਕਿਆ ਉਹਨੂੰ ਥੱਲੇ ਲਾਉਣ ਦੀ ਤੌਫੀਕ ਨਹੀਂ ਨਾ ਹੋਈ ਹੈ, ਉਹਨੇ ਨਾਲ ਹੋਰ ਦੋ ਚੁੱਕ ਲਏ ਨੇ। ਯਾਰ ਕੀ ਸ਼ੈਮ ਹੋ ਤੁਸੀਂ? ਉਹ ਸਪੀਕਰ ਲਾ ਕੇ ਗਾਲਾਂ ਪੱਕਣ ਲੱਗ ਪਿਆ ਆ ਕੇ, ਤੇ ਤੁਸੀਂ ਉਹਨੂੰ ਥੱਲੇ ਲਾਉਣ ਦੀ ਬਜਾਏ ਤੁਸੀਂ ਇਹ ਨੇਕੀ ਕੀਤੀ ਹੈ ਕਿ ਨਾਲ ਦੋ ਹੋਰ ਬੰਦੇ ਚੁੱਕਿਆ। ਖਿਆਲ ਲਓ, ਇਹ ਤੁਸੀਂ ਮੋਡਰੇਟਰ ਸਾਡੇ ਹੋ ਕਿ ਉਹਨਾਂ ਦੇ ਮਰਜ਼ਾਈਆਂ ਦੇ ਹੋ? ਇੰਜ ਤੇ ਮਤਲਬ ਇਹ ਹੋ ਸਕਦਾ ਮਰਜ਼ਾਈਆਂ ਦੀ ਬਰਾੜ ਤੇ ਕਿ ਮਰਜ਼ਾਈ ਇੱਕ ਨੂੰ ਥੱਲੇ ਲਾਉਣ, ਦੂਜੇ ਨੂੰ ਚੁੱਕਣ, ਦੂਜੇ ਨੂੰ ਚੁੱਕਣ, ਇਹਨੂੰ ਚੁੱਕਣ। ਇਹ ਤੁਸੀਂ ਆਪਸ ਚ ਇੰਜ ਕਰਨ ਲੱਗੇ ਹੋ। ਜਦੋਂ ਵੀ ਕੋਈ ਦੋ ਬੰਦੇ ਗੱਲ ਪੇ ਕਰਦੇ ਹੋਣ, ਕਤਨ ਸਵਾਏ ਉਹਨਾਂ ਸੀਨੀਅਰ ਸਾਥੀਆਂ ਦੇ ਜਿਹੜੇ ਕੋਈ ਡਿਬੇਟਰ ਨੇ, ਕਿਸੇ ਮੁਸਲਮਾਨ ਨੂੰ ਵੀ ਨਾ ਚੁੱਕੋ। ਸਾਰੇ ਰਿਮੂਵ ਨੇ। ਤੁਹਾਡੀਆਂ ਦੋ ਆਈਡੀਆਂ ਨੇ, ਇੱਕ ਸ਼ਾਹ ਸਾਹਿਬ ਦੀ ਆਈਡੀ ਤੇ ਜ਼ਫਰੁल्ला ਸਾਹਿਬ, ਠੀਕ ਹੈ, ਉਹਨੂੰ ਸਾਰੇ ਰਿਮੂਵ ਕਰੋ ਗੱਲ। ਹਾਂਜੀ नहीं ठीक हो गया, मुकम्मल होगी। लेकिन मैं ये कहना चाह रहा कि जिन्ना इकतबास लिखे है उन्हें पढ़ के सवाल कर लो, 100 बिस्मिल्लाह साडी अखां। लेकिन तुसी इकतबास पढ़ के मुजमल गल दे अंदरों साडे काबरिन ते गंद सुटो और शातमियत करो रसूल ते रसूल दे अहले बैत ते एदे ऐसे खिलाफ। लेकिन मैं ते ओना ही जुमला पढ़ रहा जिन्ना लिखिया है। ਹੁਣ ਤੁਹਾਡੇ ਨਾਲ ਜਦੋਂ ਮਲਿਕ ਸਾਹਿਬ ਮੁਖਾਤਬ ਹੋਏ ਤੇ ਤੁਸੀਂ ਇਹ ਸਾਡੇ ਤੇ ਪਾਬੰਦੀ ਲਾਉਂਦੇ ਹੋ ਕਿ ਤੁਸੀਂ ਮਿਰਜ਼ਾ ਸਾਹਿਬ ਕਹਿਣਾ। ਲੇਕਿਨ ਮਿਰਜ਼ਾ ਸਾਹਿਬ ਦੇ ਪੁੱਤਰ ਨੇ ਜਿਹੜੀ ਉਹਨਾਂ ਦੀ ਸੀਰਤ ਲਿਖੀ ਹੈ ਉਹਦੇ ਅੰਦਰ ਮਿਰਜ਼ਾ ਸਾਹਿਬ ਨੂੰ ਮਿਰਜ਼ਾ ਵੀ ਲਿਖਿਆ, ਮਿਰਜ਼ਾ ਲਿਖਿਆ ਕਿ ਮਿਰਜ਼ਾ ਬੀਵੀ ਦੀ ਗੱਲ ਬੜੀ ਮੰਨਦਾ ਹੈ, ਠੀਕ ਹੈ। ਰਾਨ ਮੁਰੀਦ ਉਹਨਾਂ ਸਾਬਿਤ ਕੀਤਾ। ਤੇ ਅਗਰ ਅਸੀਂ ਤੁਹਾਡੀ ਸੀਰਤ ਦੀ ਕਿਤਾਬ ਤੇ ਮਾਤਹਿਤ ਰਹਿ ਕੇ ਮਿਰਜ਼ਾ ਸਾਹਿਬ ਨੂੰ ਅਗਰ ਮਿਰਜ਼ਾ ਕਹਿ ਸਕੀ ਤੇ ਤੁਸੀਂ ਤੇ ਸਾਡੀ ਧੋਣਾ ਲਾ ਸਕਦੀਆਂ ਨੇ। ਇਹਨਾਂ ਤੇ ਜ਼ੁਲਮ ਨਾ ਕਰੋ। ਜਿਹੜੇ ਇਕਤਬਾਸ ਤੁਹਾਡੇ ਕਿਤਾਬਾਂ 'ਚ ਲਿਖਿਆ ਹੈ, ਹੁਣ ਜ਼ਰਤਸ਼ ਕੱਲ ਉਹ ਜਦੋਂ ਉਹ ਗਾਲਾਂ ਦੇਣ ਤੇ ਆਇਆ ਹੈ ਉਹਨੇ ਇੱਕ ਵੀ ਹਵਾਲਾ ਨਹੀਂ ਲਾਇਆ। ਪੇਸ਼ ਕਰ ਰਿਹਾ ਮੁੱਲਾ ਬਾਕਰ ਮਜਲਿਸੀ ਦਾ ਨਾਮ, ਮੁੱਲਾ ਬਾਕਰ ਮਜਲਿਸੀ ਦੀ ਬਹਾਰੁਲ ਅਨਵਾਰ ਸ਼ੀਆ ਦੀ ਤਰफ मुसलम किताब ही नहीं है, कुतुब अरबा के अंदर शामिल ही नहीं है, ठीक है। और वो भी उन्हें हवाला नहीं लाया, नीरियां चीका ही मारियां ने। तो जिस नहज से हुण मरज़ई पहुंच गए ना या अहमदियत दी जमात पहुंच गई है, मुमकिन नहीं कि कोई डायलॉग अगे चल सके। ਹੁਣ ਨਿਰੀਆਂ ਫੋਟੋਆਂ ਰਹਿ ਗਈਆਂ ਨੇ, ਗਾਲਾਂ ਰਹਿ ਗਈਆਂ ਨੇ, ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਗਾਲਾਂ ਦੇਣੀਆਂ ਰਹਿ ਗਈਆਂ ਨੇ, ਇਹ ਬਾਕੀ ਰਹਿ ਗਏ ਮਰਜ਼ਈਆਂ ਕੋਲ। ਸੈਫੀ ਕੱਲ ਹਰਾਮਜ਼ਦਗੀ ਕਰਕੇ ਗਿਆ, ਅੱਜ ਸਵੇਰੇ ਆ ਕੇ ਫਿਰ ਕਰਕੇ ਗਿਆ। ਜਿਹੜਾ ਇਲਜ਼ਾਮ ਨਹੀਂ ਬਲਕਿ ਅਸੀਂ ਸਬੂਤ ਦਿੱਤਾ ਹੈ ਮਿਰਜ਼ਾ ਸਾਹਿਬ ਤੇ ਲਾਇਆ, ਉਹਨੇ ਉਹੀ ਬਕਵਾਸ ਨਬੀ ਤੇ ਕੀਤੀ ਹੈ। ਕਿੰਨੀ ਹੋਰ ਦੇਰ ਤੱਕ ਇਹ ਚੱਲਣਾ? मलिक साहब मौजूद हो? जी जी मैं मौजूद हूँ भाई। ठीक हो गया तो खाना खुना खाकर आमिल खा लो। जी जी हाँ जी, अस्सलाम वालेकुम जी। वालेकुम अस्सलाम मुर्तज़ा साहब। मतलब किसी की भी वक्त गल करनी ने जी? जी जी बिस्मिल्लाह करनी है गल? करो तुसी कर। वो थोड़ा बिजी ने, कुछ खा रहे ने, तुसी कर। अच्छा अच्छा, आवाज आ रही ठीक? बेहतरीन आवाज भी आ रही, पीछों हवा भी आ रही। करो थोड़ी देर तक कार पहुंच जाना है, ताई मैं वो थोड़ा टाइम मंग रहा सा। मैं अपने आमिर नज़ीर भाई तो ज़्यादा जानते ने ना नासिर भट्ट नूं, ते सारे ही जानते हैं, थोड़ा थोड़ा असां भी जानते हैं क्योंकि काफ़ी टाइम तो गलबात हो रही है। वो एक खपती इंसान है, खपत जानते हो, एक कि जिहड़ा एक चीज़ विच वो ऐसा होंदा है कि उस लूप विच वो बाहर नहीं आ सकता, वो खपती इंसान है। और एक्स साहब ਜਿਹੜੇ ਇੱਥੇ ਆਏ ਸਨ ਤੇ ਸਾਡੇ ਨਾਲ ਗੱਲਾਂ ਕਰ ਰਹੇ ਸਨ, ਉਹਨਾਂ ਨੇ ਉੱਥੇ ਜਾ ਕੇ ਵੀ ਉਹਨਾਂ ਗੱਲਾਂ ਕੀਤੀਆਂ। ਕਹਿੰਦੇ ਜਨਾਬ ਇੱਕ ਵਾਰੀ ਮੈਂ ਉਹਨਾਂ ਨੇ ਕਿਹਾ ਤਾਂ ਉਹਨਾਂ ਨੇ ਪਿਕਚਰਸ ਲਾ ਦਿੱਤੀਆਂ ਨੇ ਤੇ ਤੁਸੀਂ ਵੀ ਲਾ ਦਿਓ। ਕਹਿੰਦੇ ਜੀ ਕੱਲ ਤੁਸੀਂ ਉਹਨਾਂ ਨੇ ਕਿਉਂ ਨਹੀਂ ਕਿਹਾ? ਪਰਸੋਂ ਉਹ ਇੱਕ ਖਪਤ 'ਚ ਮੁਬਤਲਾ ਹੈ ਬੰਦਾ ਔਰ ਉਹ ਅਬਸੈਸਡ ਹੈ ਇਸ ਚੀਜ਼ ਨਾਲ। ਤੇ ਇਹ ਮੈਂ ਤੇ ਸਮਝਣਾ ਭਾਈ ਅਸਾਂ ਜਿਹੜਾ ਆਪਣਾ ਬੇਸ਼ੱਕ ਪਿਕਚਰ ਲਾਈ ਰੱਖੋ, ਅਗਰ ਉਹ ਲੱਗਦਾ ਹੈ ਤਾਂ ਉਸ ਤੇ ਤਬਸਰਾ ਛੋੜ ਦਿਓ
ਕਿਉਂਕਿ ਇਸ ਤੇ ਕਾਫੀ ਜ਼ਿਆਦਾ ਟਾਈਮ ਜ਼ਾਇਆ ਹੋ ਰਿਹਾ ਕਿ ਜਿਹੜਾ ਅਸਲ ਕੋਈ ਮਕਸਦ ਹੈ ਕਿਸੇ ਅਸਾਂ ਬਰਾੜ ਜਾ ਕੇ ਕੋਈ ਗੱਲ ਕਰ ਰਹੇ ਤੇ ਉਹਨਾਂ ਗੱਲਾਂ ਦਾ ਕੋਈ ਇਲਮੀ ਜਵਾਬ ਦੇਣ ਦੇ ਬਜਾਏ ਇਹ ਖਪਤੀ ਇਨਸਾਨ ਨਾਲ ਅਸੀਂ ਬਸ ਇਹ ਟਾਈਮ ਆਪਣਾ ਵੇਸਟ ਕਰ ਰਹੇ ਹਾਂ। ਤੇ ਮੈਂ ਇਸ ਨਾਲ ਤਕਰੀਬਨ 1.5 ਸਾਲ ਪਹਿਲੇ ਸੁਣੋ ਭਜਨ, ਇਹ ਸਾਲ ਤੋਂ ਜ਼ਿਆਦਾ ਸ਼ਾਇਦ ਟਾਈਮ ਹੋ ਗਿਆ ਹੋਵੇ ਨਾ, ਤੇ ਨਾਸਰ ਭੱਟ ਨਾਲ ਨਾ ਮੈਂ ਥੋੜੀ ਜੀ ਗੱਲਬਾਤ ਸ਼ੁਰੂ ਕੀਤੀ WhatsApp ਤੇ ਨਾ, ਤੇ ਬੜੀਆਂ ਅੱਛੀਆਂ ਜਨਾਬ ਆਪ ਜਨਾਬ ਕਰਕੇ ਗੱਲਾਂ ਕਰੇ, ਤੇ ਉਹ 1-2 ਗੱਲਾਂ ਤੇ ਉਹ ਅੜਿਆ ਹੈ ਤੇ ਕੋਈ ਇਲਮੀ ਗੱਲ ਨਹੀਂ ਸੀ ਕਰ ਰਿਹਾ ਐਸੇ ਤਰੀਏ। ਤੇ ਮੈਂ ਕਿਹਾ ਯਾਰ ਇਹ ਤਾਂ ਬੰਦਾ ਐਸਾ ਹੈ ਕਿ ਇਸ ਇੱਕ ਹੀ ਗੱਲ ਤੇ ਟਾਈਮ ਵੇਸਟ ਕਰ ਰਿਹਾ, ਤੇ ਇਹ ਤੇ ਇੱਕ ਅਬਸੈਸ਼ਨ ਦਾ ਸ਼ਿਕਾਰ ਬੰਦਾ ਹੈ, ਤੇ ਮੇਰਾ ਨਹੀਂ ਖਿਆਲ ਕਿ ਇਸ ਨਾਲ ਕੋਈ ਗੱਲ ਲੰਬੀ ਹੋ ਸਕੇਗੀ। ਤੇ ਫਿਰ ਮੈਂ ਖਾਮੋਸ਼ ਹੋ ਗਿਆ, ਫਿਰ ਕੋਈ ਪਤਾ ਨਹੀਂ ਬਿਜ਼ੀ ਹੋ ਗਿਆ ਕੀ ਹੋਇਆ, ਤੇ ਫਿਰ ਸਾਡਾ ਟਿਕਟੌਕ ਸ਼ੁਰੂ ਹੋ ਗਿਆ। ਟਿਕਟੌਕ ਤੇ ਜਿਸਲੇ ਆਏ ਹਾਂ ਤੇ ਹੁਣ ਜਿਸ ਵੇਲੇ ਮੈਨੂੰ ਦੇਖਦਾ ਹੈ ਨਾ ਉਹ ਮੁਰਤਜ਼ਾ ਆਵਾਨ ਨੇ, ਮੈਂ ਤੇ 10 ਮਹੀਨਿਆਂ ਬਾਅਦ ਇਸ ਨੂੰ ਦੇਖਿਆ ਹੈ ਟਿਕਟੌਕ ਤੇ ਮੈਂ ਵਾਲਾਂ ਤੋਂ ਪਕੜ ਕੇ ਆਇਆ, ਉਹ ਤੂੰ ਕਿੱਥੇ ਚਲਾ ਗਿਆ ਸੀ, ਫਲਾਣੀ ਗੱਲ ਦਾ ਜਵਾਬ ਦੇ, ਫਲਾਣੀ ਗੱਲ ਦਾ ਜਵਾਬ ਦੇ। ਤੇ ਇਹ ਪਿਕਚਰਾਂ ਦਾ ਜਿਹੜਾ ਕੰਮ ਹੈ ਨਾ ਉਹ ਉਸ ਮੈਂ ਬਾਰ-ਬਾਰ ਉਹ ਇੱਕ ਲਫ਼ਜ਼ ਇਸਤੇਮਾਲ ਕਰ ਰਿਹਾ ਖਪਤ, ਤੇ ਉਸ ਨੂੰ ਮੇਰੇ ਖਿਆਲ ਇਗਨੋਰ ਕਰਨਾ ਚਾਹੀਦਾ ਹੈ ਤੇ ਆਪਣਾ ਜਿਹੜਾ ਕੰਮ ਹੈ ਉਹ ਜਾਰੀ ਰੱਖੋ। ਬਹਰਹਾਲ ਇੱਕ ਮੇਰੀ ਆਪਣੀ ਰਾਏ ਸੀ ਜਿਸ ਤਰ੍ਹਾਂ ਬੇਹਤਰ ਸਮਝਦੇ ਹੋ। ਜਜ਼ਾਕ ਅੱਲਾ ਜੀ, ਬੜੀ ਮਿਹਰਬਾਨੀ ਜੀ ਮੁਰਤਜ਼ਾ ਸਾਹਿਬ, ਅਸੀਂ ਤੇ ਹਲੇ ਤੇ ਸ਼ੁਰੂ ਵੀ ਨਹੀਂ ਕੀਤਾ ਹੈ ਕੰਮ। ਉਹ 1.5 ਸਾਲ ਦੀ ਇਹ ਹਰਾਮਜ਼ਦਗੀ ਕਰੀ ਜਾ ਰਿਹਾ ਨਾ, 1 ਦਿਨ ਹੋ ਗਿਆ, 2 ਦਿਨ ਹੋ ਗਿਆ, ਬਲਕਿ ਇਹਨਾਂ ਦੇ ਜਿਹੜੇ ਮੁਰੱਬੀ ਸਾਹਿਬ ਨੇ ਉਹ ਰਾਜਾ ਸਾਹੁਲ ਅਮਨਾਨ, ਉਹਨਾਂ ਨੇ ਜਾ ਕੇ ਮਨਾ ਕੀਤਾ, 2 ਦਿਨ ਲਾਈਆਂ ਉਹਨਾਂ ਨੇ ਆਪਣੇ ਮੁਰੱਬੀ ਦੇ ਵੀ ਠੀਕ ਹੈ ਡਿਸੀਜਨ ਨੂੰ ਥੱਲੇ ਪੈਰਾਂ ਦੇ ਥੱਲੇ ਰੋਣ ਸੜੇ। ਯਾਨੀ ਕਿ ਉਹ ਇਸ ਤਰ੍ਹਾਂ ਬੇਲਗਾਮ ਹੋ ਗਏ ਨੇ ਕਿ ਉਹਨਾਂ ਨੇ ਕਿਹਾ ਕਿ ਬਈ ਸਾਨੂੰ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ, ਸਾਨੂੰ ਕਿਸੇ ਦਾ ਭਾਰ ਹੈ ਹੀ ਨਹੀਂ। ਠੀਕ ਹੈ, ਅੱਜ ਤੇ ਪਹਿਲਾ ਦਿਨ ਹੈ ਔਰ ਉਹ ਵੀ ਮਤਲਬ ਸਭ ਖਬਾਸਤ ਹੈ ਵੇ ਗੰਦ ਮੇਰੇ ਤੇ ਸੁੱਟਣ ਲੱਗਾ। ਡੀਪੀ ਆਪਣੀ ਉੱਥੇ ਉਹਨੇ ਆਪ ਅਪਲੋਡ ਕੀਤੀ ਹੈ, ਕੈਮਰਾ ਖੋਲ ਕੇ ਇੱਥੇ ਟਿਕਟੌਕ ਦੇ ਉੱਤੇ ਉਹ ਕਲਮਾ ਉਹਨੇ ਆਪ ਵਿਖਾਇਆ, ਉਹ ਦੀਵਾਰ ਉਹਨੇ ਆਪ ਵਿਖਾਈ ਹੈ। ਠੀਕ ਹੈ, ਕਿ ਇੱਥੇ ਮਾਈਕ ਦੇ ਉੱਤੇ ਬੋਲ ਰਹੇ ਕਿ ਜੀ ਮੇਰੀ ਫੇਸਬੁੱਕ ਤੋਂ ਕਾਪੀ ਕਰ, ਬਾਕੀ ਕੀ ਰਹਿ ਗਿਆ? ਕੋਈ ਬੰਦਾ ਅਗਰ ਸੋਸ਼ਲ ਮੀਡੀਆ ਨਾ ਯੂਜ਼ ਕਰਨਾ ਜਾਣਦਾ ਹੋਵੇ, ਥੋੜੀ ਜਿਹੀ ਅਕਲ ਵੀ ਰੱਖੇ ਤਾਂ ਉਹਦੀ ਆਈਡੀ ਤੱਕ ਪਹੁੰਚ ਜਾਂਦਾ। ਬਟਨਾ ਤੋਂ ਆਈਡੀ ਇੱਥੇ, ਬਟਨਾ ਤੋਂ ਆਈਡੀ ਉਹਨੇ ਉੱਥੇ ਬਣਾਈ ਹੈ। ਠੀਕ ਹੈ, ਬਲਕਿ ਮੈਂ ਤਾਂ ਕਹਾਂਗਾ ਮੁਸਲਮਾਨ ਪਹੁੰਚੇ ਨੇ ਦੇਰ ਨਾਲ ਪਹੁੰਚੇ ਨੇ, ਉਹਨੇ ਤੇ ਆਪਣੇ ਲੰਗ ਆਪ ਹੀ ਲਾ ਛੜੇ ਨੇ ਔਰ ਉਹ ਖਬਾਸਤ ਹੈ ਕਰੇ ਕਿ ਜੀ ਇਹਨੇ ਦਿੱਤੀ ਹੈ। ਅਗਰ ਮੈਂ ਹੀ ਕਿਹਾ ਕਿ ਅਗਰ ਮੈਂ ਦਿੱਤੀ ਹੈ ਤੇ ਮੇਰੇ ਤੇ खुदा ਦੀ ਲਾਨਤ है। ठीक है, लेकिन अगर झूठ मनसूब करेगा ਹੁਣ ਮੇਰੀ ਤਰਫ, ਹੁਣ ਫਿਰ ਸ਼ੁਰੂਆਤ ਹੋ ਜਾਏਗੀ। ਜਿਹੜੀਆਂ ਨਹੀਂ ਨਾ ਮਿਲੀਆਂ ਮੁਸਲਮਾਨਾਂ ਨੂੰ, ਹਲੇ ਤਾਂ ਇੱਕ ਮਿਲੀ ਹੈ ਨਾ, ਮੇਰੇ ਕੋਲ ਕਿੰਨੀਆਂ ਪਈਆਂ ਨੇ ਬਸ਼ਮੂਲ ਉਹ ਜਿਹੜੀਆਂ ਉਹਨੇ ਆਪ ਖਲੀਆਂ, ਬਲਕਿ 9 ਮਹੀਨੇ ਪਹਿਲੇ ਉਹਨੇ ਖਲੀ ਹੈ ਫੋਟੋ, 9 ਮਹੀਨੇ ਪਹਿਲੇ ਦੀ ਮੇਰੇ ਕੋਲ ਪਈ। ਅਗਰ ਮੈਂ ਇਹੋ ਜਿਹਾ ਕੰਮ ਕਰਨਾ ਹੁੰਦਾ ਠੀਕ ਹੈ ਤੇ ਮੈਂ 9 ਮਹੀਨੇ ਪਹਿਲੇ ਕਰਤੇ, ਮੈਨੂੰ ਕਿਹੜੀ ਸ਼ਾਇਦ ਪਾਸ ਸੀ। लेकिन अगर मैं नहीं, मेरे तो इल्जाम लाई जा रहे हैं ठीक है, फिर ਉਹਦਾ ਰਿਜ਼ਲਟ ਆਏਗਾ। ਬਰੀਨ ਸਾਹਿਬ, ਇਹ ਅਗਰ ਕੋਈ ਰੀਜ਼ਨੇਬਲ ਬੰਦਾ ਹੁੰਦਾ ਨਾਸਰ ਭੱਟ, ਤੇ ਐਉਣ ਇੱਕ ਜਮਾਤ ਦਾ ਬੰਦਾ ਤੁਹਾਡੇ ਸਾਹਮਣੇ ਕਹਿ ਰਿਹਾ ਕਿ ਨਹੀਂ ਕਿਹਾ ਕਿ ਇਸ ਨੂੰ ਉਹ ਮੂੰਹ ਨਹੀਂ ਕੋਈ ਲਾਂਦਾ, ਇਹ ਰੀਜ਼ਨੇਬਲ ਬੰਦਾ ਹੈ ਹੀ ਨਹੀਂ, ਇਸ ਨੂੰ ਉਹ ਆਪ ਨਹੀਂ ਮੂੰਹ ਲਾਂਦੇ। ਇਸ ਦਾ ਮਤਲਬ ਹੈ ਕਿ ਇਹ ਸਮਝਾਉਣ ਤੋਂ ਉੱਤੇ ਐਡਾ ਵੱਡਾ ਭਰਾ ਵਜ਼ੀ ਦੇ ਨਾਲ ਬਹਿਣ ਵਾਲਾ, ਸਾਰੇ ਹਵਾਲੇ ਦੇਣ ਵਾਲਾ, ਸਫੈਦ ਵਕਲਾ ਅਹਿਮਦ ਬੱਟ, ਠੀਕ ਹੈ ਨਾ, ਅਹਿਮਦ ਬੱਟ, ਇਹਨਾਂ ਨੂੰ ਸਾਰੇ ਰਾਮਜ਼ਦਗੀ ਦੇ ਹਵਾਲੇ ਦੇਣ ਵਾਲਾ ਉਹ ਹੈ ਸਭ ਤੋਂ ਵੱਡਾ ਇਬਨ ਬਗਾ। ਮੀਰ ਸਲੀਮ ਇਹਦਾ ਸਾਲਾ ਸੱਕਾ ਸਾਲਾ ਭੈਣ ਵੀ ਇਹਦੇ ਨਾਲ ਜਾਈ, ਠੀਕ ਹੈ ਨਾ। ਤੇ ਤੁਸੀਂ ਕਿਸ ਤਰ੍ਹਾਂ ਮੁਮਕਿਨ ਹੈ ਕਿ ਕਹਿ ਸਕਦੇ ਹੋ ਕਿ ਇਹਦਾ ਜਮਾਤ ਦੇ ਅੰਦਰ ਕੋਈ ਅਸਰ ਰਸੂਖ ਨਹੀਂ ਹੈ? ਮੱਝਾਂ ਨਹੀਂ ਪੈਣਾ ਹੁੰਦੇ ਨੇ ਸਾਰੇ, ਉਹ ਕਹਿ ਰਹੇ ਨੇ ਕਿ ਇਸ ਨੂੰ ਕੋਈ ਮੂੰਹ ਨਹੀਂ ਲਾ ਰਿਹਾ, ਇਹ ਰੀਜ਼ਨੇਬਲ ਬੰਦਾ ਹੈ ਹੀ ਨਹੀਂ ਨਾ, ਉਸ ਕੋਲ ਬੰਦਾ ਹੈ ਉਹ ਹੀ ਹੈ, ਉਹ ਜਿਹੜਾ ਉਸਨੇ ਹੁਣ ਤੁਹਾਡੇ ਬਾਰੇ ਚ ਬਕਵਾਸ ਕਰ ਰਿਹਾ ਸੀ, ਮੈਂ ਉੱਥੇ ਸੁਣ ਰਿਹਾ ਸਾਂ, ਤੇ ਉਹ ਬਸ ਉਹ ਉਸੇ ਚੀਜ਼ ਵਿੱਚ ਬੰਦ ਹੋਇਆ ਹੈ। ਹਾਂ, ਹੁਣ ਬਾਕੀ ਇਹੀ ਰਹਿ ਗਿਆ ਨਾ, ਹੁਣ ਉਸਤਾਦ ਨੇ ਸਵੇਰੇ ਵੀ ਕਿਹਾ ਨਾ ਕਿ ਬਈ ਜਦੋਂ ਦਲਾਇਲ ਮੁੱਕ ਗਏ ਨੇ, ਠੀਕ ਹੈ, ਦਲਾਇਲ ਦਾ ਦਿਫਾ ਨਹੀਂ ਹੋਇਆ, ਗਾਲਾਂ ਤੇ ਆ ਗਏ ਨੇ, ਗਾਲਾਂ ਮੁੱਕ ਕੇ ਤਸਵੀਰਾਂ ਤੇ ਆ ਗਏ ਨੇ, ਤਸਵੀਰਾਂ ਮੁੱਕ ਜਾਣਗੀਆਂ, ਹੋਗੇ ਨੰਗੇ ਹੋ ਕੇ ਵਿਖਾ ਦੇਣਗੇ, ਹੋਰ ਕੀ ਬਾਕੀ ਰਹਿ ਗਿਆ? ਤੇ ਸੋ ਬਿਸਮਿਲ੍ਲਾ ਜੀ, ਫਿਰ ਅਸਲ ਉਹ ਸਾਡੀ ਅਸਲ ਚੀਜ਼ ਤੇ ਚਲੀ ਕੀ ਨਾ ਫਿਰ ਨਹੀਂ, ਸਾਡੀ ਨਹੀਂ ਗਈ। ਅਸੀਂ ਤੇ ਅੱਜ ਵੀ ਮਲਿਕ ਅਵਾਨ ਹੈ, ਆਰਾਮ ਸੇ ਨਾਲ ਗੱਲ ਕਰ ਰਿਹਾ, ਠੀਕ ਹੈ, ਇਹਦੇ ਨਾਲ ਇਖਤਲਾਫ ਹੋਇਆ, ਇਹਨੇ ਰਜੂ ਕੀਤਾ, ਮਾਫੀ ਵੀ ਮੰਗੀ, ਖਤਮ ਹੋ ਗਈ ਗੱਲ। ਉਹ ਉੱਥੇ ਐਸੀ ਗੱਲ ਨੂੰ ਤੂਲ ਦੇ ਰਿਹਾ, ਠੀਕ ਹੈ, ਜਿੱਥੇ ਉਹਦਾ ਨਾ ਆਵੇ। ਇੱਥੇ ਜਿਹੜੇ ਮਿਸ ਰੈਕ ਸਾਹਿਬ ਆਏ ਸਨ, ਉਹਨੇ ਕਿਹਾ ਯਾਰ ਤੂੰ ਅਗਰ 3 ਦਿਨ ਨਾ ਲਵੇ ਤੇ ਉਹਦਾ ਕੀ ਤੈਨੂੰ ਗੈਸ ਹੋ ਜਾਂਦੀ, ਤੂੰ ਜਾਣਬੁੱਝ ਕੇ ਉਹਨਾਂ ਦਾ ਨਾਂ ਲੈ ਰਿਹਾ। ਮੇਰੀ ਆਈਡੀ ਉੱਥੋਂ ਬੁਲਾ ਕੇ, ਮੈਨੂੰ ਤਾਂ ਨਜ਼ਰ ਨਹੀਂ ਆਉਂਦਾ ਕੀ ਕਰੇ ਕੀ ਨਹੀਂ, ਆਈਡੀ ਬੁਲਾ ਕੇ, ਹਰ ਸ਼ੈ ਬੁਲਾ ਕੇ ਉੱਥੋਂ, ਠੀਕ ਹੈ, ਤੇ ਜ਼ਿਕਰ ਵੀ ਸਾਡਾ ਕਰੇ 24 ਘੰਟੇ। ਤੇ 1 ਦਫਾ ਹੋ ਗਿਆ, 2 ਦਫਾ ਹੋ ਗਿਆ, ਡੇਲੀ ਦਾ ਉਹਨੇ ਕੰਮ ਫੜ ਲਿਆ। ਅਗਰ ਡੇਲੀ ਦਾ ਕੰਮ ਕਰ ਰਹੇ ਅਸੀਂ ਤੇ ਬਸ
ਕਹਿੰਦੇ ਕਿ ਵੀ ਉਹ ਅਸੂਲ ਸਾਡੇ ਸੇ ਨੇ, ਜਿਸ ਅਸੂਲ ਦੇ ਮੁਤਾਬਿਕ ਉਹ ਕੱਢਣ ਲੱਗਾ ਸਾਨੂੰ। ਬਹਿਰੀਨ ਸਾਹਿਬ ਇਹ ਸ਼ਾਤਮੀਅਤ ਕਰਕੇ ਔਰ ਇਸ ਤਰ੍ਹਾਂ ਦੀਆਂ ਬਦਤਮੀਜ਼ੀਆਂ ਕਰਕੇ ਨਾ ਉਹ ਬਸ ਡੀਟਰੈਕਟ ਕਰਨਾ ਚਾਹ ਰਹੇ ਨੇ ਕਿ ਜਨਾਬ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਜਿਹੜੇ ਕਿਜ਼ਬ ਨੇ, ਝੂਠ ਨੇ ਔਰ ਬਦਦਿਆਨਤੀਆਂ ਨੇ ਦੀਨ ਇਸਲਾਮ ਦੇ ਉੱਤੇ ਡਾਕੇ ਨੇ, ਉਹ ਨਾ ਦੱਸੇ ਜਾਣ ਤੇ ਇਹਨਾਂ ਗੱਲਾਂ 'ਚ ਹੀ ਪਿਆਰ ਹੋਵੇ ਬਸ ਬੰਦਾ। ਅੱਛਾ ਆਮਿਰ ਭਾਈ, ਮੈਂ ਤੁਹਾਨੂੰ ਨਾ ਇੱਕ ਮੈਸੇਜ ਸੈਂਡ ਕੀਤਾ ਅਦਾ ਨਾਸਰ ਬਾੜ ਦਾ ਨਾ, ਤੇ ਉਹ ਆਦਾ ਹੈ ਸੱਪ ਕਰਨਾ ਸੀ, ਇਹ ਕਰਨਾ ਸੀ, ਔਰ ਬਕਾਇਦਾ ਤੌਰ ਤੇ ਉਹਨੇ ਨਾ ਬੀਬੀਆਂ ਦੀਆਂ ਤਸਵੀਰਾਂ ਦੇ ਕਹਿੰਦਾ ਕਿ ਉਹਨਾਂ ਤੇ ਸਟ੍ਰਿਪ ਡਾਂਸ ਹੋਏਗਾ, ਤੇ ਆਪਣਾ ਹੁਣ ਇੱਥੇ ਡਿਸਕਸ ਕਰ ਲਵੋ ਮਲਕ ਸਾਹਿਬ ਨਾਲ, ਫਿਰ ਅਸਾਂ ਜਿਹਦਾ ਸਟ੍ਰਿਪ ਡਾਂਸ ਕਰਵਾਉਣਾ ਉਹ ਤੁਹਾਡੀ ਬਹੁਤ ਜ਼ਿਆਦਾ ਮੋਹਤਰਮ ਹਸਤੀ ਨੇ। ਇਹ ਥੋੜੀ ਦੇਰ ਤੋਂ ਪਹਿਲੇ ਕਹਿ ਰਹੇ ਸੋ ਕਿ ਮੈਨੂੰ ਚੁੱਕੋ, ਲੇਕਿਨ ਉਹ ਚੁੱਕ ਨਹੀਂ ਸਨ ਰਹੇ। ਐਸੇ ਉਹ ਬੇਵਕੂਫ ਨੇ ਜੀ, ਮੈਂ ਹੁਣ ਕੀ ਕਹਿ ਸਕਣਾ ਐਸੇ ਬੰਦਿਆਂ ਨੂੰ। ਮਲਿਕ ਸਾਹਿਬ ਨੂੰ ਐਸੇ ਬੰਦੇ ਜਿਹੜੇ ਨੇ ਜਮਾਤ ਦੀ, ਉਹ ਜਿਹੜਾ ਮੈਸੇਜ ਹੈ ਪਿਆਂਦੇ ਉਹ ਮੈਨੂੰ ਕੱਲਿਆ, ਮੈਂ ਡਰਾਈਵ ਕਰ ਰਿਹਾ ਨਹੀਂ ਦੇਖ ਰਿਹਾ, ਉਹ ਮੈਸੇਜ ਬਿਜ਼ੀ ਹੋ ਗਏ ਨੇ ਮਲਿਕ ਸਾਹਿਬ ਨੂੰ ਸੁਣਾਓ ਨਾ, ਇਹਨਾਂ ਨੂੰ ਦੱਸੋ ਵੀ ਤੁਸੀਂ ਤੇ ਕਿਹਾ ਹੈ ਤੇ ਜ਼ਿਆ ਭਾਈ ਨੇ ਤਸਵੀਰ ਲਾ ਦਿੱਤੀ ਤੇ ਇਹ ਉਹ ਪਿਆ ਕਹਿੰਦਾ ਮੈਂ ਇੰਜ ਕਰਾਂਗਾ ਤੇ ਉਹ ਕਰਾਂਗਾ। ਲਾਏ, ਅਸੀਂ ਤਾਂ ਨਹੀਂ ਮਨਾ ਕਰਦੇ ਲਾਉਣ ਤੋਂ, ਲਾਏ ਜੋ ਕੋਈ ਜਵਾਬ ਆਵੇ ਫਿਰ ਦੂਜੇ ਬੰਦੇ ਜਿਹੜੇ ਜਮਾਤ ਦੇ ਨੇ, ਤਕਲੀਫ ਉਹਨਾਂ ਸਾਰਿਆਂ ਨੂੰ ਹੁੰਦੀ ਨਾ, ਮਸਲਾ ਤੇ ਇਹ ਹੈ ਨਾ, ਉਹ ਆ ਕੇ ਫਿਰ ਆਂਦੇ ਨੇ ਵੀ ਹੁਣ ਤੇ ਫਿਰ ਸਾਰੇ ਜਾ ਕੇ ਇਹਦੇ ਨਾਲ ਗੱਲ ਕਰੋ। हमेशा बाजी है, जो बात मैंने की है हम कायम उस पर। अभी मैंने उनके पास तो नहीं गया हूँ, अभी उन्हें तो नहीं बताया जाके यार मेरी ये बात हो गई है तो आपसे रिक्वेस्ट है मेहरबानी करो। अभी मैं जाऊँगा, अगर उन्होंने फिर भी किया, आपकी तरफ से ना हुआ और उनकी तरफ से हुआ, फिर आप जो मर्जी फ़ोटो भी लगाते रहो तो भी मैं आपके पास आऊँगा, तो भी अपने पास बुलाऊँगा, क्योंकि आपने उनकी मुखालफत में किया। उन्होंने पहले किया फिर आपने किया, पहले आपने नहीं की। तो पहले मैं उन्हें भाई हैं, वो भी हमारे, आप भी भाइयों ने समझाऊंगा यार ये ऐसी सी बात है, आप मेहरबानी करो, और चलो जो कुछ ये कहते रहो वो भी कहते रहे, कोई बात। तस्वीरें नहीं लगाओ ना आप उनकी किसी की ना वो आपकी, मुंह से जो वो भी ना करो तो अच्छी बात है, लेकिन अगर आप दोनों जिद हो कि मुंह से तो हम करेंगे नहीं छोड़ेंगे, तो ना छोड़ो भाई, फिर करते रहो, फोटो ही नहीं लगाओ। उसके बाद भी उन्होंने तस्वीरें लगाई और आपने ना लगाई, तो मैं आपको कह रहा हूँ कि मैं आपके पास फिर भी तस्वीरें लगाओगे तो भी आऊँगा, और तस्वीरें लगाओगे तो भी आप लोगों को अपने पास बुलाऊंगा। मेरी बरात पर आपके साथ कोई बदतमीजी नहीं करेगा, ये वादा है आपके साथ। नहीं मलिक साहब, हमें सिर्फ आपसे इतनी ही गवाही चाहिए कि हम जो कुछ कर रहे हैं रद्द अमल के तौर पर, इसके अलावा बुलाएं ना बुलाएं, किसी को लें ना लें वो एक अलग बात है, लेकिन आप गवाह हैं ना कि ये जो कुछ हो रहा है उनके अमल के रद्द अमल में हो रहा है, बस इतनी बात। अगर वो ये ना करें, मैं इस चीज़ की गवाही नहीं दूंगा, मैं ये गवाही दूंगा कि आपका भी दावा यही है रद्द अमल में करना, उनका भी दावा यही है रद्द अमल में करना। मैंने इजाज़त दे देना आमिर भाई, मैंने दोनों से हाथ जोड़ के आजिज़ाना रिक्वेस्ट की है कि ये आपका भी आज इधर से बंद हो गया, मैं अभी जाऊंगा उनके आगे भी हाथ पाँव जोड़ूंगा, बांधूंगा, क्योंकि मैं उनका इमाम नहीं हूँ कि मैं कहूँगा रुक जाओ कि हाँ ठीक है जी इमाम साहब ने कह दी। मैं भी जैसे आपसे रिक्वेस्ट की है ऐसी उनसे रिक्वेस्ट करूँगा, और अगर उन्होंने मान लिया तो बहुत अच्छी बात है हमारे लिए भी और आपके लिए भी। आज ये पहला कदम है, उसके बाद हम आगे जाएंगे कि ये बदतमीजियाँ नहीं करेंगे, ये गाली गलौज भी नहीं करेंगे, ये भी अच्छी बात है। और मैं ये कहता हूँ ਥੱਲੇ ਇੱਕ ਸੈਕਿੰਡ ਥੱਲੇ ਨਾ ਇੱਕ CBI ਨਾਂ ਦੀ ਇੱਕ ਆਈਡੀ ਹੈ ਤੇ ਜਮਾਤ ਅਹਿਮਦੀਆ ਤੋਂ ਉਹਨਾਂ ਦਾ ਤਲਕ ਹੈ, ਉਹ ਕਹਿੰਦੇ ਨੇ ਕਿ ਬਹਿਰੀਨ ਤੇਰੀ ਅੰਮੀ ਹਾਲਾ ਦੀ ਫੋਟੋ फाइटर तक पहुंच गई है। तो सर ये आपने पढ़ के सुना दिया, अभी आपके ऊपर हलफ है जो हमारी अहमदियत के खिलाफ, मिर्जा साहब के खिलाफ जो इन्होंने और लोगों ने लिखे हैं वो भी पढ़ के सुनाओ। लो जी, मैं यही तो मैं आपको बता रहा हूँ कि आप सुने, आप उल्टी आंख से देखने के आदी हो गए हैं कि फायदे वाली जो है वो देख लो, सच और ईमान नहीं नजर आएगा। मैं घंटे से आपकी ब्राड पर बैठा हूँ, सुनने मैं आपके घंटे से ब्राड पर बैठा हूँ, पौना घंटा हो गया, नीचे ऐसे ऐसे कमेंट आए हैं मिर्जा साहब के खिलाफ और जमात अहमदी के, मैंने आपको एक का कहा है। मैं ਤੁਹਾਨੂੰ ਕਹਿ ਰਿਹਾ ਕਿ ਮਲਕ ਸਾਹਿਬ ਛੇਤੀ ਪਹੁੰਚੋ, ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਕਿਸੇ ਦੇ ਕਾਬਰੀਨ ਦੀ ਗੱਲ ਹੋਈ, ਅਸਦ ਮੇਰਾ ਕਾਬਰੀਨ ਨਹੀਂ, ਠੀਕ ਹੈ, ਮੈਂ ਉਂਝ ਤੁਹਾਨੂੰ ਇਨਫਾਰਮ ਕੀਤਾ ਹੈ। नजफ गल उन्होंने वाइंड अप कर लेंगे, फिर किसी पासे लाई जी। मलिक साहब से गल मुकम्मल करो, छोड़ो। बात यही मुकम्मल है प्यारे भाई, आपसे रिक्वेस्ट की है, आपने यहाँ तक मान गए हैं, ये
एक एक स्टेप है। तो पहला अल्हम्दुलिल्लाह एक स्टेप तो शुरू हुआ ना, तो आपने क्या कि उनकी फोटोएं सबकी उतार दी और ये किया कि आज के बाद फोटो किसी की नहीं लगाएंगे और ना किसी को लगाने देंगे। बहुत अच्छी बात है। इसी तरह मैं अब आप जाके उनसे ये रिक्वेस्ट करनी है और उन्हें कहना है कि आज के बाद आपने किसी की पिक्चर नहीं लगानी, वो नहीं लगाएंगे। अब आपके भी जिम्मे है कि आप नहीं लगाओगे। ज़बानो कलामी आपने जो करना है करो, अगले स्टेप बाद में इंशाल्लाह। एक कदम उठ जाए ना तो फिर आगे कदम उठते रहते हैं। तो ये उनको जाके कहूँगा। आपको वाज़ेह बता रहा हूँ कि मेरा जो काम है मैं उन्हें ज़बरदस्ती नहीं कह सकता, रिक्वेस्ट करूँगा, हाथ पाँव जोड़ूंगा, बांधूंगा। अगर उन्होंने मान लिया बहुत अच्छी, नहीं मानेंगे तो मेरा रिएक्शन यही होगा। वो ठीक है मलिक साहब, मैं ये बसूरत दीगर की बात कर रहा हूँ। बसूरत दीगर, आप जाते हैं, आप उनको समझाते हैं और कहते हैं कि देखो मैं उनके पास गया, उन्होंने उतार दी, तो आप तो मेरे अपनी जमात वाले हो, तुम ना लगाओ। वो ना माने तो क्या हम दोनों बराबर हैं? ये मेरा सवाल। नहीं नहीं नहीं, बराबर नहीं है। आप इस मामले में मेरी निगाह में इज्जत वाले हो जाओगे, हक वाले हो जाओगे इस मामले में कि आपने एक अच्छा स्टेप उठाया और अपने मुखालिफ के कहने पर, और मैं उनका अपना बंदा हूँ। मेरे रिक्वेस्ट और आजिज़ी हुक्म नहीं, तौबा नौज़ुबिल्लाह, तो वो मेरा उन्होंने बात नहीं मानी तो मैं तो आपका ज़्यादा एहतराम करूँगा। तो मैंने आपको ये बताया कि मैं उसके बदले में फिर मैं यही कर सकता हूँ और मैं कुछ नहीं कर सकता। लेकिन अगर वो लगाते हैं, बसूरत दीगर वो लगाते हैं, वो आपकी बात नहीं मानते, फिर हम लगाने में आजाद है ना, जवाब देने में आजाद है। बिल्कुल आप आज़ाद हो, 1000 बार आज़ाद हो, बस। और आप गुनहगार नहीं हो। फिर गुनहगार वो हैं जो ये काम करवा रहे हैं। मलिक साहब बस थोड़ा सा टाइम दे, ये हामिद भाई आए हैं, उसी ग्रुप के हैं, ठीक है। अस्सलाम वालेकुम हामिद भाई, ਕੀ ਹਾਲ ठीक हो? वालेकुम सलाम बरीन भाई, मैं थले सुन रहा, मैनू ना मलिक साहब बिल्कुल ठीक गल कर रहे ने और तुसी भी थोड़ा जिहा जानदे हो ते थोड़ा जिहा टाइम दिओ, कोशिश पूरी करने आ मैं और इस गल नू खत्म करने आ। वाकई नहीं ठीक है, खत्म होना चाहिए तस्वीरों वाला सिलसिला। बाकी सारी गल है सलामत रखे जी जी। लेकिन मलिक साहब ने बहुत अच्छी गल की है कि जारी गल है जी, असी ਮੰਨਿਆ, ਤੁਸੀਂ ਨਹੀਂ ਮੰਨਦੇ ਤੇ ਉਹ ਤੁਹਾਨੂੰ ਹਰ ਚੀਜ਼ ਦਾ ਹੱਕ ਹੈ, ਇਖਤਲਾਫ ਰੱਖਣ ਦਾ, ਗੱਲਾਂ ਬਾਤਾਂ ਸਵਾਲ ਵੀ ਕਰਨ ਦਾ, ਹਰ ਚੀਜ਼ ਦਾ ਉਹ ਜਿਵੇਂ ਚੱਲਣ ਡਿਆ ਉਹ ਤੇ ਚੱਲਣਾ ਹੀ ਚੱਲਣਾ ਹੈ। ਬਾਕੀ ਇਹ ਚੀਜ਼ 'ਚ ਬਿਲਕੁਲ ਠੀਕ ਹੈ, ਮਲਿਕ ਸਾਹਿਬ ਦੀਆਂ ਗੱਲਾਂ ਬਹੁਤ ਅੱਛੀਆਂ ਨੇ, ਮੈਂ ਉਹਨਾਂ ਦੀ ਤਾਇਦ ਕਰਨਾ ਔਰ ਮੈਂ ਵੀ ਇਹਨਾਂ ਦੇ ਨਾਲ ਪੂਰੀ ਕੋਸ਼ਿਸ਼ ਕਰਾਂਗਾ ਕਿ ਨਾ ਸਾਬਤ ਹੋਏ ਨਾ। ਹੁਣ ਮੇਰੀ ਗੁਜ਼ਾਰਿਸ਼ ਵੀ ਸੁਣ ਲਿਆ ਜੀ, ਠੀਕ ਹੈ जी जी। देखो मैं 9 महीने पहले दी फोटो बाटी मेरे को मौजूद है। अगर जी। मैं हरामजादगी करनी होंदी 9 महीने पहले करदा मनु कोई केड़ी शायद मनु पास, ठीक है अज भी, लेकिन 9 महीने के बाद भी अज आके उन्हें इल्जाम मेरे ते लाया, जदों के बट ना दी आईडी भी उत्थे मौजूद है, अज तक ओदी फोटो भी उत्थे मौजूद है। और मैं शायद हलफ ते नु तैयार हां, कहंदे हो कैमरा खोल के कुरान चुक लेना कि ना मैं किसी को फोटो दी है ना किसी नु आईडी दी, लेकिन फिर भी अगर मेरे ते इल्जाम ला रहा है, ठीक है ना, और उस दिन जेह्ड़े खबासा को करना चाह रहा है, लेकिन फिर मेरे इल्जाम नु दुरुस्त करांगा। ਇਹਦੇ ਵਾਲੇ ਸਾਹਿਬ ਦੀ ਵੀ ਪਈ ਹੈ, ਘਰ ਲੈਣ ਦੀ ਵੀ ਪਈ ਹੈ, ਹੱਥ पे ਕਿਸੇ ਨੂੰ ਨਹੀਂ ਦਿੱਤੀ, ठीक है ना। मैं शायद हक दे अंदर ही नहीं है, लेकिन मेरे ऊपर गंदा इल्जाम लाने तो बास क्यों नहीं आंदा? कसूर की है मैं अगर मलिक साहब ने ਉਹ ਠੀਕ ਹੈ ਤੁਹਾਡੀ ਗੱਲ ਬਜਾਏ, ਮਲਿਕ ਸਾਹਿਬ ਨੇ ਜਿਵੇਂ ਗੱਲ ਕੀਤੀ ਹੈ, ਮਸਲਾ ਇਹ ਵੇ ਕਿ ਇਧਰ ਵੀ ਨਾ ਲੱਗਣ ਉਹ ਜੋ ਇਲਮੀ ਇਖਤਲਾਫ ਬੇਸ਼ੱਕ ਉਹ ਚੱਲਦਾ ਰਹੇ ਸਿਲਸਿਲਾ, ਉਹ ਚੱਲਣ ਵੀ ਡਿਆ ਤੇ ਇਹ ਵੇ ਕਿ ਉਹ ਵਾਕਈ ਮੈਂ ਖੁਦ ਇਸ ਚੀਜ਼ ਨੂੰ ਐਕਸੈਪਟ ਕਰਨਾ ਵਾ। ਤੇ ਮਲਿਕ ਸਾਹਿਬ ਨੇ ਅੱਛੀ ਗੱਲ ਕੀਤੀ ਹੈ, ਜਿਵੇਂ ਉਹਦੀ ਮੈਂ ਬਾਰਾ ਲੈਵੇ ਕਿ ਬਰਾਟਾਂ ਦੀ ਸੁਣਨਾ ਸਾਂ, ਯਾਨੀ ਕਿ ਤੇ ਉਸ ਭਾਈ ਨੇ ਬੜਾ ਅੱਛਾ ਕੀਤਾ ਮਲਿਕ ਸਾਹਿਬ ਦੀ ਗੱਲ ਤੇ ਉਹਨਾਂ 100 ਫੁੱਟ ਯਾਨੀ ਕਿ ਤਸਵੀਰ ਤਾਰੀ ਹੈ ਤੇ ਦਿਲ 'ਚੋਂ ਉਹਦੇ ਲਈ ਇੱਜ਼ਤ ਬਣੀ ਹੈ। ਮੈਂ ਤੁਹਾਨੂੰ ਪਤਾ ਹੀ ਹੈ ਜਿਹੜਾ ਮੈਂ ਤੇ ਤੁਹਾਡੇ ਨਾਲ ਕਾਫੀ ਦੇਰ ਰਹੀ ਤੂੰ ਬੈਨ ਖਲੋਣ ਮੇਰੀ ਆਦਤ ਤੁਸੀਂ ਵਾਕਫ ਹੋ ਬੜੀ ਅੱਛੀ ਜੀ ਬਿਲਕੁਲ। ਮੈਂ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਉਸ ਭਾਈ ਜਿਹੜੀ ਤੁਸੀਂ ਗੱਲ ਕੀਤੀ ਹੈ, ਮੈਂ ਖਾਲੀ ਇਹ ਦੁਆ ਕਰਾਂਗਾ, ਇਹ ਗੱਲ ਕਰਾਂਗਾ ਕਿ ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ। ਹੁਣ ਤੁਸੀਂ ਇੱਥੇ ਆ ਕੇ ਗੱਲ ਤੇ ਕਰ ਗਏ ਹੋ, लेकिन ਤੁਹਾਨੂੰ ਪਤਾ ਹੈ ਰੱਦੇ ਅਮਲ ਜਿਹੜਾ ਉਹ ਪਟਨੇ ਕੀ ਗਿਆ, ਬਸ ਇਹੀ ਦੁਆ ਕਰਾਂਗਾ ਕਿ ਅੱਲਾਹ ਤਾਲਾ ਤੁਹਾਨੂੰ ਸਲਾਮਤ ਕੋਈ ਐਸਾ ਮਸਲਾ ਨਹੀਂ, ਕਿਉਂਕਿ ਮੈਨੂੰ ਮਲਿਕ ਸਾਹਿਬ ਦੀਆਂ ਗੱਲਾਂ ਅੱਛੀਆਂ ਲੱਗੀਆਂ ਮੇਰੇ ਭਾਈ ਨੇ। ਮੈਂ ਬਿਲਕੁਲ ਇੰਜੀ ਚਾਹਨਾ ਕਿ ਜਿਵੇਂ ਮਲਿਕ ਸਾਹਿਬ ਨੇ ਗੱਲਾਂ ਕੀਤੀਆਂ ਔਰ ਮੈਂ ਮਲਿਕ ਸਾਹਿਬ ਦੇ ਨਾਲ ਇਸ ਮਾਮਲੇ ਦੇ ਵਿੱਚ ਇਹਨਾਂ ਦੇ ਨਾਲ ਖੜਾ ਵਾਂ ਔਰ ਇਹ ਚੀਜ਼ ਵੈਸੇ ਵੀ ਨਹੀਂ ਮੁਸਬਤ ਕਦਮ ਚੁੱਕਣ ਦੀ। ਜੀ ਜੀ ਠੀਕ ਹੋ ਤੇ ਥੋੜਾ ਜਿਹਾ ਤੁਹਾਡਾ ਮੇਰੇ ਨਾਲ ਮੇਰਾ ਰਾਬਤਾ ਨੰਬਰ ਵੀ ਆ, ਥੋੜਾ ਜਿਹਾ ਟਾਈਮ ਦਿਓ ਕਿਉਂਕਿ ਕੋਸ਼ਿਸ਼ ਪੂਰੀ ਤੇ ਅਗਰ ਫਿਰ ਨਹੀਂ ਤੇ ਫਿਰ ਮਰਜ਼ੀ ਹੈ। ਯਾਨੀ ਕਿ ਇੱਕ ਵਾਰੀ ਯਾਨੀ ਕਿ ਮੈਂ ਪਹਿਲੇ ਵੀ ਤੁਹਾਨੂੰ ਦੱਸੀ ਸੀ ਗੱਲ, ਫਿਰ ਦੁਬਾਰਾ ਤੁਹਾਨੂੰ ਕਹਿ ਵੀ ਦਿੱਤਾ ਸੀ ਕਿ ਬਈ ਅੱਜ ਤੂੰ ਉਹ ਖਤਮ, ਪਰ ਉਹ ਦੁਬਾਰਾ ਫਿਰ ਸ਼ੁਰੂ ਹੋਇਆ
ਉਹ ਨਹੀਂ ਮੈਨੂੰ ਪਤਾ ਕੀ ਵਜ੍ਹਾ ਹੋਈ ਕੀ ਨਹੀਂ, ਅੱਲਾ ਬਿਹਤਰ ਜਾਣਦਾ, ਨਾ ਮੈਂ ਪੁੱਛਿਆ। ਤੇ ਇਹ ਵੇ ਕਿ ਉਹ ਤੁਸੀਂ ਕੋਸ਼ਿਸ਼ ਕਰਨੇ ਕਦਮ ਚੱਕ ਕੇ ਵੇਖ ਲਓ ਤੇ ਵੇਖੋ ਕੀ ਨਤੀਜਾ ਨਿਕਲਦਾ। ਯਾਰ ਮੋਡਰੇਟਰ ਤੈਨੂੰ ਗੈਸਟ ਐਕਸੈਪਟ ਜੀ ਮੈਨੂੰ ਨਾ ਆਪਣਾ ਜੀ ਮੈਨੂੰ ਫੋਨ ਆ ਗਿਆ ਤੇ ਮਲਕ ਸਾਹਿਬ ਮੇਰੀ ਆਮਦ ਵੱਡੀ ਨਾਂ ਦੀ ਆਈਡੀ ਸ਼ਾਇਦ ਤੁਸੀਂ ਜਾਣਦੇ ਹੋ ਜੀ ਤੇ ਮੈਂ ਤੁਹਾਡੀ ਬਿਲਕੁਲ ਤੁਸੀਂ ਜਿਹੜੀ ਗੱਲ ਕੀਤੀ ਹੈ ਮੈਂ ਤੁਹਾਡੇ ਜੀ ਹੋਣਾ ਚਾਹੀਦਾ ਜੇ ਅੱਛੀ ਗੱਲ ਨਹੀਂ ਜਿਹੜੇ ਸਾਹਿਬ ਤਸਵੀਰਾਂ ਵਾਲੇ ਨੇ ਨਾ ਜੀ ਤੇ ਕੁਛ ਬਹਰਹਾਲ ਮੈਂ ਤੁਹਾਡੇ ਨਾਲ ਆ ਔਰ ਇਸ ਚੀਜ਼ ਨੂੰ ਖਤਮ ਕਰਾਂਗੇ ਜ਼ਰੂਰ ਨਾ ਅੱਛੀ ਬਾਤ ਨਹੀਂ इंशाल्लाह حكمت فيها العين عندك انتيا تهنيتي منها هي عاود شريت الحق هذه جاك سيلونس حق الحمد لله من شريت هذه الحمد لله في نعمه الحمد لله. سيلونس الموتور تاعها جاي من تحت ولا جاي في وين الفولون تاعها هذيك جايه بطه صغيره لتحت سيلونس لا الموتور هذاك ما فيهاش